ਉਹਨੇ ਇੰਡੀਵਿਜੂਅਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਉੱਤੇ ਸਵਾਲ ਖੜੇ ਕੀਤੇ। ਪੱਤਰਕਾਰ ਨੇ ਆਪਣੇ ਸਵਾਲ ਖੜੇ ਕਰ ਦਿੱਤੇ, ਉਸ ਦੇ ਬਾਰੇ ਤੁਸੀਂ ਫੌਰੀ ਐਕਸ਼ਨ ਲੈਂਦੇ ਹੋਏ ਇੱਕ ਕੇਸ ਦਰਜ ਕਰਵਾ ਦਿੱਤਾ। ਜਿਹੜੀਆਂ ਕੋਈ ਤੁਹਾਡੇ ਤੇ ਦੂਸ਼ਣਬਾਜ਼ੀਆਂ ਜਾਂ ਹੋਰ ਆ ਉਹ ਉਹਨਾਂ ਨੂੰ ਸਹਾਰਨ ਦਾ ਇੱਕ ਆਦਤ ਬਣੀ ਹੋਈ ਆ। ਇਹ ਆਉਂਦੀਆਂ ਰਹਿੰਦੀਆਂ, ਜਦੋਂ ਤੁਸੀਂ ਚੱਲੋਗੇ ਤੇ ਤੁਹਾਨੂੰ ਇਹੋ ਜਿਹੀਆਂ ਔਕੜਾਂ ਆਉਂਦੀਆਂ ਰਹਿਣਗੀਆਂ। ਪਰ ਜੇ ਤੁਸੀਂ ਆਪਣੇ ਕਿਰਦਾਰ 'ਚ ਸਾਫ਼ ਹੋ ਤੇ ਮੈਨੂੰ ਲੱਗਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤਰ ਵੀ ਸਮਾਂ ਦਿੰਦਾ। ਕੋਈ ਲੀਡਰ ਸੀ ਜਿਹਨੇ ਇੱਥੋਂ ਤੱਕ ਕਿਹਾ ਕਿ ਅੰਬੇਦਕਰ ਸਾਹਿਬ ਕਹਿੰਦੇ ਸੀ ਵੀ ਮੈਂ ਅੰਮ੍ਰਿਤ ਨੂੰ ਲੱਤ ਮਾਰਦਾ। ਹਾਲਾਂਕਿ ਬਿਰਤਾਂਤ ਬੜਾ ਖਤਰਨਾਕ ਵੀ ਹੈ ਤੇ ਝੂਠਾ ਵੀ ਹੈ। ਤੇ ਉਹਦੇ ਖਿਲਾਫ ਅਸੀਂ ਸਾਡਾ ਇਤਿਹਾਸ ਰਿਸਰਚ ਬੋਰਡ ਆ, ਉਹਨਾਂ ਨੂੰ ਇਹ ਗੱਲ ਕਹਿਤੀ ਆ ਕਿ ਉਹਦੇ ਬਾਰੇ 'ਚ ਤੱਥ ਇਕੱਠੇ ਕਰਕੇ ਅਸੀਂ ਉਹਦੇ ਖਿਲਾਫ ਕੇਸ ਕਰਾਂਗੇ। ਪਿਛਲੇ ਹਫ਼ਤਿਆਂ ਦੀ ਗੱਲ ਹੈ ਕਿ ਕੋਈ ਪੁਲਿਸ ਵਾਲਾ ਸੀ ਜਿਹੜਾ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਹੀ ਈਸਾਈ ਦਾ ਪ੍ਰਚਾਰ ਕਰ ਰਿਹਾ ਸੀ। ਉਹਨਾਂ ਦੋਵਾਂ ਨੂੰ ਲੈ ਕੇ ਕੋਈ ਜਿਹੜੀ ਘਟਨਾ ਸਾਡੇ ਸਾਹਮਣੇ ਆਉਂਦੀ ਨਹੀਂ ਵੀ ਤੁਸੀਂ ਕੋਈ ਐਕਸ਼ਨ ਲਿਆ ਹੋਵੇ। ਡਿਊਟੀ ਕਰਨ ਦੀ ਜਿਹੜੀ ਗੱਲ ਹੈ ਉਹ ਡਿਊਟੀ ਤੋਂ ਭੱਜ ਰਹੇ ਨੇ। ਉੱਥੇ ਜਿਹੜਾ ਇੱਕ ਪੁਲਿਸ ਬੰਦਾ ਜਿਹੜਾ ਕ੍ਰਿਸਚਨ ਦਾ ਨਾਮ ਲੈ ਕੇ ਇੱਕ ਪਾਸਟਰ ਹੈ, ਉਹ ਉੱਥੇ ਵਿਰਾਸਤੇ ਮਾਰਗ ਤੇ ਬੈਠ ਕੇ ਇੱਕ ਡਰਾਮਾ ਤੇ ਤਮਾਸ਼ਾ ਕਰ ਰਿਹਾ ਜੀ। ਉਹ ਵਰਦੀ ਪਾ ਕੇ ਉਹ ਕੁਛ ਤਾਂ ਕਰ ਰਿਹਾ, ਪਰ ਉਹ ਜਿਹੜਾ ਕੰਮ ਕਰਨਾ ਉਹ ਨਹੀਂ ਕਰ ਰਿਹਾ। ਧਰਮ ਦੀ ਗੱਲ ਆਉਂਦੀ ਹੈ, ਵੱਡੇ ਅਕੀਦੇ ਦੀ ਗੱਲ ਆਉਂਦੀ ਹੈ, ਉਸ ਦੇ ਉੱਤੇ ਜਦੋਂ ਸਾਨੂੰ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ, ਉਸ ਮਾਮਲੇ 'ਚ ਅਸੀਂ ਪਿੱਛੇ ਰਹਿ ਜਾਂਦੇ ਹਾਂ। ਜਦੋਂ ਇੰਡੀਵਿਜੂਅਲ ਲੈਵਲ ਤੇ ਗੱਲ ਆਉਂਦੀ ਹੈ ਤਾਂ ਤੁਸੀਂ ਪੱਤਰਕਾਰ ਤੇ ਕੇਸ ਕਰਵਾ ਦਿੱਤਾ। ਸਿੱਖ ਸੱਭਿਆਚਾਰ ਜਾਂ ਸਿੱਖ ਕਿਰਦਾਰਾਂ ਦੀ ਕਿਹੜੀ ਕਹਾਣੀ ਜਾਂ ਕਿਸ ਹੱਦ ਤੱਕ ਕਹਾਣੀ ਦਿਖਾਉਣੀ ਚਾਹੀਦੀ ਹੈ, ਉਹਨਾਂ ਦੀ ਬਰਾਬਰੀ ਜਾਂ ਕਿਸੇ ਹੋਰ ਐਸੀ ਗੱਲ ਜਿਹੜੀ ਆ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ। ਠੀਕ ਆ ਕਿ ਹੁਣ ਐਨੀਮੇਸ਼ਨ ਦਾ ਯੁੱਗ ਆ ਗਿਆ, ਉਹ ਐਨੀਮੇਸ਼ਨ ਨੂੰ ਅਸੀਂ ਪ੍ਰਵਾਨ ਕਰਨਾ, ਕਿੱਥੋਂ ਤੱਕ ਕਰਨਾ, ਕੀ ਤਸਵੀਰ ਕਰਨੀ ਆ, ਇਹ ਚੀਜ਼ਾਂ ਜਿਹੜੀਆਂ ਸਾਨੂੰ ਫੈਸਲਾ ਕਰਨਾ ਚਾਹੀਦਾ, ਕੋਈ ਸ਼ੱਕ ਨਹੀਂ। ਉਹਨੂੰ ਕੁੱਟਣਾ ਨਹੀਂ ਚਾਹੀਦਾ। ਮੈਂ ਕਿਹਾ ਠੀਕ ਹੈ ਕਿ ਲੜਕੀ ਦੇ ਹੱਥ ਨਹੀਂ ਚੁੱਕਣਾ ਚਾਹੀਦਾ, ਪਰ ਉਹ ਲੜਕੀ ਇਹ ਮੰਨ ਰਹੀ ਹੈ ਕਿ ਮੈਂ ਹਾਂ ਇਸ ਗੱਲ ਦੇ ਵਿੱਚ ਸ਼ਾਮਲ ਹਾਂ ਤੇ ਗਾਹ ਨੂੰ ਅਸੀਂ ਨਹੀਂ ਆਵਾਂਗੇ। ਉਸ ਗੱਲ ਨੂੰ ਚੁੱਕਣਾ ਚਾਹੀਦਾ, ਉਸ ਗੱਲ ਨੂੰ ਧਿਆਨ ਕਰਨਾ ਚਾਹੀਦਾ ਕਿ ਇਸ ਸ਼ਹਿਰ ਦੀ ਜਿਹੜੀ ਪਵਿੱਤਰਤਾ ਵਾ ਜਾਂ ਉਸ ਨੂੰ ਮੱਦੇਨਜ਼ਰ ਰੱਖਦਿਆਂ ਇਹ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਪਵਿੱਤਰ ਸ਼ਹਿਰ ਕਰਾਰ ਵੀ ਹੋਣਾ ਚਾਹੀਦਾ ਤੇ ਇਹਨਾਂ ਚੀਜ਼ਾਂ ਬਾਰੇ ਪੁਲਿਸ ਦਾ ਜਿਹੜਾ ਉਹ ਪੂਰਾ ਧਿਆਨ ਹੋਣਾ ਚਾਹੀਦਾ। ਇਹ ਜਿਹੜਾ ਧਰਮ ਪਰਿਵਰਤਨ ਹੋ ਰਿਹਾ, ਜਿਹੜਾ ਖਾਸ ਤੌਰ ਤੇ ਮਾਝੇ ਦੇ ਅੰਦਰ ਇੱਕ ਵੱਡਾ ਮਸਲਾ ਬਣਦਾ ਜਾ ਰਿਹਾ, ਇਸ ਨੂੰ ਲੈ ਕੇ ਬਹੁਤ ਸਾਰੇ ਸਿੱਖ ਸੁਹਿਰਦ ਹੋ ਕੇ ਚਿੰਤਾ ਵੀ ਕਰ ਰਹੇ ਨੇ। ਇਸ ਦੇ ਵਿੱਚ ਮਾਹੌਲ ਵੀ ਕਿਤੇ ਨਾ ਕਿਤੇ ਤੱਤਾ ਠੰਡਾ ਹੁੰਦਾ ਰਹਿੰਦਾ ਆ। ਉਦੋਂ ਅੰਗਰੇਜ਼ ਨੇ, ਕਿਉਂਕਿ ਅੰਗਰੇਜ਼ ਨੂੰ ਇਸ ਗੱਲ ਦਾ ਪਤਾ ਸੀ ਕਿ ਜਿੰਨੀ ਦੇਰ ਸਿੱਖ ਸਾਈਕੀ ਇੱਥੇ ਕਾਇਮ ਹੈ ਉਨੀ ਦੇਰ ਤੱਕ ਅਸੀਂ ਰਾਜ ਨਹੀਂ ਕਰ ਸਕਦੇ। ਇਹ ਜਿਹਨੇ ਜੀਉ ਕਾ ਹੈ ਤਾਂ ਪਾਂਡੇ ਕਰਦਾ ਕੇ ਪਾਸ 200 ਜਦ ਕੰਡੀ ਸਰ ਵੱਟ ਵੀ ਉਹ ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਕਨਵਰਟ ਹੋ ਕੇ ਆਓ। ਸਿੱਖੀ ਤਾਂ ਇੱਕ ਐਸਾ ਫਲਸਫਾ ਵਾ ਜਿਹਨੂੰ ਅਗਲਾ ਚਾਹੁੰਦਾ ਵਾ ਤੇ ਉਸ ਰਾਹ ਤੇ ਚੱਲਦਾ। ਸ਼੍ਰੋਮਣੀ ਤਖਤ ਅਕਾਲ ਤਖਤ ਸਾਹਿਬ ਸਾਨੂੰ ਹੁਕਮਨਾਮਾ ਜਾਰੀ ਕਰਦਾ ਹੈ ਕਿ ਅਸੀਂ ਇਹ ਡੇਰਿਆਂ ਨਾਲ ਤੁਸੀਂ ਸਾਂਝ ਨਹੀਂ ਰੱਖਣੀ, ਤੇ ਆਪਾਂ ਦੇਖਦੇ ਹਾਂ ਕਿ ਉਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹਨਾਂ ਡੇਰਿਆਂ ਦੇ ਉੱਤੇ ਬਕਾਇਦਾ ਜਾਂਦੇ ਨੇ। ਕਿ ਅਕਾਲੀ ਦਲ ਇੱਕ ਰਾਜਸੀ ਪਾਰਟੀ ਆ, ਪਰ ਇਸ ਗੱਲ ਲਈ ਮੈਂ ਬਿਲਕੁਲ ਨਹੀਂ ਸਹਿਮਤ ਹੋਊਂਗਾ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਹੁਕਮਾਂ ਨੂੰ ਤੋਹੀਨ ਕਰਕੇ, ਅਣਗੌਲਿਆਂ ਕਰਕੇ, ਅਣਡਿੱਠ ਕਰਕੇ ਉਹ ਕੁਛ ਕਰੇ। ਤੁਹਾਡੇ ਨਵੇਂ ਆਗੂ ਨੇ ਸਰਬਜੀਤ ਸਿੰਘ ਝਿੰਜਰ ਹੋਣੀ, ਉਹਨਾਂ ਨੂੰ ਇੱਕ ਜੋ ਸਵਾਲ ਕੀਤਾ ਗਿਆ, ਉਹਨਾਂ ਇਸ ਮਾਮਲੇ ਦੇ ਵਿੱਚ ਇਹ ਕਿਹਾ ਕਿ ਡੇਰਾ ਸਿਰਸਾ ਨੂੰ ਮਾਫੀ ਅਕਾਲ ਤਖਤ ਨੇ ਦਿੱਤੀ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਸੀ। ਮਤਲਬ ਇਹ ਸ਼੍ਰੋਮਣੀ ਅਕਾਲੀ ਦਲ ਤਾਂ ਕਮੇਟੀ ਦਾ ਸਿਆਸੀ ਵਿੰਗ ਹੈ, ਉਹਨੇ ਕਮੇਟੀ ਦੇ ਹਿੱਤਾਂ ਦੀ ਰੱਖਿਆ ਕਰਨੀ ਸੀ। ਸ਼੍ਰੋਮਣੀ ਕਮੇਟੀ ਵਿੱਚੋਂ ਅਕਾਲੀ ਦਲ ਨਿਕਲਿਆ, ਅਕਾਲੀ ਦਾ ਇੱਕ ਵਲੰਟੀਅਰ ਫੌਜ ਸੀ। ਉਸ ਤੋਂ ਬਾਅਦ ਠੀਕ ਆ ਅਸੀਂ ਰਾਜਸੀ ਧਿਰ ਬਣ ਗਏ, ਸਾਨੂੰ ਲੋੜ ਸੀ, ਸਿੱਖਾਂ ਨੂੰ ਜ਼ਰੂਰਤ ਸੀ। ਅਸੀਂ ਤਾਂ ਬਹੁਤ ਦੇਰ ਤਾਂ ਸਿਰਫ ਇਸੇ ਗੱਲ ਲਈ ਲੜਾਈ ਲੜੀ ਆ ਨਾ, ਕਿਉਂਕਿ ਅਸੀਂ ਤਾਂ ਜੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ। ਭਾਈ ਜਸਵੰਤ ਸਿੰਘ ਖਾਲੜਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਨ, ਤੇ ਅਸੀਂ ਮਤਲਬ ਕਿ ਆਪਣੇ
ਸ਼ਖਸੀਅਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾਲੇ ਉਸ ਤੋਂ ਆਪਣੀ ਸ਼ਖਸੀਅਤ ਤੋਂ ਹੀ ਕਿਨਾਰਾ ਕਰ ਗਏ ਨੇ। ਸੰਤਾਂ ਦੀ ਸੋਚ, ਸੰਤਾਂ ਦੀ ਕਰਨੀ ਕੌਮ ਦੇ ਲਈ ਸੀ, ਮਨੁੱਖਤਾ ਦੇ ਭਲੇ ਲਈ ਸੀ, ਕਿਸੇ ਨਿੱਜੀ ਵਿਸ਼ੇਸ਼ ਵਿਅਕਤੀ ਲਈ ਨਹੀਂ ਸੀ। ਉਹ ਸੰਘਰਸ਼ ਵਿੱਚ ਕੋਈ ਵੀ ਆਇਆ ਉਹ ਮੇਰੇ ਲਈ ਸਤਿਕਾਰਯੋਗ ਆ। ਮੇਰੇ ਲਈ ਉਹ ਕਿਸੇ ਸਿਆਸੀ ਰੁਤਬੇ ਵਾਲੇ ਜਿੱਡੇ ਮਰਜ਼ੀ ਲੀਡਰ ਹੋਣ ਉਸ ਤੋਂ ਵੱਡਾ ਨਹੀਂ ਹੋ ਸਕਦਾ, ਉਸ ਤੋਂ ਛੋਟਾ ਨਹੀਂ ਹੋ ਸਕਦਾ। SOI ਦਾ ਹੀ ਇੱਕ ਲੀਡਰ ਹੈ, ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਭਾਈ ਜਸਵੰਤ ਸਿੰਘ ਖਾਲੜਾ ਨਾਲੋਂ ਪ੍ਰਕਾਸ਼ ਸਿੰਘ ਬਾਦਲ ਦੀ ਕਮਾਈ ਵੱਡੀ ਹੈ। ਮੈਂ ਜੀ ਖੁੱਲ੍ਹ ਕੇ ਇਸ ਗੱਲ ਦਾ ਵਿਰੋਧ ਕਰਦਾ। ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਹੈਗੇ, ਜੇ ਉਹਨਾਂ ਨੂੰ ਇਹ ਗੱਲ ਪੁੱਛਦੇ ਤਾਂ ਉਹਨਾਂ ਨੇ ਵੀ ਇਹ ਕਹਿਣਾ ਸੀ ਕਿ ਸਾਡੇ ਲਈ ਮਹਾਨ ਨੇ ਖਾਲੜਾ ਸਾਹਿਬ। ਜੇ ਅੱਜ ਸੁਖਬੀਰ ਸਿੰਘ ਬਾਦਲ ਆ, ਉਹਨੂੰ ਪੁੱਛੋ ਇਸ ਗੱਲ ਲਈ, ਉਹ ਵੀ ਇਹੀ ਗੱਲ ਕਹੇਗਾ। ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਖੇਤਰ ਵਿੱਚ ਬਹੁਤ ਚੰਗਾ ਕੰਮ ਕੀਤਾ। ਰਾਜਸੀ ਤੌਰ ਤੇ ਉਹਦਾ ਵਿਰੋਧ ਬਹੁਤ ਹੋ ਸਕਦਾ, ਪਰ ਜਦੋਂ ਉਹ ਇਸ ਧਰਤੀ ਤੋਂ ਗਏ ਤੇ ਉਸ ਤੋਂ ਬਾਅਦ ਇਸ ਗੱਲ ਦਾ ਸ਼ੀਸ਼ਾ ਸਪਸ਼ਟ ਹੋਇਆ, ਸਭ ਪਰਦੇ ਚੱਕੇ ਗਏ ਕਿ ਹਾਂ ਯਾਰ ਇੱਕ ਉਹ ਐਸਾ ਚੰਗਾ ਬੰਦਾ ਸੀ। ਬਿਲਕੁਲ। ਹਾਲਾਂਕਿ ਸਿਆਸੀ ਤੌਰ ਤੇ ਬਹੁਤ ਵਿਰੋਧ ਹੁੰਦੇ ਨੇ, ਪਰ ਉਹ ਚੰਗਾ ਸੀ। ਪਰ ਉਹਨੂੰ ਖਾਲੜਾ ਸਾਹਿਬ ਦੀ ਕੁਰਬਾਨੀ ਦੇ ਬਰਾਬਰ ਨਹੀਂ ਤੋਲਿਆ ਜਾ ਸਕਦਾ। ਖਾਲੜਾ ਮਹਾਨ ਹੈ। ਸਤਿ ਸ਼੍ਰੀ ਅਕਾਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੀ ਅਨਮਿਊਟ 'ਤੇ। ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਕਾਲੋਂ। ਅਤੇ ਅੱਜ ਦੀ ਜੋ ਚਰਚਾ ਆਪਾਂ ਕਰਨੀ ਹੈ ਉਹ ਇਸ ਕਰਕੇ ਜ਼ਰੂਰੀ ਬਣਦੀ ਹੈ ਕਿ ਜਦੋਂ ਪੰਥਕ ਮਸਲਿਆਂ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਅ ਆ ਰਹੇ ਨੇ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਉਹ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਹੋ ਜਾਂਦੀਆਂ, ਸ਼੍ਰੋਮਣੀ ਅਕਾਲੀ ਦਲ ਬਾਰੇ ਹੋ ਜਾਂਦੀਆਂ, ਅਤੇ ਇਹ ਸੁਭਾਵਿਕ ਹੈ ਕਿ ਉਸ ਦੇ ਉੱਤੇ ਪੂਰੀ ਦੁਨੀਆ ਦੇ ਅੰਦਰ ਕੌਮ ਦੀ ਇੱਕ ਨਜ਼ਰ ਰਹਿੰਦੀ ਹੈ ਅਤੇ ਜੋ ਕੌਮ ਤੋਂ ਬਾਹਰ ਹੈ ਉਹਨਾਂ ਦੀ ਵੀ ਨਜ਼ਰ ਰਹਿੰਦੀ ਹੈ। ਬਹੁਤ ਸਾਰੇ ਫੇਰ ਬਦਲ ਹੋ ਰਹੇ ਨੇ, ਉਸ ਦੇ ਵਿੱਚ ਪੜਚੋਲ ਵੀ ਕਰਨੀ ਹੁੰਦੀ ਹੈ, ਆਤਮ ਚਿੰਤਨ ਵੀ ਕਰਨਾ ਹੁੰਦਾ ਅਤੇ ਭਵਿੱਖ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਉਸ ਦਾ ਪਲਾਨ ਵੀ ਕਰਨਾ ਪੈਂਦਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਦੇ ਸਾਡੇ ਮਹਿਮਾਨ ਨੇ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਅਤੇ ਸਾਡੇ ਸਟੂਡੀਓ ਦੇ ਵਿੱਚ ਨੇ। ਗਰੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲਚਸਪ ਹੈ ਕਿ ਮੈਂ ਵੀ ਪੱਤਰਕਾਰ ਹਾਂ, ਪਰ ਮੈਂ ਦੇਖ ਰਿਹਾ ਸੀ ਕਿ ਪਿਛਲੇ ਦਿਨਾਂ 'ਚ ਤੁਸੀਂ ਇੱਕ ਪੱਤਰਕਾਰ 'ਤੇ ਬਾਕਾਇਦਾ ਰਿਪੋਰਟ ਕੀਤੀ, ਉਸ ਦੇ ਉੱਤੇ ਕੇਸ ਦਰਜ ਹੋਇਆ ਅਤੇ ਉਸਨੇ ਪ੍ਰਾਪਰਟੀਆਂ ਦੇ ਬਾਰੇ ਗੱਲ ਕੀਤੀ ਸੀ। ਅਤੇ ਮੈਨੂੰ ਥੋੜ੍ਹਾ ਜਿਹਾ ਇਸ ਦੇ ਵਿੱਚ ਨਾ ਬੜਾ ਕੰਟਰਾਡਿਕਸ਼ਨ ਜੀ ਲੱਗਦੀ ਆ ਕਿ ਉਹਨੇ ਇੰਡੀਵਿਜੂਅਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਉੱਤੇ ਸਵਾਲ ਖੜ੍ਹੇ ਕੀਤੇ। ਪੱਤਰਕਾਰ ਨੇ ਆਪਣੇ ਸਵਾਲ ਖੜ੍ਹੇ ਕਰ ਦਿੱਤੇ, ਉਸ ਦੇ ਬਾਰੇ ਤੁਸੀਂ ਫੌਰੀ ਐਕਸ਼ਨ ਲੈਂਦੇ ਹੋਏ ਇੱਕ ਕੇਸ ਦਰਜ ਕਰਵਾ ਦਿੱਤਾ। ਪਰ ਦੂਸਰੇ ਪਾਸੇ ਦੋ ਵੱਡੀਆਂ ਘਟਨਾਵਾਂ ਹੋਈਆਂ। ਮਤਲਬ ਇੱਕ ਤਾਂ ਕੋਈ ਲੀਡਰ ਸੀ ਜਿਹਨੇ ਇੱਥੋਂ ਤੱਕ ਕਿਹਾ ਕਿ ਅੰਬੇਦਕਰ ਸਾਹਿਬ ਕਹਿੰਦੇ ਸੀ ਵੀ ਮੈਂ ਅੰਮ੍ਰਿਤ ਨੂੰ ਲੱਤ ਮਾਰਦਾ। ਹਾਲਾਂਕਿ ਬਿਰਤਾਂਤ ਬੜਾ ਖਤਰਨਾਕ ਵੀ ਹੈ ਅਤੇ ਝੂਠਾ ਵੀ ਹੈ। ਇਸ ਦੇ ਬਾਰੇ ਇੱਕ ਪੂਰੀ ਲੰਮੀ ਲੜਾਈ ਦਹਾਕਿਆਂ ਤੱਕ ਲੜੀ ਹੈ। ਦੂਸਰਾ ਪਿਛਲੇ ਹਫ਼ਤਿਆਂ ਦੀ ਗੱਲ ਹੈ ਕਿ ਕੋਈ ਪੁਲਿਸ ਵਾਲਾ ਸੀ ਜਿਹੜਾ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਹੀ ਈਸਾਈ ਦਾ ਪ੍ਰਚਾਰ ਕਰ ਰਿਹਾ ਸੀ। ਉਹਨਾਂ ਦੋਵਾਂ ਨੂੰ ਲੈ ਕੇ ਕੋਈ ਜਿਹੜੀ ਘਟਨਾ ਸਾਡੇ ਸਾਹਮਣੇ ਆਉਂਦੀ ਨਹੀਂ ਵੀ ਤੁਸੀਂ ਕੋਈ ਐਕਸ਼ਨ ਲਿਆ ਹੋਵੇ। ਯਾਨੀ ਕਿ ਜਦੋਂ ਧਰਮ ਦੀ ਗੱਲ ਆਉਂਦੀ ਹੈ, ਵੱਡੇ ਅਕੀਦੇ ਦੀ ਗੱਲ ਆਉਂਦੀ ਹੈ, ਉਸ ਦੇ ਉੱਤੇ ਜਦੋਂ ਸਾਨੂੰ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ, ਉਸ ਮਾਮਲੇ 'ਚ ਅਸੀਂ ਪਿੱਛੇ ਰਹਿ ਜਾਂਦੇ ਹਾਂ। ਜਦੋਂ ਇੰਡੀਵਿਜੂਅਲ ਲੈਵਲ 'ਤੇ ਗੱਲ ਆਉਂਦੀ ਹੈ ਤਾਂ ਤੁਸੀਂ ਪੱਤਰਕਾਰ 'ਤੇ ਕੇਸ ਕਰਵਾ ਦਿੱਤਾ। ਦੇਖੋ ਹਰਪ੍ਰੀਤ ਜੀ, ਬੜੀ ਚੰਗੀ ਗੱਲ ਕੀਤੀ ਹੈ ਤੁਸੀਂ। ਕੁਛ ਵਿਚਾਰ ਹੁੰਦੇ ਜਾਤੀ ਦੇ, ਕੁਛ ਹੁੰਦੇ ਜਥੇਬੰਦਕ। ਮੈਂ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਕੋਈ ਵੀ ਬੰਦਾ ਮੇਰੇ 'ਤੇ ਟਿੱਪਣੀ ਕਰੇ ਜੀ ਅਤੇ ਉਹ ਮੈਨੂੰ ਸ਼ੀਸ਼ਾ ਦਿਖਾਵੇ ਅਤੇ ਮੈਂ ਉਹਦਾ ਸਵਾਗਤ ਕਰਦਾ, ਹੋਣਾ ਵੀ ਚਾਹੀਦਾ। ਕਿਉਂਕਿ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਸੁਖਾਵਾਂ ਬਣਾਉਣਾ ਚਾਹੁੰਦੇ ਹੋ ਅਤੇ ਤੁਹਾਡੇ ਵੱਲੋਂ ਹੋ ਰਹੀਆਂ ਗਲਤੀਆਂ ਕੁਤਾਹੀਆਂ ਜਦੋਂ ਤੁਸੀਂ ਸਿਸਟਮ 'ਚੋਂ ਸੁਭਾਵਿਕ ਹੈ ਤਾਂ ਸੁਭਾਵਿਕ ਆ। ਅਤੇ ਜੇ ਕੋਈ ਤੁਹਾਨੂੰ ਉਸ ਗੱਲ ਲਈ ਜਾਣੂ ਕਰਵਾਉਂਦਾ, ਉਹ ਜਾਣੂ ਕਰਵਾਉਣ ਦੀ ਭਾਸ਼ਾ ਭਾਵੇਂ ਤਿੱਖੀ ਵੀ ਕਿਉਂ ਨਾ ਹੋਵੇ, ਸਾਨੂੰ ਉਹ ਸੁਣ ਲੈਣੀ ਚਾਹੀਦੀ ਹੈ ਅਤੇ ਮੰਨ ਲੈਣੀ ਚਾਹੀਦੀ ਹੈ। ਇੱਕ ਗੱਲ। ਦੂਜੇ ਪੱਖ ਨਾਲ ਜੇ ਉਹ ਇਸ ਮੰਤਵ ਨਾਲ ਆਉਂਦਾ ਕਿ ਮੈਂ ਤੁਹਾਨੂੰ ਡੈਮੇਜ ਕਰਨਾ,
ਇੱਥੇ ਮੈਂ ਇੱਕ ਗੱਲ ਤੁਹਾਨੂੰ ਕਹਿ ਦਿਆਂ ਕਿ ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਕੋਈ ਡੈਮੇਜ ਕਰੇ, ਜੇ ਮੈਂ ਅੱਜ ਜਨਰਲ ਸੈਕਟਰੀ ਹੈਗਾ, ਸੇਵਾਦਾਰ ਹਾਂ, ਇਹ ਤੋਂ ਪਹਿਲਾਂ ਮੈਂਬਰ ਮੈਂ ਮੈਂਬਰ ਹੀ ਸਮਝਾਂ, ਤਾਂ ਉਹ ਕੋਈ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਨਹੀਂ ਇੱਕ ਵਿਅਕਤੀਗਤ ਆ। ਜਦੋਂ ਤੁਸੀਂ ਜਥੇਬੰਦੀ ਨੂੰ ਡੈਮੇਜ ਕਰਨ ਦੀ ਗੱਲ ਕਰ ਦੋਗੇ, ਮੈਂ ਇੱਥੇ ਇਕੱਲੇ ਜਿਸ ਪੱਤਰਕਾਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਇਕੱਲਾ ਉਸ ਵਿਸ਼ੇਸ਼ ਉਹਦੇ ਲਈ ਗੱਲ ਨਹੀਂ ਕਰ ਰਿਹਾ ਕਿ ਉਹ ਇੱਕ ਚੰਗੀ ਗੱਲ ਹੀ ਹੈ, ਕਿਉਂਕਿ ਉਹ ਵੀ ਜਿਹੜੀ ਜਮਾਤ ਹੋਵੇ, ਉਹ ਵੀ ਤੁਹਾਡੀ ਇੱਕ 100 ਸਾਲ ਪੁਰਾਣੀ ਇੱਕ ਜਮਾਤ ਹੋਵੇ, ਉਹਦੀ ਹੁਣ ਤਾਂ ਹੀ ਕੱਢੋ। ਅਸੀਂ ਇਹ ਗੱਲ ਦਾ ਖੁੱਲ੍ਹਾ ਚੈਲੰਜ ਕਰਦੇ ਹਾਂ ਕਿ ਤੁਹਾਨੂੰ ਕੋਈ ਗੱਲ ਲੱਗਦੀ ਆ, ਤੁਸੀਂ ਸਾਡੇ ਕੋਲ ਆਓ, ਨਾ ਵੀ ਆਓ ਸਾਨੂੰ ਦੱਸੋ, ਅਸੀਂ ਉਸ ਦੇ ਮਸਲੇ ਦੇ ਬਾਰੇ 'ਚ ਜਾਣਕਾਰੀ ਲਵਾਂਗੇ। ਕੋਈ ਸਾਰੀ 100% ਤਾਂ ਕੋਈ ਬੰਦਾ ਕਰ ਨਹੀਂ ਸਕਦਾ, ਅਸੀਂ ਜਾਣਕਾਰੀ ਲਵਾਂਗੇ, ਉਹ 'ਚ ਸੁਧਾਰ ਕਰਾਂਗੇ। ਤੁਹਾਡੀ ਲੋੜ ਪਏਗੀ, ਤੁਸੀਂ ਵੀ ਆਓ, ਕੋਈ ਵੀ ਸਾਡਾ ਹਿਸਾਬ ਕਿਤਾਬ ਆ ਉਹਨੂੰ ਕੋਈ ਵੀ ਬੰਦਾ ਚੈੱਕ ਕਰ ਸਕਦਾ। ਇਤਫਾਕਨ ਪਿਛਲੇ ਜਿਹੜੇ ਪ੍ਰਧਾਨ ਨੇ, ਮੈਂ ਕਿਸੇ ਤੇ ਟਿੱਪਣੀ ਕਿਸੇ ਨੂੰ ਬਾਹਲਾ ਉੱਚਾ ਜਾਂ ਨੀਵਾਂ ਕਰਨ ਦੀ ਗੱਲ ਨਹੀਂ ਕਰਦਾ, ਪਰ ਜੋ ਮੇਰਾ ਤਜਰਬਾ ਹੈ ਕਿ ਮੌਜੂਦਾ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਇਹਨਾਂ ਦੇ ਨਾਲ ਦਾ ਜਿਹੜਾ ਮੇਰਾ ਸਫ਼ਰ ਹੈ ਕਰੀਬ 2-3 ਸਾਲ ਤੋਂ ਇਸ ਸਿਸਟਮ ਦੇ ਵਿੱਚ, ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਲੁੱਕ ਲਪੇਟ ਨਹੀਂ ਹੈਗੀ। ਹਰ ਗੱਲ ਪਾਰਦਰਸ਼ੀ ਆ ਤੇ ਮਨ ਦੇ ਅੰਦਰ ਇੱਕ ਭਾਵਨਾ ਕਿ ਸਿਸਟਮ ਨੂੰ ਸੁਧਾਰ ਕੇ ਚੱਲਿਆ ਜਾਵੇ। ਇਹ ਗੱਲ ਠੀਕ ਆ ਕਿ ਇੱਕਦਮ ਸੁੱਚ ਔਨ ਆਫ ਨਹੀਂ ਕਰ ਸਕਦੇ। ਜਿਹੜਾ ਮਾਮਲਾ ਹੁਣ ਦਰਜ ਹੋਇਆ, ਉਹ ਮਾਮਲਾ ਸਾਡੇ ਅਧਿਕਾਰੀਆਂ ਤੇ ਕੁਝ ਟਿੱਪਣੀਆਂ ਆਈਆਂ, ਉਹ ਅਧਿਕਾਰੀਆਂ ਨੇ ਇਹਨਾਂ ਦੇ ਸਬੂਤ ਦਿੱਤੇ ਕਿ ਆਹ ਜਿਹੜਾ ਸਾਡੇ ਤੇ ਟਿੱਪਣੀ ਕੀਤੀ ਜਾ ਰਹੀ ਆ ਉਹ ਸਰਾਸਰ ਗਲਤ ਹੈ, ਨਿਰ ਆਧਾਰ ਹੈ। ਉਹਨਾਂ ਕਾਰਨਾਂ ਕਰਕੇ ਇਹ ਜਿਹੜੀ ਹੈ ਜਿਹੜੇ ਇਹ ਕੇਸ ਦਰਜ ਹੋਏ ਆ ਅਧਿਕਾਰੀਆਂ ਨੇ ਕਰਵਾਏ। ਨਹੀਂ, ਮੈਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਰਿਹਾ, ਮੈਂ ਉੱਥੇ ਆ ਰਿਹਾ, ਮੈਂ ਇਹ ਕਹਿ ਰਿਹਾ ਵਾਂ ਕਿ ਉਹ ਕਥਿਤ ਤੌਰ ਤੇ ਇਲਜ਼ਾਮ ਸਹੀ ਹੋ ਸਕਦੇ, ਗਲਤ ਹੋ ਸਕਦੇ, ਅਲੱਗੀ ਗੱਲ ਹੈ। ਪਰ ਉਸ ਤੋਂ ਵੱਡੀ ਗੱਲ ਹੋ ਰਹੀ ਹੈ ਕਿ ਕੋਈ ਬੰਦਾ ਇਹ ਪ੍ਰਚਾਰ ਕਰ ਰਿਹਾ ਵੀ ਅੰਬੇਦਕਰ ਸਾਹਿਬ ਨੇ ਕਿਹਾ ਕਿ ਮੈਂ ਅੰਮ੍ਰਿਤ ਨੂੰ ਲੱਤ ਮਾਰਦਾ, ਉੱਥੇ ਆ ਰਿਹਾ, ਜੋ ਕਿ ਝੂਠੀ ਗੱਲ। ਮੈਂ ਤਾਂ ਕਹਿਣਾ ਕਿ ਇਹ ਵੀ ਇੱਕ ਵੱਡਾ ਇਸ਼ੂ ਸੀਗਾ, ਕਿਉਂਕਿ ਇਹ ਸਾਡੇ ਅਧਿਕਾਰੀਆਂ ਤੇ ਜਦੋਂ ਇਹਨੂੰ ਕੋਈ ਕਹਿ ਲਵੇ ਮਾਣਹਾਨੀ ਜਾਂ ਕੁਝ ਵੀ ਕਹਿ ਦੇ, ਠੀਕ ਆ, ਮੇਰਾ ਥੋੜਾ ਬਹੁਤਾ ਰਾਜਨੀਤਿਕ ਪਿਛੋਕੜ ਆ, ਪਰ ਫਿਰ ਵੀ ਮੈਂ ਜਿਹੜਾ ਕੌਮ ਤੇ ਧਰਮ ਪਹਿਲਾਂ, ਰਾਜਨੀਤੀ ਬਾਅਦ 'ਚ ਹੈ। ਪਰ ਕਿਉਂਕਿ ਸਿੱਖਾਂ ਦੇ ਅੰਦਰ ਧਰਮ ਤੇ ਰਾਜਨੀਤੀ ਨੂੰ ਇਕੱਠਿਆ ਹੋ ਕੇ ਅਸੀਂ ਮੰਨਦੇ ਹਾਂ ਤੇ ਇਸ ਗੱਲ 'ਚ ਅਸੀਂ ਸਹਿਮਤ ਵੀ ਹਾਂ ਕਿ ਧਰਮ ਦੇ ਅਧੀਨ ਰਾਜਨੀਤੀ ਹੋਣੀ ਚਾਹੀਦੀ ਆ। ਇਸ ਕਰਕੇ ਇਹ ਜਿਹੜੀਆਂ ਕੋਈ ਤੁਹਾਡੇ ਤੇ ਦੂਸ਼ਣਬਾਜ਼ੀਆਂ ਜਾਂ ਹੋਰ ਆ, ਉਹ ਉਹਨਾਂ ਨੂੰ ਸਹਾਰਨ ਦਾ ਇੱਕ ਆਦਤ ਬਣੀ ਹੋਈ ਆ। ਇਹ ਆਉਂਦੀਆਂ ਰਹਿੰਦੀਆਂ, ਜਦੋਂ ਤੁਸੀਂ ਚੱਲੋਗੇ ਤੇ ਤੁਹਾਨੂੰ ਇਹੋ ਜਿਹੀਆਂ ਔਕੜਾਂ ਆਉਂਦੀਆਂ ਰਹਿਣਗੀਆਂ। ਪਰ ਜੇ ਤੁਸੀਂ ਆਪਣੇ ਕਿਰਦਾਰ 'ਚ ਸਾਫ਼ ਹੋ ਤੇ ਮੈਨੂੰ ਲੱਗਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤਰ ਵੀ ਸਮਾਂ ਦਿੰਦਾ ਤੇ ਉਹ ਬਹੁਤ ਚੰਗਾ ਜਵਾਬ ਦਿੰਦਾ ਤੇ ਲੋਕਾਂ ਨੂੰ ਇਸ ਗੱਲ ਦਾ ਸਪਸ਼ਟ ਹੋ ਜਾਂਦਾ। ਜਿਹੜੀ ਤੁਸੀਂ ਗੱਲ ਕਹੀ ਆ ਕਿ ਜਿਹੜਾ ਅੰਬੇਦਕਰ ਸਾਹਿਬ ਦੇ ਬਾਰੇ ਜਿਹੜੀ ਗੱਲ ਹੋਈ ਆ, ਉਸ ਗੱਲ ਦਾ ਪਹਿਲਾ ਪ੍ਰਤੀਕਰਮ ਮੈਨੂੰ ਲੱਗਦਾ ਸ਼ਾਇਦ ਹੋਰ ਕਿਸੇ ਨੇ ਨਹੀਂ ਦਿੱਤਾ। ਸਭ ਤੋਂ ਪਹਿਲਾ ਪ੍ਰਤੀਕਰਮ ਅਸੀਂ ਹੀ ਦਿੱਤਾ, ਮੈਂ ਹੀ ਦਿੱਤਾ, ਤੇ ਉਹ ਅਸੀਂ ਆਪਣੇ ਜਿਹੜਾ YouTube ਦੇ ਜਿਹੜਾ ਸਾਡਾ Facebook ਚੈਨਲ ਆ ਉਹਦੇ ਤੇ ਪਾ ਕੇ ਦਿੱਤਾ। ਤੇ ਉਹਦੇ ਖਿਲਾਫ ਅਸੀਂ ਸਾਡਾ ਜਿਹੜਾ ਇਤਿਹਾਸ ਰਿਸਰਚ ਬੋਰਡ ਆ, ਉਹਨਾਂ ਨੂੰ ਇਹ ਗੱਲ ਕਹਿਤੀ ਆ ਕਿ ਉਹਦੇ ਬਾਰੇ 'ਚ ਤੱਥ ਇਕੱਠੇ ਕਰਕੇ ਅਸੀਂ ਉਹਦੇ ਖਿਲਾਫ ਕੇਸ ਕਰਾਂਗੇ। ਇੱਕ ਗੱਲ ਗਰੇਵਾਲ ਸਾਹਿਬ, ਮਤਲਬ ਪ੍ਰਤੀਕਰਮ ਤਾਂ ਤੁਸੀਂ ਇਸ ਤੇ ਵੀ ਦੇ ਸਕਦੇ ਸੀ। ਨਹੀਂ ਪ੍ਰਤੀਕਰਮ ਦਾ ਕੇਸ ਪਾਇਆ ਨਾ, ਪ੍ਰਤੀਕਰਮ ਹੀ ਹੋਣਾ ਜੀ। ਹੁਣ ਜਿਹੜਾ ਕੋਈ ਅਧਿਕਾਰੀ ਆ, ਜੇ ਉਸ ਅਧਿਕਾਰੀ ਨੇ ਮੰਨਿਆ ਵੀ ਸ਼੍ਰੋਮਣੀ ਕਮੇਟੀ ਦਾ ਤਾਂ ਮੁੱਦਾ ਨਹੀਂ ਹੈਗਾ, ਉਹ ਅਧਿਕਾਰੀ ਦਾ ਮੁੱਦਾ ਹੈ, ਉਹ ਕਹਿੰਦਾ ਇੱਕ ਮੈਨੇਜਰ ਕਹਿੰਦਾ ਮੇਰੇ ਖਿਲਾਫ ਆਹ ਗੱਲ ਕੀਤੀ, ਦੂਜਾ ਕਹਿੰਦਾ ਮੇਰੇ ਖਿਲਾਫ ਗੱਲ ਕੀਤੀ, ਉਹਨਾਂ ਨੇ ਇਹ ਗੱਲ ਕੀਤੀ ਆ, ਕੋਈ ਇਹਦੇ 'ਚ ਕਹੀਏ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਏਜੰਡਾ ਬਣਾ ਕੇ ਤੇ ਇਸ ਦੇ ਖਿਲਾਫ ਲੜਾਈ ਲੜ ਰਹੀ ਹੈ, ਅਧਿਕਾਰੀਆਂ ਨੇ ਕੀਤਾ ਵਾ, ਠੀਕ ਆ, ਅਧਿਕਾਰੀ ਸਾਡੇ ਨੇ ਤੇ ਉਸ ਗੱਲ ਦਾ ਜਿਹੜਾ ਕੋਰਟ ਦੇ ਵਿੱਚ ਫੈਸਲਾ ਹੋ ਜਾਏਗਾ, ਵੱਖਰੀ ਗੱਲ ਕਰਦਾ। ਇਹ ਜਿਹੜਾ ਮਾਮਲਾ, ਕਿਉਂਕਿ ਇਹ ਕੁਛ ਇਹਦੇ ਤੱਥ ਜਿਹੜੇ ਆ ਉਹਨਾਂ ਨੂੰ ਇਕੱਤਰ ਕਰਨਾ ਬੜਾ ਜ਼ਰੂਰੀ ਆ, ਪਰ ਇਹਨੂੰ ਉਹ ਟੋਟਲੀ ਉਦੋਂ ਹੀ ਕੰਡੈਮ ਕਰ ਦਿੱਤਾ। ਹੁਣ ਜਦੋਂ ਕੇਸ ਦੀ ਤੁਸੀਂ ਗੱਲ ਕਰਦੇ ਹੋ, ਕੇਸ ਦੇ ਵਿੱਚ ਹੁਣ ਤੁਸੀਂ ਦੇਖੋ ਕਿ ਯਾਰੀਆਂ ਫਿਲਮ ਦਾ ਮਸਲਾ ਆਇਆ, ਪਿਛਲੇ ਬੜੇ ਵਾਰੀ ਮਸਲੇ ਆਉਂਦੇ ਆ, ਹਰ ਚੀਜ਼ ਦੀ ਇੱਕ ਹੱਦ ਹੁੰਦੀ ਆ। ਐਤਕੀ ਜਦੋਂ ਇਹ ਗੱਲ ਆਈ ਆ, ਸਾਨੂੰ ਦਿਖਾਈ ਦਿੱਤਾ ਕਿ ਸ਼ਰੇਆਮ ਟ੍ਰੇਲਰ ਦੇ ਵਿੱਚ ਉਹਨਾਂ ਨੇ ਸ੍ਰੀ ਸਾਹਿਬ ਪਹਿਨਾ ਕੇ ਵਿਵਾਦ ਖੜਾ ਕਰਾਇਆ ਵੀ ਸਾਡੀ ਜਿਹੜੀ ਫਿਲਮ ਦਾ ਉਹ ਪ੍ਰਮੋਸ਼ਨ ਹੋਵੇ, ਠੀਕ ਹੈ ਨਾ। ਇਹ ਤੋਂ ਪਹਿਲਾਂ ਕਿਹੜਾ ਉਹ ਗਦਰ 2 ਦੀ ਆਈ ਸੀਗੀ ਗੱਲ, ਗੁਰਦੁਆਰੇ ਦੇ ਵਿੱਚ ਆ ਗਿਆ, ਫਲਾਣਾ ਆ ਗਿਆ, ਅਸੀਂ ਉਹਨੂੰ ਰੈਕਟ ਕੀਤਾ, ਚਲੋ ਇੱਕ ਟਵੀਟ ਆ ਗਏ। ਐਤਕੀ ਅਸੀਂ ਇਹ ਗੱਲ ਮੰਨੀ ਕਿ ਉਹਨਾਂ ਨੇ ਸਾਡੇ ਕੋਲ ਅਪਰੋਚ ਕੀਤੀ, ਟੀ ਸੀਰੀਜ਼ ਨੇ ਅਪਰੋਚ ਕੀਤੀ, ਉਹ ਫਿਲਮ ਦੇ ਡਾਇਰੈਕਟਰ ਜਾਂ ਪ੍ਰੋਡਿਊਸਰ ਉਹਨਾਂ ਨੇ ਅਪਰੋਚ ਕੀਤੀ ਕਿ ਜੀ ਇਹ ਸ੍ਰੀ ਸਾਹਿਬ ਨਹੀਂ ਹੈਗੀ, ਇਹ ਤਾਂ ਅਸੀਂ ਫਲਾਨਾ ਵਾ, ਹੋਰ ਆ, ਧਰਮ ਨਾਲ ਸੰਬੰਧਿਤ ਆ। ਅਸੀਂ ਆਖਿਆ ਕਿ ਇਹ ਜਿਹੜਾ ਇਹ ਰੁਝਾਨ ਹੈ, ਇਸ ਰੁਝਾਨ ਨੂੰ ਠੱਲ ਪਾਉਣੀ ਪਏਗੀ। ਉਹਨਾਂ ਤੇ 295A ਦਾ ਪਰਚਾ ਦਰਜ ਕੀਤਾ। ਪੁਲਿਸ ਜਿਹੜੀ ਹੈ, ਜੋ ਅਨਓਫੀਸ਼ੀਅਲ ਮੈਂ ਕਹਿ ਸਕਦਾ ਕਿ ਜੋ ਮੈਨੂੰ ਜਾਣਕਾਰੀ ਮਿਲੀ ਆ, ਪੁਲਿਸ ਉਹਨਾਂ ਦੇ ਬੰਬੇ ਹੈੱਡਕੁਆਟਰ 'ਚ ਗਈ ਆ, ਉਹਨਾਂ ਦੇ ਮਾਫੀਨਾਮੇ ਪਹੁੰਚ ਵੀ ਚੁੱਕੇ ਨੇ, ਬਹੁਤ ਕੁਝ ਹੋ ਗਿਆ। ਪਰ ਅਸੀਂ ਇਸ ਵਾਰੀ ਇਹ ਚਾਹੁੰਦੇ ਹਾਂ
ਕਿ ਇਹ ਰੁਝਾਨ ਨਾ ਬਣੇ। ਇਸ ਨੂੰ ਜੇ ਅਸੀਂ ਇਸ ਗੱਲ ਨੂੰ ਹੁਣ ਟਵੀਟ ਤਾਂ ਆ ਗਏ ਸੀ, ਸਾਡੇ ਤੱਕ ਪਹੁੰਚ ਵੀ ਕੀਤੀ, ਅਸੀਂ ਆਖਿਆ ਵੀ ਇਹ ਗੱਲ ਨੂੰ ਨਹੀਂ ਬਰਦਾਸ਼ਤ ਕੀਤਾ ਜਾਂਦਾ, ਕਿ ਅਸੀਂ ਤਾਂ ਚੈਲੰਜ ਕੀਤਾ ਕਿ ਇਕੱਲਾ ਸਿੱਖ ਧਰਮ ਹੀ ਨਹੀਂ, ਕਿਸੇ ਵੀ ਧਰਮ ਦੇ ਖਿਲਾਫ ਕੋਈ ਟਿੱਪਣੀ ਕਰਕੇ ਆਪਣਾ ਵਪਾਰ ਚਲਾਵੇ, ਤੇ ਮੈਨੂੰ ਨਹੀਂ ਲੱਗਦਾ ਕਿ ਇਸ ਦੇਸ਼ ਦਾ ਜਿਹੜਾ ਧਰਮ ਦੀ ਸੰਸਕ੍ਰਿਤੀ ਦੇ ਤੌਰ ਤੇ ਵੱਧ ਜਾਣਾ ਜਾਂਦਾ, ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਇਜਾਜ਼ਤ ਹੋਵੇ। ਇਸ ਦੇ ਬਾਰੇ 'ਚ ਮੈਂ ਕੀ ਨਾ ਸਵਾਗਤ ਕੀਤਾ। ਆਰਪੀ ਸਿੰਘ ਬੀਜੇਪੀ ਦੇ ਲੀਡਰ ਨੇ ਕਿਹਾ, ਸਰਸੇ ਨੇ ਇਹ ਗੱਲ ਕਹੀ ਆ ਕਿ ਇਹਦੇ ਖਿਲਾਫ ਹੋਣੀ ਚਾਹੀਦੀ ਆ। ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਕਹੀ, ਹੋਰਾਂ ਨੇ ਵੀ ਕਹੀ ਵੀ ਇਹ ਗਲਤ ਗੱਲ ਆ। ਤੇ ਅਸੀਂ ਆਖਿਆ ਵੀ ਜਿਹੜੇ ਆਗੂ ਸੀ ਬੀਜੇਪੀ ਦੇ, ਅਸੀਂ ਕਿਹਾ ਵੀ ਤੁਸੀਂ ਸੱਤਾ 'ਚ ਬੈਠੇ ਹੋ, ਤੁਸੀਂ ਇਹਦਾ ਨਿਬੇੜਾ ਕਿਉਂ ਨਹੀਂ ਕਰਦੇ? ਕਿਉਂ ਕੱਲ ਨੂੰ ਕਿਸੇ ਹਿੰਦੂ ਧਰਮ ਦੇ ਦੇਵੀ ਦੇਵਤੇ ਦੇ ਖਿਲਾਫ ਟਿੱਪਣੀ ਆ ਕੇ ਫਿਲਮ ਦਾ ਪ੍ਰਮੋਸ਼ਨ ਕਰੇ? ਇਹ ਗੱਲ ਬਰਦਾਸ਼ਤ ਨਹੀਂ ਹੋਣੀ ਚਾਹੀਦੀ। ਜਿੱਥੇ ਕੋਈ ਫੈਸਲਾ ਕੁਨ ਗੱਲ ਆਉਂਦੀ ਆ, ਜਿਹੜੀ ਉਹ ਗੱਲ ਕਹੀ ਅੰਮ੍ਰਿਤ ਬਾਰੇ, ਉਸ ਦੇ ਬਾਰੇ 'ਚ ਅਸੀਂ ਠੋਸ ਕਰਾਂਗੇ, ਸਬੂਤਾਂ ਸਹਿਤ ਕਰਦੇ ਹਾਂ ਕਿ ਇਹ ਜਿਹੜੀ ਆਹ ਗੱਲ ਸੀ, ਤੁਹਾਡੇ ਸਾਹਮਣੇ ਇੱਕ ਪਰਚਾ ਦਰਜ ਹੋ ਗਿਆ। ਮਾਫੀਆਂ ਜਿੰਨੀਆਂ ਮਰਜ਼ੀ ਮੰਗੀ ਜਾਣ, ਪਰ ਫਿਰ ਵੀ ਇਹ ਕੋਈ ਨਾ ਕੋਈ ਗੱਲ ਨਿਬੇੜ ਕੇ ਇਹ ਗੱਲ ਕਰਾਂਗੇ, ਤਾਂ ਕਿ ਗਾਂ ਨੂੰ ਸਹੇ ਦੀ ਜਿਹੜੀ ਆ ਪਹੇ ਦੀ ਨਾ ਰਹੇ। ਤੁਸੀਂ ਯਾਰੀਆਂ ਦੀ ਗੱਲ ਕੀਤੀ, ਆਪਾਂ ਇਸ ਗੱਲ ਨੂੰ ਵੀ ਪਹਿਲਾਂ ਕਰ ਲੈਂਦੇ ਆ। ਇਹ ਵੀ ਬੜਾ ਗੰਭੀਰ ਮਸਲਾ ਆ, ਕਿਉਂਕਿ ਇਸ ਦੌਰ ਦੇ ਅੰਦਰ ਸਿਨੇਮਾ ਬਣਨਾ ਆ। ਸਿਨੇਮਾ ਦੇ ਅੰਦਰ ਵੱਖ-ਵੱਖ ਸਬਜੈਕਟ ਹੈ, ਉਹਨਾਂ ਸਬਜੈਕਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਬਹਿਸਾਂ ਚੱਲਦੀਆਂ। ਸਿਨੇਮਾ ਬਣਨਾ ਚਾਹੀਦਾ ਹੈ ਜਾਂ ਨਹੀਂ ਬਣਨਾ ਚਾਹੀਦਾ, ਸਿਨੇਮਾ ਕਿਸ ਹੱਦ ਤੱਕ ਬਣਨਾ ਚਾਹੀਦਾ, ਸਿੱਖ ਸੱਭਿਆਚਾਰ ਜਾਂ ਸਿੱਖ ਕਿਰਦਾਰਾਂ ਦੀ ਕਿਹੜੀ ਕਹਾਣੀ ਜਾਂ ਕਿਸ ਹੱਦ ਤੱਕ ਕਹਾਣੀ ਦਿਖਾਉਣੀ ਚਾਹੀਦੀ ਆ। ਪਰ ਨਾਨਕ ਸ਼ਾਹ ਫਕੀਰ ਤੋਂ ਇਹ ਗੱਲ ਤੁਰੀ 2015 ਦੇ ਵਿੱਚ, ਉਸ ਤੋਂ ਪਹਿਲਾਂ ਦੀ ਵੀ ਤੁਰਦੀ ਆਈ ਆ। ਨਾਨਕ ਸ਼ਾਹ ਫਕੀਰ ਤੋਂ ਬਾਅਦ ਗਦਰ ਤੱਕ ਆ ਜਾਂਦੀ ਹੈ, ਯਾਰੀਆਂ ਤੱਕ ਆ ਜਾਂਦੀ, ਵਿੱਚ ਹੀ ਇੱਕ ਨੈਟਫਲਿਕਸ ਦੀ ਹੋਰ ਸੀਰੀਜ਼ ਸੀ ਆਈ ਥਿੰਕ, ਜਾਂ ਪ੍ਰਾਈਮ ਦੀ ਜ਼ਿੰਦਗੀ, ਉਸ ਦੇ ਵਿੱਚ ਵੀ ਉਹ ਗੁਰਦੁਆਰੇ ਦੇ ਅੰਦਰ ਹੀ ਮੁੰਡੇ ਤੇ ਕੁੜੀ ਦਾ ਜਿਹੜਾ ਪਿਆਰ ਹੈ ਪ੍ਰਵਾਨ ਚੜ੍ਹਦਾ ਦਿਖਾ ਰਹੇ ਨੇ। ਮਤਲਬ ਇਹ ਸਾਰੀਆਂ ਗੱਲਾਂ ਤੁਹਾਡੇ ਤੱਕ ਆਉਂਦੀਆਂ, ਤੁਸੀਂ ਯਾਰੀਆਂ ਦੇ ਵਿੱਚ ਕੇਸ ਪਵਾਇਆ, ਜਾਂ ਜਦੋਂ ਵੀ ਕੋਈ ਮਸਲਾ ਹੁੰਦਾ ਉਦੋਂ ਅਸੀਂ ਕੇਸ ਤੇ ਪਵਾ ਦਿੰਦੇ ਹਾਂ, ਪਰ ਇਹਦਾ ਕੋਈ ਬਲੂ ਪ੍ਰਿੰਟ ਹੈ ਜਾਂ ਬਣਿਆ ਆ? ਇਸ ਦੇ ਉੱਤੇ ਤੁਸੀਂ ਕੋਈ ਗੱਲ ਕੀਤੀ ਹੈ? ਕਿਉਂਕਿ 2015 ਤੋਂ ਲੈ ਕੇ 2023 ਦੇ ਵਿੱਚ ਆਪਾਂ ਬੈਠ ਕੇ ਅੱਜ ਸਟੂਡੀਓ 'ਚ ਗੱਲ ਕਰ ਰਹੇ ਹਾਂ, ਪਿਛਲੇ 8 ਸਾਲਾਂ ਦੇ ਅੰਦਰ, ਉਸ ਤੋਂ ਪਹਿਲਾਂ ਜਾਂ ਅੱਗੇ, ਮਤਲਬ ਇਹ ਮਸਲੇ ਤਾਂ ਵਾਰ-ਵਾਰ ਆਉਂਦੇ ਰਹਿਣਗੇ। ਇਸ ਦੇ ਬਾਰੇ ਕੋਈ ਬਲੂ ਪ੍ਰਿੰਟ ਕੀ ਹੈ ਆਪਣਾ? ਦੇਖੋ, ਇੱਕ ਗੱਲ ਹਰਪ੍ਰੀਤ ਸਿੰਘ ਜੀ, ਥੋੜ੍ਹਾ ਜਿਹਾ ਦੁਖਾਂਤ ਆ ਸਾਡੇ ਕਿ ਅਸੀਂ ਕੋਈ ਵੀ ਮਸਲਾ ਆ ਜਾਂਦਾ, ਉਸ ਮਸਲੇ ਨੂੰ ਪਹਿਲਾਂ ਉਛਾਲਦੇ ਹਾਂ, ਉਛਾਲਣ ਤੋਂ ਬਾਅਦ ਫਿਰ ਉਹਨੂੰ ਅਸੀਂ ਇਕੱਠਾ ਕਰਨ ਦੀ ਗੱਲ ਕਰਦੇ ਹਾਂ, ਤੇ ਜਿਹੜਾ ਕਿ ਉਸ ਤਰ੍ਹਾਂ ਉਹ ਕਨਕਲੂਡ ਨਹੀਂ ਹੁੰਦਾ ਜੀ, ਜਿਹੜਾ ਕਿ ਬੜਾ ਇੱਕ ਗੰਭੀਰ ਮੁੱਦਾ ਹੈ। ਮੈਂ ਜਾਤੀ ਤੌਰ ਤੇ ਇਹ ਗੱਲ ਸਮਝਦਾ ਹਾਂ ਕਿ ਜਿਹੜਾ ਸਿਨੇਮਾ ਆਉਣਾ ਹੈ, ਉਸ ਸਿਨੇਮੇ ਨੂੰ ਲਿਆਉਣਾ ਜ਼ਰੂਰੀ ਹੈ। ਅੱਜ ਦੀ ਨੌਜਵਾਨ ਪੀੜ੍ਹੀ, ਭਾਵੇਂ ਸਾਡੀ ਹੀ ਕਿਉਂ ਨਾ ਹੋਵੇ, ਬਾਹਰ ਬੈਠੇ ਬੱਚੇ ਆ, ਹੋਰ ਆ, ਤੁਸੀਂ ਵੀ ਸ਼ਾਰਟ ਫਿਲਮਸ ਬਣਾਉਂਦੇ ਹੋ, ਚੰਗੀਆਂ ਸੀ, ਜਿਹੜੀਆਂ ਇਤਿਹਾਸ ਨਾਲ ਸੰਬੰਧਿਤ ਸੀ, ਉਹਨਾਂ ਦਾ ਚੰਗਾ ਅਸਰ ਹੁੰਦਾ। ਇਹ ਸਾਨੂੰ ਇਹਦੇ ਵਾਸਤੇ ਫੈਸਲਾ ਕਰਨਾ ਚਾਹੀਦਾ, ਕੋਈ ਸ਼ੱਕ ਨਹੀਂ। ਮੈਂ ਕਾਫੀ ਵਾਰੀ ਐਫਰਟਸ ਕੀਤੀ ਆ ਕਿ ਅਕਾਲ ਤਖਤ ਸਾਹਿਬ, ਕਿਉਂਕਿ ਕੋਈ ਵੀ ਧਾਰਮਿਕ ਫੈਸਲਾ ਜਿਹੜਾ ਇਸ ਸੰਬੰਧਿਤ ਗੁਰੂ ਸਾਹਿਬਾਨ ਨਾਲ ਸੰਬੰਧਿਤ, ਗੁਰੂ ਕਹਿੰਦੇ ਹੁੰਦੇ ਆ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ, ਜਿਹੜੇ ਸਾਡੇ ਪ੍ਰਮੁੱਖ ਸ਼ਹੀਦ ਨੇ ਉਹਨਾਂ ਨਾਲ ਸੰਬੰਧਿਤ, ਇਹ ਸਾਡਾ ਜਿਹੜੀ ਹਾਇਰ ਅਥਾਰਟੀ ਆ ਅਕਾਲ ਤਖਤ ਦੀ ਇਜਾਜ਼ਤ ਤੋਂ ਬਗੈਰ ਅਸੀਂ ਨਹੀਂ ਕਰ ਸਕਦੇ। ਸ਼੍ਰੋਮਣੀ ਕਮੇਟੀ ਉਹਨੂੰ ਲਾਗੂ ਕਰ ਸਕਦੀ ਆ, ਪਰ ਇਹ ਫੈਸਲਾ ਨਹੀਂ ਕਰ ਸਕਦੀ। ਸੋ ਅਸੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਮੋਹਾਲੀ ਦੀ ਜਿਹੜੀ ਇੱਕ ਜਿਹੜੀ ਪੂਰੇ ਜਿਹੜੇ ਸਿੱਖੀ ਸਰੂਪ ਵਾਲੀ ਤੁਹਾਡੀ ਅੰਮ੍ਰਿਤਪਾਲ ਬਿੱਲਾ ਵਗੈਰਾ, ਇਹ ਸਾਰੇ ਜਿਹੜੇ ਆ, ਇਹ ਮਿਲੇ ਵੀ ਸੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ, ਵੀ ਇਹਦੇ ਵਾਸਤੇ ਕੋਈ ਨਾ ਕੋਈ ਬਲੂ ਪ੍ਰਿੰਟ ਤਿਆਰ ਕੀਤਾ ਜਾਵੇ, ਤਾਂ ਕਿ ਫਿਲਮ ਬਣ ਜਾਂਦੀ ਆ, ਕਰੋੜਾਂ ਰੁਪਏ ਲੱਗ ਜਾਂਦੇ ਨੇ, ਉਹ ਜਦ ਬੈਨ ਹੋ ਜਾਂਦੀ ਹੈ। ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰ ਦੇਵਾਂ, ਜਿਵੇਂ ਨਾਨਕ ਸ਼ਾਹ ਫਕੀਰ ਆ, ਉਹਦੇ ਕ੍ਰੈਡਿਟ ਦੇ ਵਿੱਚ ਬਕਾਇਦਾ ਉਹਨਾਂ ਨੇ ਹਾਰਡਲੀ ਥੈਂਕਸ ਟੂ SGPC ਕੀਤਾ। ਮਤਲਬ ਫਿਲਮਾਂ ਵਾਲੇ ਜੇ ਉਸ ਦੇ ਵਿੱਚ ਕ੍ਰੈਡਿਟ ਦੇ ਵਿੱਚ ਦਿੰਦੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਇਹਦਾ ਮਤਲਬ ਹੈ ਵੀ ਇੱਕ ਇਨਵੋਲਵਮੈਂਟ ਹੈ, ਸਹਿਮਤੀ ਲਈ ਗਈ ਹੈ, ਯਾਨੀ ਕਿ ਉਹ ਸਹਿਮਤੀ ਵੀ ਜੇ ਹੋ ਰਹੀ ਹੈ ਤੇ ਉਹ ਉਸ ਦੇ ਸਾਡੇ ਕੋਲ ਕੀ ਰੂਲ ਹੈ? ਦੇਖੋ, ਇੱਕ ਗੱਲ ਤਾਂ ਸਾਨੂੰ ਮੰਨਣੀ ਪਏਗੀ ਨਾ ਕਿ ਮੈਂ ਕਿਸੇ ਧਰਮ ਜਾਂ ਮਤ ਦੀ ਕੋਈ ਤੋਹੀਨ ਨਹੀਂ ਕਰਦਾ, ਆਪੋ ਆਪਣਾ ਨਜ਼ਰੀਆ ਹੁੰਦਾ। ਹੁਣ ਤੁਸੀਂ ਦੇਖੋ ਕਿ ਇਹ ਜਿਹੜੇ ਕੋਈ ਰਾਮਲੀਲਾ ਹੁੰਦੀ ਆ, ਉਹਦੇ ਕਿਰਦਾਰ ਆਮ ਲੋਕ ਹੁੰਦੇ ਨੇ, ਉਹ ਆਮ ਲੋਕਾਂ ਦੇ ਵਿੱਚ, ਮਾਫ ਕਰਨਾ ਤੁਹਾਡੇ ਦਰਸ਼ਕ ਇਸ ਗੱਲ ਲਈ ਕਦੇ ਨਾ ਕਰਨ ਕਿ ਕਈ ਵਾਰੀ ਉਹ ਦਿਖਾਉਂਦੇ ਆ ਕਿ ਉਹ ਮੋਟਰਸਾਈਕਲ ਤੇ ਬੈਠੇ, ਰਾਮ ਵੀ ਬੈਠਾ, ਰਾਵਣ ਵੀ ਬੈਠਾ, ਉਹ ਸਿਗਰਟ ਪੀ ਜਾਂਦਾ, ਕੋਈ ਸ਼ਰਾਬ ਪੀ ਜਾਂਦਾ। ਇਸ ਗੱਲ ਨੂੰ ਸਿੱਖ ਹੈ ਆਪਣੇ ਗੁਰੂ ਦੇ ਪ੍ਰਤੀ ਆਸਥਾ ਏਡੀ ਪਵਿੱਤਰ ਹੈ ਕਿ ਉਹ ਇਸ ਗੱਲ ਤੇ ਸਮਝੌਤਾ ਨਹੀਂ ਕਰਦਾ, ਜਿਵੇਂ ਮੁਸਲਮਾਨ ਵੀ ਨਹੀਂ ਕਰਦੇ ਜੀ। ਇਸ ਕਰਕੇ ਇਹ ਗੱਲ ਤਾਂ ਸਾਨੂੰ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਮੁਕਾਬਲਤਨ ਜਾਂ ਉਹਨਾਂ ਦੀ ਬਰਾਬਰੀ ਜਾਂ ਕਿਸੇ ਹੋਰ ਐਸੀ ਗੱਲ ਜਿਹੜੀ ਆ
ਉਹ ਅਸੀਂ ਬਰਦਾਸ਼ਤ ਨਹੀਂ ਕਰਦੇ। ਠੀਕ ਹੈ ਕਿ ਹੁਣ ਐਨੀਮੇਸ਼ਨਾਂ ਦਾ ਯੁੱਗ ਆ ਗਿਆ, ਜੀ। ਉਹ ਐਨੀਮੇਸ਼ਨ ਨੂੰ ਅਸੀਂ ਪ੍ਰਵਾਨ ਕਰਨਾ, ਕਿੱਥੋਂ ਤੱਕ ਕਰਨਾ, ਕੀ ਤਸਵੀਰ ਕਰਨੀ ਆ, ਇਹ ਚੀਜ਼ਾਂ ਜਿਹੜੀਆਂ ਸਾਨੂੰ ਫੈਸਲਾ ਕਰਨਾ ਚਾਹੀਦਾ, ਕੋਈ ਸ਼ੱਕ ਨਹੀਂ। ਇਹ ਚੀਜ਼ ਦੇ ਵਿੱਚ ਅਸੀਂ ਪਿੱਛੇ ਰਹਿ ਰਹੇ ਹਾਂ ਕਿਉਂਕਿ ਇਹ ਜਿਹੜਾ ਸੋਸ਼ਲ ਮੀਡੀਆ ਵਾ, ਸੋਸ਼ਲ ਮੀਡੀਆ ਤੇ ਜਿੰਨੀ ਦੇਰ ਤੱਕ ਅਸੀਂ ਅੱਜ ਕੱਲ੍ਹ ਕੋਈ ਪੜ੍ਹਦਾ ਨਹੀਂ ਹੈਗਾ, ਸੁਣਦਾ ਵਾ ਤੇ ਸੁਣਨ ਤੋਂ ਜ਼ਿਆਦਾ ਦੇਖਦਾ ਵਾ, ਉਹ ਭਾਵੇਂ ਕੋਈ ਵੀ ਆ, ਭਾਵੇਂ ਬਗਾਨਾ ਵਾ ਜਾਂ ਕੁਛ ਹੋਰ ਆ। ਹੁਣ ਤੁਸੀਂ ਦੇਖੋ ਕਿ ਜਿਹੜਾ ਆਪਣਾ ਅਨੰਦਪੁਰ ਸਾਹਿਬ ਆ, ਜਿਹੜਾ ਵਿਰਾਸਤ-ਏ ਖਾਲਸਾ, ਉਹ ਇੱਕ ਐਸਾ ਈਵੈਂਟ ਬਣਿਆ ਕਿ ਕੋਈ ਵੀ ਅੰਗਰੇਜ਼ ਜਿਹੜਾ ਵਾ, ਮੈਂ ਦੇਖਦਾ ਹੁੰਦਾ ਕਿ ਮੇਰੇ ਨਾਲ ਸੰਬੰਧਿਤ ਕੋਈ ਬੱਚੇ ਬਾਹਰ ਦੇ ਆ ਗਏ ਜਾਂ ਕੋਈ ਵਿਦੇਸ਼ੀ ਆ ਗਏ, ਉਹਨਾਂ ਨੂੰ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਸਿੱਖੀ ਕਨਸੈਪਟ ਕੀ ਆ, ਤਾਂ ਉਹਨਾਂ ਨੂੰ ਵਿਰਾਸਤ-ਏ ਖਾਲਸਾ ਲੈ ਜਾਈਦਾ। ਉੱਥੇ ਟੈਕਨੋਲੋਜੀ ਆ, ਹਰ ਚੀਜ਼ ਤਸਵੀਰਾਂ ਰਾਹੀਆਂ, 1 ਘੰਟੇ ਦੇ ਅੰਦਰ ਉਹਨੂੰ ਜਿਹੜੀ ਸਿੱਖੀ ਦੀ ਜਿਹੜਾ ਕਨਸੈਪਟ ਆ ਉਹ ਕਲੀਅਰ ਹੋ ਜਾਂਦਾ। ਤਾਂ ਇਹ ਗੱਲਾਂ ਜ਼ਰੂਰੀ ਨੇ ਜੀ, ਠੀਕ ਹੈ ਨਾ। ਇਸ ਕਰਕੇ ਇਹਦੇ ਲਈ ਮੈਂ ਜਾਤੀ ਤੌਰ ਤੇ, ਭਾਵੇਂ ਮੈਂ ਮਤਲਬ ਸ਼੍ਰੋਮਣੀ ਕਮੇਟੀ ਦੇ ਇੱਕ ਅਹੁਦੇ ਤੇ ਸੇਵਾਦਾਰੀ ਦੇ ਤੌਰ ਤੇ ਬੈਠਾ, ਮੈਂ ਇਹਦੇ ਲਈ ਬਹੁਤ ਜ਼ਿਆਦਾ ਫਿਕਰਮੰਦ ਵੀ ਹਾਂ ਤੇ ਮੈਂ ਚਾਹੁੰਦਾ ਕਿ ਇਹ ਜਲਦੀ ਤੋਂ ਜਲਦੀ ਇਹਦਾ ਇੱਕ ਬਲੂਪ੍ਰਿੰਟ ਜਿਹੜਾ ਵਾ ਸਥਾਪਿਤ ਕੀਤਾ ਜਾਵੇ ਤਾਂ ਕਿ ਰਸਤਾ ਮਿਲੇ। ਹੁਣ ਕੋਈ ਇਸ ਫੀਲਡ 'ਚ ਆ ਕੇ ਰਾਜੀ ਨਹੀਂ, ਉਹ ਡਰਦਾ ਇਸ ਗੱਲ ਤੋਂ ਕਿ ਆਹ ਨਾ ਹੋ ਜੇ। ਇਹ ਜਿਹੜਾ ਆਹ ਵਿਵਾਦ ਆ, ਇਹ ਵਿਵਾਦ ਤੇ ਇੱਕ ਦੂਸਰੇ ਨਾਨਕ ਸ਼ਾਹ ਫਕੀਰ ਵਾਲੇ ਵਿਵਾਦ ਦਾ ਜ਼ਮੀਨ ਸਮਾਨ ਦਾ ਫਰਕ ਹੈ। ਇਹ ਵਿਵਾਦ ਜਾਣ ਕੇ ਪੈਦਾ ਕੀਤਾ ਜਾਂਦਾ, ਉਹ ਜਿਹੜਾ ਮਸਲਾ ਵਾ ਉਹ ਸਥਾਪਿਤ ਹੋ ਜਾਂਦੇ ਆ ਤੇ ਪਰ ਉੱਥੇ ਕਿਸੇ ਨਾ ਕਿਸੇ ਕੋਈ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਣ ਦੇ ਨਾਮ ਤੇ ਉਹਨੂੰ ਰਿਲੀਜ਼ ਹੋਣ ਨਹੀਂ ਦਿੱਤਾ ਜਾਂਦਾ। ਇਹ ਗੱਲ ਇਹ ਦੋਵਾਂ ਦੀ ਵੱਖਰੋ ਵੱਖਰੀ ਆ, ਇਹ ਸ਼ਰਾਰਤ ਹੈ, ਜਿਹੜੀ ਸ਼ਰਾਰਤ ਦੇਸ਼ ਦੇ ਲੋਕਾਂ ਨੂੰ ਰੋਕਣੀ ਚਾਹੀਦੀ ਹੈ। ਨਾ ਕਿ ਇਹਦੇ ਵਿੱਚ ਮੈਂ ਫੇਰ ਇਹ ਕਿਹਾ ਸੀਗਾ ਕਿ ਜਿਹੜਾ ਉਹ ਸੈਂਸਰ ਬੋਰਡ ਆ ਉਹਦੇ 'ਚ ਸਿੱਖ ਵੀ ਹੋਣਾ, ਸਾਰੇ ਧਰਮਾਂ ਦੇ ਰੱਖਣ, ਸਾਨੂੰ ਕੀ ਇਤਰਾਜ਼ ਆ ਕਿ ਉਹ ਦੇਖਣ ਕਿ ਸਾਡੇ ਕਿਸੇ ਵੀ ਧਰਮ ਦੀ ਆਸਥਾ ਨੂੰ ਕੋਈ ਠੇਸ ਤਾਂ ਨਹੀਂ ਪਹੁੰਚਦੀ। ਤਾਂ ਇਹ ਜਿਹੜਾ ਕਾਰੋਬਾਰ ਹੈ ਵੀ ਧਰਮ ਦਾ ਖਿਲਵਾੜ ਕਰਕੇ ਆਪਣਾ ਵਪਾਰ ਚਲਾਉਣਾ, ਇਹ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਸਿੱਖ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਇਸ ਗੱਲ ਲਈ ਅਸੀਂ ਬੜੇ ਹੀ ਫੈਸਲਾ ਕੋਨਾ ਤਾਂ ਕਿ ਜਿਹੜਾ ਮਤਲਬ ਸਹੇ ਦੀ ਨਹੀਂ, ਸਾਨੂੰ ਪੈਸੇ ਦੀ ਆ, ਪੈਸਾ ਕਿਸੇ ਨਾ ਕਿਸੇ ਤਰ੍ਹਾਂ ਬੰਦ ਕਰਾਂਗੇ। ਇਸੇ ਤਰ੍ਹਾਂ ਇੱਕ ਪਿਛਲੇ ਦਿਨਾਂ ਦੇ ਅੰਦਰ ਤੁਹਾਡੇ ਧਿਆਨ 'ਚ ਹੋਏਗਾ ਕਿ ਅਜੇ 2-3 ਦਿਨ ਪਹਿਲਾਂ ਦਰਬਾਰ ਸਾਹਿਬ ਦੇ ਹਦੂਦ ਦੇ ਨੇੜੇ ਤੇੜੇ ਜਿਹੜੇ ਹੋਟਲ ਨੇ ਉਹਨਾਂ ਦੇ ਵਿੱਚ ਇੱਕ ਕੁੜੀ ਦੇਹ ਵਪਾਰ ਦਾ ਧੰਦਾ ਕਰਦੀ ਹੋਈ ਫੜੀ ਗਈ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏ ਕਿ ਇੱਕ ਕਤਲ ਤੱਕ ਹੋਇਆ ਮੁੰਡੇ ਦਾ, ਕਿਉਂਕਿ ਉਹ ਕੁੜੀ ਲੈ ਕੇ ਗਿਆ ਹੋਇਆ ਸੀ। ਇਸ ਤੋਂ ਪਹਿਲਾਂ ਇੱਕ ਵਿਦੇਸ਼ੀ ਵਲੋਗਰ ਦਾ ਬਹੁਤ ਫੇਮਸ ਹੋਇਆ ਸੀ ਕਿ ਜਿਸ ਦੇ ਵਿੱਚ ਉਹਨੂੰ ਕੋਈ ਦਲਾਲ ਆਇਆ ਤੇ ਉਹਨਾਂ ਕੁੜੀ ਆਫਰ ਕੀਤੀ। ਨੇੜੇ ਤੇੜੇ ਦੀ ਕਲੋਨੀਆਂ ਵਾਲੇ, ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਬਹੁਤ ਸਾਰੇ ਦੁਕਾਨਾਂ ਵਾਲੇ, ਬਹੁਤ ਸਾਰੀ ਸੰਗਤ ਇਸ ਗੱਲ ਦਾ ਬਾਰੇ ਲਗਾਤਾਰ ਇਤਰਾਜ਼ ਕਰ ਰਹੀ ਹੈ ਵੀ ਇਹ ਸਾਡੀ ਆਬੋ ਹਵਾ ਨੂੰ ਖਰਾਬ ਕਰ ਰਹੇ ਨੇ, ਇਹ ਪਵਿੱਤਰ ਥਾਂ ਆ। ਮਤਲਬ ਇਸ ਬਾਰੇ ਤੁਹਾਡੇ ਧਿਆਨ ਦੇ ਵਿੱਚ ਕੀ ਹੈ ਵੀ ਕਮੇਟੀ ਇਸ ਬਾਰੇ ਕੀ ਕਰ ਰਹੀ ਹੈ? ਹਾਲਾਂਕਿ ਇਹ ਪ੍ਰਸ਼ਾਸਨ ਦਾ ਮਸਲਾ ਹੈ, ਪਰ ਇਹ ਗੱਲ ਮੈਂ ਤਾਂ ਕਹਿਣਾ ਵਾ ਵੀ ਜਦੋਂ ਤੱਕ ਅੰਮ੍ਰਿਤਸਰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਮਿਲਦਾ ਤਦ ਤੱਕ ਉਹ ਪ੍ਰਸ਼ਾਸਨ ਉਸ ਨੂੰ ਪ੍ਰੋਟੈਕਟ ਨਹੀਂ ਕਰਦਾ। ਉੱਥੇ ਗੁਟਕਾ ਅਤੇ ਸਿਗਰਟ ਵਾਲਾ ਮਸਲਾ ਵੀ ਹੈਗਾ। ਮਤਲਬ ਇਹ ਸਾਰੇ ਮਸਲੇ ਦੇ ਵਿੱਚ ਵੀ ਇੰਨੇ ਸਾਲਾਂ ਤੱਕ, ਇੰਨੇ ਦਹਾਕਿਆਂ ਤੱਕ ਹੁਣ ਇਹ ਕੰਮ ਵੱਧਦਾ ਜਾ ਰਿਹਾ। ਹੁਣ ਇਸ ਦੇ ਵਿੱਚ ਤੀਸਰਾ ਉਹ ਵੀ ਜੋੜ ਲਓ ਕਿ ਜਦੋਂ ਵਾਘੇ ਬਾਰਡਰ ਦੀ ਪਰੇਡ ਤੋਂ ਬਾਅਦ ਆਉਂਦੇ ਆ ਤਾਂ ਉਸੇ ਮਸਤੀ ਦੇ ਵਿੱਚ ਆਉਂਦੇ ਹੋਏ ਉਹ ਉੱਥੋਂ ਦੀ ਮਰਿਆਦਾ ਦੇ ਹਿਸਾਬ ਦੇ ਨਾਲ ਕਈ ਵਾਰ ਆਪਣਾ ਵਿਹਾਰ ਨਹੀਂ ਕਰਦੇ ਤੇ ਉੱਥੇ ਵੀ ਇੱਕ ਬਹਿਸ ਦਾ ਮਸਲਾ ਬਣ ਜਾਂਦਾ ਹੈ। ਸੇਵਾਦਾਰ ਦੀ ਵੀਡੀਓ ਬਣ ਜਾਂਦੀ ਹੈ, ਹਾਲਾਂਕਿ ਸੇਵਾਦਾਰ ਆਪਣੀ ਜਗ੍ਹਾ ਸਹੀ ਹੁੰਦਾ ਹੈ ਪਰ ਉਹ ਵੀ ਕ੍ਰਿਟੀਸਾਈਜ਼ ਹੋ ਜਾਂਦਾ ਹੈ। ਮਤਲਬ ਇਹ ਬੜੇ ਮਸਲੇ ਜਿਹੜੇ ਹੈਗੇ ਆ, ਇਹਨਾਂ ਬਾਰੇ ਤੁਹਾਡਾ ਕੀ ਹੈਗਾ ਜਾਂ ਨਜ਼ਰੀਆ, ਕੀ ਕਰ ਰਹੇ ਹੋ? ਕਾਲੂ ਸਾਹਿਬ, ਮੇਰੇ ਮਨ ਦੇ ਵਿੱਚ ਇੱਕ ਖਿਆਲ ਹੈ ਜਿਹੜਾ ਕਿ ਪਿਛਲੇ ਦਿਨਾਂ ਤੋਂ ਚੱਲ ਰਿਹਾ। ਅਸੀਂ ਇਸ ਨੂੰ ਲੈ ਕੇ ਆਵਾਂਗੇ ਅੱਗੇ G20 ਤੋਂ ਬਾਅਦ ਅਸੀਂ, ਕਿਉਂਕਿ G20 ਵਿੱਚ ਗੱਲ ਰੁਲਝਣੀ ਆ ਜੀ। ਇਹ ਜਿਹੜਾ ਤੁਸੀਂ ਮਸਲਾ ਦਰਬਾਰ ਸਾਹਿਬ ਦੇ ਗਲਿਆਰੇ ਦੇ ਨੇੜੇ ਤੇੜੇ ਦਾ ਦੱਸਿਆ, ਮੈਂ ਥੋੜ੍ਹਾ ਜਿਹਾ ਇਹਨੂੰ ਵਿਸ਼ਾਲ ਘੇਰਾ ਕਰਨਾ ਚਾਹੁੰਦਾ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਕਿਉਂਕਿ ਮੈਂ ਅਕਸਰ ਜਾਂਦਾ ਰਹਿੰਦਾ, ਕਿਉਂਕਿ ਡਿਊਟੀ ਹੋਣ ਕਰਕੇ ਮੈਂ ਜਾਂਦਾ ਆਉਂਦਾ ਰਹਿੰਦਾ ਜ਼ਿਆਦਾ। ਤੁਸੀਂ ਦੇਖੋ ਕਿ ਇਸ ਦੇਸ਼ ਦੇ ਅੰਦਰ ਅਯੁੱਧਿਆ ਦਾ ਜਾਂ ਬਨਾਰਸ ਦਾ ਜਿਹੜੀ ਹੈ ਬਣਤਰ ਬੜੀ ਵੱਡੇ ਪੱਧਰ 'ਤੇ ਚੇਂਜ ਕੀਤੀ ਹੈ। ਠੀਕ ਹੈ, ਉਹ ਬਹੁ ਗਿਣਤੀ ਨੇ ਇੱਥੇ, ਉਹਨਾਂ ਦਾ ਰਾਜ ਹੈ, ਉਹਨਾਂ ਦੀ ਜਿਹੜੀ ਕਹਿ ਲਓ ਵੀ ਆਪਣੀ ਵਿਚਾਰਧਾਰਾ ਦਾ ਉਹਨੂੰ ਵਧੀਆ ਕਰ ਰਹੇ ਆ ਜੀ, ਤੇ ਵਧੀਆ ਵੀ ਇੰਨਾ ਕਰ ਰਹੇ ਆ ਵੀ ਬਹੁਤ ਬਰੀਕੀ ਨਾਲ ਉੱਤੇ ਕੰਮ ਹੋ ਰਿਹਾ। ਮੈਂ ਚਾਹੁੰਦਾ ਕਿ ਇਸ ਦੇਸ਼ ਦੇ ਲੋਕ ਜਿਹੜੇ ਆ ਕਿਉਂ ਨਹੀਂ ਇਸ ਗੱਲ ਦੀ ਮਹੱਤਤਾ ਨੂੰ ਸਮਝਦੇ ਕਿ ਜਿਸ ਧਰਮ ਦੀ ਇੱਕ ਬੁਨਿਆਦ ਨੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ ਬਾਹਰੋਂ ਦੀ ਜਿਹੜੀ ਗੱਲ ਕੀਤੀ ਹੈ, ਇਸ ਤੋਂ ਵੱਡੀ ਫਾਲਸ ਫਿਲਾਸਫੀ ਦੁਨੀਆ ਤੇ ਕਿਤੇ ਨਹੀਂ ਹੈਗੀ। ਠੀਕ ਹੈ ਨਾ।
4 ਵਰਨ ਹੈ, 4 ਦਰਵਾਜ਼ੇ ਸਾਂਝੇ ਨੇ, ਸਭ ਉੱਥੇ ਆ ਸਕਦੇ ਨੇ। ਉਸ ਧਰਤੀ ਤੇ ਉਸ ਗੁਰੂ ਰਾਮਦਾਸ ਦੀ ਨਗਰੀ ਵਾਸਤੇ ਕਿਉਂ ਨਹੀਂ ਫਿਕਰਮੰਦੀ ਕੀਤੀ ਜਾਂਦੀ? ਜਦੋਂ ਮੈਂ ਇੱਥੇ ਕੋਈ ਪੱਖ ਨਹੀਂ ਕਰਾਂਗਾ, ਹੁਣ ਤੁਸੀਂ ਇਹ ਕਹੋਗੇ ਕਿ ਤੂੰ ਅਕਾਲੀ ਦਲ ਦੇ ਪਿਛੋਕੜ 'ਚ ਆਉਣਾ, ਤੂੰ ਗੱਲ ਕਰਾਂ। ਮੈਂ ਇਹ ਗੱਲ ਕਰਦਾ ਕਿ ਜਦੋਂ ਅਕਾਲੀ ਦਲ ਦਾ ਰਾਜ ਆਉਂਦਾ ਤਾਂ ਇੱਕ ਵਿਰਾਸਤੀ ਮਾਰਗ ਬਣਾਇਆ ਜਾਂਦਾ। ਅਕਾਲੀ ਦਲ ਦਾ ਰਾਜ ਆਉਂਦਾ, ਚੱਪੜਚਿੜੀ ਬਣਦਾ ਵਾ। ਅਕਾਲੀ ਦਲ ਦਾ ਰਾਜ ਆਉਂਦਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਵਿਰਾਸਤ-ਏ ਖਾਲਸਾ, ਇਹ ਬਹੁਤ ਕੁਝ ਕੀਤਾ ਜਾਂਦਾ। ਤੇ ਅਸੀਂ ਚਾਹੁੰਦੇ ਸੀ ਕਿ ਇਹ ਦੇਸ਼ ਦੇ ਸਰਕਾਰਾਂ ਭਾਵੇਂ ਕੋਈ ਵੀ ਕਿਉਂ ਨਾ ਹੋਣ, ਉਹ ਭਾਵੇਂ ਉਹਨਾਂ ਦੀ ਪਿਛਲੀਆਂ ਸਰਕਾਰਾਂ ਦੀ ਰੁਚੀ ਢਾਉਣ ਦੀ ਸੀ, ਬਣਾਉਣ ਦੀ ਨਹੀਂ ਸੀ, ਉਹਨਾਂ ਨੇ ਢਾਇਆ। ਪਰ ਅਸੀਂ ਫਿਰ ਵੀ ਆਸ ਕੀਤੀ ਉਸ ਤੋਂ ਬਾਅਦ ਕਿ ਅੰਮ੍ਰਿਤਸਰ ਸਾਹਿਬ ਨੂੰ ਇੱਕ ਵੱਡਾ ਨਾਂ ਦਾ ਦਰਜਾ ਦਿੱਤਾ ਜਾਵੇ। ਇੱਕ ਸਮਾਰਟ ਸਿਟੀ ਤਾਂ ਸ਼ਾਇਦ ਹਿੰਦੁਸਤਾਨ 'ਚ 200 ਬਣਾਤੇ ਸ਼ਾਇਦ ਜੀ, ਤੇ ਉਹਦੇ 'ਚ ਬਣਾ ਦਿੱਤਾ ਗਿਆ। ਪਰ ਤੁਸੀਂ ਜਾ ਕੇ ਵੇਖੋ ਕਿ ਉੱਥੇ ਸਾਰਾ ਇਨਫਰਾਸਟ੍ਰਕਚਰ ਖਤਮ ਹੈ। ਜਿਹੜੀ ਇਸ ਗੱਲ ਲਈ ਫਿਕਰਮੰਦੀ ਸਰਕਾਰਾਂ ਨੂੰ ਕਰਨੀ ਚਾਹੀਦੀ ਸੀ, ਕੇਂਦਰ ਤੋਂ ਬਗੈਰ ਇਹ ਗੱਲਾਂ ਨਹੀਂ ਹੋ ਸਕਦੀਆਂ, ਉਹ ਜਿਹੜੀ ਆ ਬੜੀ ਜ਼ਰੂਰੀ ਹੈ। ਆਲਾ ਦੁਆਲਾ ਸ਼ਹਿਰ ਦਾ ਸਿਸਟਮ ਬਹੁਤ ਜ਼ਿਆਦਾ ਡਿਸਟਰਬ ਹੈ। ਤੇ ਦੂਸਰੇ ਪਾਸੇ ਹੁਣ ਮੈਂ ਉਸ ਤੋਂ ਬਾਅਦ ਆਉਣਾ ਕਿ ਇੱਥੇ ਦਰਬਾਰ ਸਾਹਿਬ ਦੇ ਵਿੱਚ 2 ਤਰ੍ਹਾਂ ਦੇ ਲੋਕ ਆਉਂਦੇ ਨੇ। ਇੱਕ ਸ਼ਰਧਾਲੂ ਆਉਂਦੇ ਨੇ, ਇੱਕ ਯਾਤਰੂ ਆਉਂਦੇ ਨੇ। ਸ਼ਰਧਾਲੂ ਜਿਹੜਾ ਵੀ ਆਉਂਦਾ ਹੈ, ਜਿਹੜਾ ਸਿੱਖ ਭਾਵਨਾ ਨਾਲ ਜੁੜਿਆ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ, ਮੈਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਦੇ ਕਿਸੇ ਕੰਮਕਾਜ ਦੇ ਵਿੱਚ ਉਹ ਸ਼ਾਮਲ ਨਹੀਂ ਹੁੰਦਾ। ਉਹ ਭਾਵਨਾ ਨਾਲ ਆਉਂਦਾ, ਸੇਵਾ ਕਰਦਾ, ਅੰਦਰ ਰਹਿੰਦਾ ਜਾਂ ਬਾਹਰ ਰਹਿੰਦਾ, ਉਹ ਵੱਖਰੀ ਗੱਲ ਹੈ। ਇੱਥੇ ਜਿਹੜੇ ਟੂਰਿਸਟ ਆਉਂਦੇ ਆ, ਜਿਹਨੂੰ ਆਪਾਂ ਦੂਜੇ ਅੰਗਰੇਜ਼ੀ ਟੂਰਿਸਟ ਕਹਿ ਦਿੰਦੇ ਆ, ਕਿਉਂਕਿ ਟੂਰਿਸਟ ਸੈਂਟਰ ਬਣ ਗਿਆ। ਅੱਗੇ ਜਿਹੜੇ ਕੁਝ ਹਿੰਦੂ ਜਿਹੜੇ ਵੈਸ਼ਨੋ ਦੇਵੀ ਆ ਜਾਂ ਕੁਛ ਹੋਰ ਆ, ਉੱਥੇ ਜਾਂਦੇ ਆ, ਵੱਡੇ ਟੂਰਿਸਟ ਪੈਕੇਜ ਬਣਦੇ ਆ, ਚਾਹੇ ਬਾਈ ਏਅਰ ਆਓ ਚਾਹੇ ਸੜਕ ਰਾਹੀਂ ਆਓ। ਉਸ ਕਰਕੇ ਬਹੁਤ ਵੱਡਾ ਇੱਕ ਯਾਤਰੂਆਂ ਦਾ ਬਾਰਡਰ ਦੀ ਗੱਲ ਆ ਗਈ। ਇਸ ਤਰ੍ਹਾਂ ਦੇ ਲੋਕ ਜਿਹੜੇ ਆ ਯਾਤਰੂ ਵੀ ਉੱਥੇ ਆਉਂਦੇ ਆ। ਉਹਨਾਂ ਦੇ ਮਨ ਦੇ ਅੰਦਰ ਇਸ ਸ਼ਹਿਰ ਦੀ ਪਵਿੱਤਰਤਾ ਜਾਂ ਗੁਰੂ ਜਿਹੜਾ ਆਪਣਾ ਹਰਿਮੰਦਰ ਸਾਹਿਬ ਆ, ਉਹਦੇ ਪ੍ਰਤੀ ਆਸਥਾ ਦੀ ਬਾਹਲੀ ਜਾਣਕਾਰੀ ਉਹਨਾਂ ਨੂੰ ਨਹੀਂ ਹੈਗੀ। ਉਹ ਇੱਕ ਯਾਤਰਾ ਦੇ ਤੌਰ 'ਤੇ ਹੀ ਆਉਂਦੇ ਨੇ। ਪਰ ਅਸੀਂ ਇਸ ਗੱਲ ਲਈ ਬਹੁਤ ਫਿਕਰਮੰਦ ਹਾਂ। ਪਹਿਲਾਂ ਵੀ ਕੁਛ ਜਥੇਬੰਦੀਆਂ ਵੀ, ਇਕੱਲੇ ਅਸੀਂ ਨਹੀਂ, ਜਿਵੇਂ ਕੱਲ੍ਹ ਪਰਸੋਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਲੜਕੀ ਨੂੰ ਨਿਹੰਗ ਸਿੰਘ ਕੁੱਟ ਰਿਹਾ। ਮੈਨੂੰ ਕਿਸੇ ਨੇ ਸਵਾਲ ਕੀਤਾ ਵੀ ਉਹਨੂੰ ਕੁੱਟਣਾ ਨਹੀਂ ਚਾਹੀਦਾ। ਮੈਂ ਕਿਹਾ ਠੀਕ ਹੈ ਕਿ ਲੜਕੀ ਦੇ ਹੱਥ ਨਹੀਂ ਚੁੱਕਣਾ ਚਾਹੀਦਾ, ਪਰ ਉਹ ਲੜਕੀ ਇਹ ਮੰਨ ਰਹੀ ਹੈ ਕਿ ਮੈਂ ਇਸ ਗੱਲ ਦੇ ਵਿੱਚ ਸ਼ਾਮਲ ਹਾਂ ਤੇ ਗਾਂਹ ਨੂੰ ਅਸੀਂ ਨਹੀਂ ਆਵਾਂਗੇ। ਉਸ ਗੱਲ ਨੂੰ ਚੁੱਕਣਾ ਚਾਹੀਦਾ, ਉਸ ਗੱਲ ਨੂੰ ਧਿਆਨ ਕਰਨਾ ਚਾਹੀਦਾ ਕਿ ਇਸ ਸ਼ਹਿਰ ਦੀ ਜਿਹੜੀ ਪਵਿੱਤਰਤਾ ਵਾ ਜਾਂ ਉਸ ਨੂੰ ਮੱਦੇਨਜ਼ਰ ਰੱਖਦਿਆਂ, ਇਹ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਪਵਿੱਤਰ ਸ਼ਹਿਰ ਕਰਾਰ ਵੀ ਹੋਣਾ ਚਾਹੀਦਾ ਤੇ ਇਹਨਾਂ ਚੀਜ਼ਾਂ ਬਾਰੇ ਪੁਲਿਸ ਦਾ ਜਿਹੜਾ ਉਹ ਪੂਰਾ ਧਿਆਨ ਹੋਣਾ ਚਾਹੀਦਾ। ਪਰ ਤੁਸੀਂ ਦੇਖੋ ਦੂਜੇ ਪਾਸੇ ਬੜਾ ਅਫਸੋਸ ਆ ਸਾਨੂੰ, ਭਾਵੇਂ ਸਰਕਾਰਾਂ 'ਚ ਅਸੀਂ ਵੀ ਰਹੇ ਹਾਂ, ਪਰ ਇਹਦਾ ਮਤਲਬ ਇਹ ਨਹੀਂਗਾ। ਪਰ ਜਦੋਂ ਜਿਹੜੀ ਡਿਊਟੀਆਂ ਹੁੰਦੀਆਂ, ਉਹ ਡਿਊਟੀਆਂ ਨੂੰ ਬੜਾ ਕੰਸਨਟਰੇਟ ਕੀਤਾ ਜਾਂਦਾ। ਕਿਉਂਕਿ ਜਦੋਂ ਸਰਕਾਰ 'ਚ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਹਰ 15 ਦਿਨ ਹੀ ਦਰਬਾਰ ਸਾਹਿਬ, ਹੁਣ ਵੀ ਆਉਂਦੇ ਆ, ਉਦੋਂ ਆਉਂਦੇ ਸੀ, ਉਹ ਹਰ ਚੀਜ਼ ਨੂੰ ਦੇਖਦੇ ਸੀ। ਪ੍ਰਸ਼ਾਸਨ ਨੂੰ ਪਤਾ ਲੱਗਦਾ ਸੀ ਕਿ ਇਹ ਫਿਕਰਮੰਦ ਨੇ ਇਹ ਸਾਰੇ ਦਾਇਰੇ ਵਾਸਤੇ, ਠੀਕ ਹੈ ਨਾ। ਸਰਕਾਰਾਂ ਬਿਲਕੁਲ ਫਿਕਰਮੰਦ ਨਹੀਂ ਹੈਗੀਆਂ। ਮੈਂ ਇੱਕ ਵਾਰ ਨਹੀਂ, ਮੈਂ ਕਈ ਵਾਰ ਜਦੋਂ ਦੀ ਮੈਂ ਸੇਵਾ ਸੰਭਾਲੀ ਆ, ਮੈਂ ਕਈ ਵਾਰ ਚਿੱਠੀਆਂ ਲਿਖ ਚੁੱਕਿਆ ਉੱਥੋਂ ਦੇ ਟ੍ਰੈਫਿਕ ਕੰਟਰੋਲ ਦਾ, ਉੱਥੋਂ ਦੇ ਹੋਰ ਆਲੇ ਦੁਆਲੇ ਜਿਹੜੀ ਵੈਸੇ ਗੰਦਗੀ ਆ। ਹੁਣ ਵਿਰਾਸਤੀ ਮਾਰਗ ਦੇ ਜੋ ਹਾਲਾਤ ਆ ਤੁਸੀਂ ਜਾਣ ਦੇਵੋਗੇ, ਕਿੱਡੀ ਮਾੜੀ ਗੱਲ ਆ। ਅਸੀਂ ਇਸ ਗੱਲ ਲਈ DGP ਸਾਹਿਬ ਨੂੰ ਪੱਤਰ ਲਿਖਿਆ ਕਿ ਤੁਹਾਡੀ ਪੁਲਿਸ ਜਿਹੜੀ ਆ, ਮੈਂ ਨਹੀਂ ਕਹਿੰਦਾ ਕਿ ਸਾਰੀ ਪੁਲਿਸ ਮਾੜੀ ਹੋਏਗੀ, ਪਰ ਡਿਊਟੀ ਕਰਨ ਦੀ ਜਿਹੜੀ ਗੱਲ ਆ, ਉਹ ਡਿਊਟੀ ਤੋਂ ਭੱਜ ਰਹੇ ਨੇ। ਉੱਥੇ ਜਿਹੜਾ ਇੱਕ ਪੁਲਿਸ ਵਾਲਾ ਬੰਦਾ ਜਿਹੜਾ ਕ੍ਰਿਸਚਨਤੀ ਦਾ ਨਾਮ ਲੈ ਕੇ ਇੱਕ ਪਾਸਟਰ ਹੈ, ਉਹ ਉੱਥੇ ਵਿਰਾਸਤੇ ਮਾਰਗ ਤੇ ਬੈਠ ਕੇ ਇੱਕ ਡਰਾਮਾ ਤੇ ਤਮਾਸ਼ਾ ਕਰ ਰਿਹਾ। ਉਹ ਵਰਦੀ ਪਾ ਕੇ ਉਹ ਕੁਛ ਤਾਂ ਕਰ ਰਿਹਾ, ਪਰ ਉਹ ਜਿਹੜਾ ਕੰਮ ਕਰਨਾ ਉਹ ਨਹੀਂ ਕਰ ਰਿਹਾ। ਸੋ ਇਹਦਾ ਕਾਰਨ ਕੀ ਆ ਕਿ ਤੁਹਾਡੀਆਂ ਸਰਕਾਰਾਂ ਦੀ ਜਿਹੜਾ ਉਹਨਾਂ ਦਾ ਨਹੀਂ ਮਨਸ਼ਾ ਸਹੀ ਨਹੀਂ ਹੈਗੀ। ਜਿਹਦੀ ਮਨਸ਼ਾ ਹੋਏਗੀ ਉਹ ਇਹ ਗੱਲ ਕਰਨਗੇ। ਹੁਣ ਜੇ ਮੋਦੀ 10 ਸਾਲ ਤੋਂ ਦੇਸ਼ ਦੇ ਅੰਦਰ ਹੈ ਤੇ ਉਹਨਾਂ ਦੀ ਮਨਸ਼ਾ ਬਣੀ ਕਿ ਅਸੀਂ ਆਪਣਾ ਰਾਮ ਮੰਦਿਰ ਬਣਾਈਏ, ਅਸੀਂ ਯੁੱਧਿਆ ਨੂੰ ਇੱਦਾਂ ਕਰੀਏ, ਅਸੀਂ ਬਨਾਰਸ ਨੂੰ ਇਹ ਹਾਲਾਤ 'ਚ ਲੈ ਕੇ ਆਈਏ। ਇਹ ਮਨਸ਼ਾ ਜਿਹੜੀ ਆ ਸਾਡੇ ਲਈ ਦੁਖਾਂਤ ਬਣ ਗਿਆ ਕਿ ਜਿਹੜੀਆਂ ਪਿਛਲੇ ਸਮੇਂ ਦੀਆਂ 1-2 ਟਰਮ ਦੀਆਂ ਸਰਕਾਰਾਂ ਆਈਆਂ, ਉਹਨਾਂ ਦੀ ਮਨਸ਼ਾ ਸਾਡੇ ਇਸ ਧਾਰਮਿਕ ਸਥਾਨਾਂ ਪ੍ਰਤੀ ਜਿਹੜੀ ਆ ਉਹ ਨਹੀਂ ਹੈਗੀ। ਉਹ ਹੋਰ ਉਲਝੇਵਿਆਂ 'ਚ ਫਸੇ ਰਹਿੰਦੇ ਨੇ। ਮੈਂ ਫਿਰ ਕਹਿੰਦਾ, ਅਸੀਂ ਤਾਂ ਚਿੱਠੀ ਇਹ ਵੀ ਪਾਈ ਆ ਕਿ ਇਸ ਪੰਜਾਬ ਲਈ ਟੂਰਿਜ਼ਮ ਜਿਹੜਾ ਹੱਬ ਆ ਅੰਮ੍ਰਿਤਸਰ ਸਾਹਿਬ ਤੋਂ ਵੱਡਾ ਕੁਝ ਨਹੀਂ ਹੋ ਸਕਦਾ। ਇਹਨੂੰ ਤੁਸੀਂ ਜਿੰਨਾ ਸਵਾਰੋਗੇ ਉਸਾਰੋਗੇ, ਉਨਾ ਰੈਵਨਿਊ ਵੀ ਆਊਗਾ ਪੰਜਾਬ ਨੂੰ। ਪਰ ਇਹਦੇ ਬਾਰੇ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ। ਇਸ ਗੱਲ ਲਈ ਅਸੀਂ ਫਿਕਰਮੰਦ ਵੀ ਹਾਂ, ਪਰ ਆਪਣੇ ਤੌਰ ਤੇ ਅਸੀਂ ਕਿੰਨੀ ਵਾਰ ਪ੍ਰਸ਼ਾਸਨ ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਆਲਾ ਦੁਆਲਾ ਸਾਨੂੰ ਸੁਧਾਰਨ ਤੇ ਸਵੱਛ ਕਰਨ ਦੀ ਲੋੜ ਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਸ਼ਿਸ਼ ਕਰਦੀ ਆ ਕਿ ਆਪਦੇ ਅੰਦਰ ਦੇ ਪ੍ਰਬੰਧਾਂ ਦੇ ਵਿੱਚ ਐਸੀ ਗੱਲ ਨਾ ਹੋਵੇ। ਉਹਦੇ ਵਿੱਚ ਤੁਹਾਨੂੰ ਮੈਂ ਇੱਕ ਜਾਣਕਾਰੀ ਦੇ ਕੇ ਤੁਸੀਂ ਅਗਲਾ ਪੁਆਇੰਟ ਕਰ ਲਿਓ
ਕਿ ਅਸੀਂ ਉਂਗਲੀ ਬਹੁਤ ਚੁੱਕਦੇ ਹਾਂ, ਆਹ ਹੋ ਗਿਆ ਉਹ ਹੋ ਗਿਆ। ਤੁਸੀਂ ਦੇਖੋ ਕਿ ਉੱਥੇ ਜਿਹੜੇ ਬਲਾਸਟ ਹੋਏ ਨੇ, 2 ਬਲਾਸਟ ਬਾਹਰ ਹੋਏ ਨੇ ਜੀ, ਤੀਜਾ ਬਲਾਸਟ ਕਿਉਂਕਿ ਟਾਈਟਨੈਸ ਹੋ ਗਈ ਸਿਕਿਉਰਿਟੀ ਦੀ, ਤੀਸਰਾ ਬਲਾਸਟ ਜਿਹੜੀ ਆ ਸਰਾਂ ਦੇ ਅੰਦਰ ਬਾਥਰੂਮ ਦੇ ਵਿੱਚ ਹੁੰਦਾ ਤੇ 10 ਮਿੰਟ ਦੇ ਅੰਦਰ ਅੰਦਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਵਿਜੀਲੈਂਸ ਹੈ ਉਹਨੇ 10 ਮਿੰਟ ਦੇ ਅੰਦਰ ਅੰਦਰ ਬੰਦੇ ਨੂੰ ਫੜ ਲਿਆ ਤੇ ਅੱਧੇ ਘੰਟੇ 'ਚ ਪੁਲਿਸ ਨੂੰ ਲਿਆ ਕੇ ਉਹਨਾਂ ਨੂੰ ਫੜਾ ਦਿੱਤਾ। ਉਹ ਅਸੀਂ ਪੂਰੀ ਆਪਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਸਿਸਟਮ ਬਹੁਤ ਵੱਡਾ ਹੈ, ਹਜੇ ਲੱਖ ਦੇ ਕਰੀਬ ਸੰਗਤ ਐਵਰੇਜ ਜਿਹੜੀ ਆਉਂਦੀ ਆ, ਉਹਨਾਂ ਨੂੰ ਦਰਸ਼ਨ ਕਰਾਉਣੇ, ਉੱਥੋਂ ਦੀ ਸਫਾਈ ਰੱਖਣੀ, ਉਹਨਾਂ ਨੂੰ ਜਾਣਕਾਰੀ ਦੇਣੀ, ਲੰਗਰ ਛਕਾਉਣਾ, ਬਹੁਤ ਵੱਡੇ ਕਾਰਜ ਜਿਹੜੇ ਆ ਸ਼੍ਰੋਮਣੀ ਕਮੇਟੀ ਕਰ ਰਹੀ ਆ। ਪਰ ਫਿਰ ਵੀ ਕਿਸੇ ਤਰ੍ਹਾਂ ਦੀ ਊਣਤਾਈ ਹੋ ਸਕਦੀ ਆ, ਪਰ ਬਾਹਰ ਦਾ ਜਿਹੜਾ ਸਿਸਟਮ ਆ ਸਰਕਾਰਾਂ ਦੀ ਮਨਸ਼ਾ ਸਹੀ ਨਹੀਂ ਆ। ਦੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਰਹੇ ਨੇ ਸੁਖਦੇਵ ਸਿੰਘ ਹੁਣੇ, ਉਹਨਾਂ ਨੇ ਵੀ ਇਹਨਾਂ ਦਿਨਾਂ 'ਚ ਇੱਕ ਚਰਚਾ ਕੀਤੀ। ਤੁਸੀਂ ਪੁਲਿਸ ਦੀ ਗੱਲ ਕਰ ਰਹੇ ਹੋ, ਇਹ ਆਪਣੇ 'ਚ ਫੇਲੀਅਰ ਤੇ ਹੈਗਾ। ਆਈ ਥਿੰਕ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਗੱਲ ਹੋਈ। ਫੇਲੀਅਰ ਤੇ ਇੱਥੋਂ ਤੱਕ ਹੈ ਕਿ ਨਸ਼ਾ ਤਸਕਰੀ ਵੱਡੇ ਪੱਧਰ ਤੇ ਹੋ ਰਹੀ ਆ, ਉਹ ਜੇਲ੍ਹਾਂ ਦੇ ਵਿੱਚ ਵੀ ਹੋ ਰਹੀ ਆ, ਤੇ ਉਸ ਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਵੱਡਾ ਬੰਦਾ ਫੜਿਆ ਗਿਆ ਹੋਵੇ ਤੇ ਸਾਡੇ ਕੋਲ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਆ ਰਹੀ। ਇਸੇ ਤਰ੍ਹਾਂ ਹੀ ਉਹ ਜਿਹੜਾ ਖਨਨ ਹੋ ਰਿਹਾ ਆ, ਰੇਤਾ ਬਜਰੀ ਵਾਲਾ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਹੋ ਰਹੀ ਆ, ਉਸ ਦੇ ਵਿੱਚ ਵੀ ਇਹੋ ਹੈ ਕਿ ਇਹ ਆਪਣੇ ਆਪ ਦੇ ਵਿੱਚ ਮੰਦਭਾਗਾ ਕਿ ਉਹ ਚੀਜ਼ਾਂ ਫੜੀਆਂ ਨਹੀਂ ਜਾ ਰਹੀਆਂ। ਸੋ ਇੱਕ ਵੱਡਾ ਲੂਪ ਹੋਲ ਤੇ ਹੈਗਾ ਜਿਸ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਕਮੈਂਟ ਕਰਦੀ ਹੈ, ਜਿਸ ਦੇ ਉੱਤੇ ਸੀਨੀਅਰ ਪੱਤਰਕਾਰ ਕਰਦੇ ਨੇ। ਪਰ ਤੁਸੀਂ ਜਿਹੜਾ ਜ਼ਿਕਰ ਕੀਤਾ ਆ ਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਕੀਤਾ ਵੀ ਹਦੂਦ ਦੇ ਵਿੱਚ ਇੱਕ ਪੁਲਿਸ ਵਾਲਾ ਵਰਦੀ ਦੇ ਵਿੱਚ ਈਸਾਈਅਤ ਦਾ ਪ੍ਰਚਾਰ ਕਰ ਰਿਹਾ, ਪਰ ਇਹ ਜਿਹੜਾ ਧਰਮ ਪਰਿਵਰਤਨ ਹੋ ਰਿਹਾ, ਜਿਹੜਾ ਖਾਸ ਤੌਰ 'ਤੇ ਮਾਝੇ ਦੇ ਅੰਦਰ ਇੱਕ ਵੱਡਾ ਮਸਲਾ ਬਣਦਾ ਜਾ ਰਿਹਾ, ਇਸ ਨੂੰ ਲੈ ਕੇ ਬਹੁਤ ਸਾਰੇ ਸਿੱਖ ਸੁਹਿਰਦ ਹੋ ਕੇ ਚਿੰਤਾ ਵੀ ਕਰ ਰਹੇ ਨੇ। ਇਸ ਦੇ ਵਿੱਚ ਮਾਹੌਲ ਵੀ ਕਿਤੇ ਨਾ ਕਿਤੇ ਤੱਤਾ ਠੰਡਾ ਹੁੰਦਾ ਰਹਿੰਦਾ ਆ। ਇਸ ਦੇ ਬਾਰੇ ਤੁਹਾਡੇ ਕੋਲ ਕੋਈ ਬਲੂ ਪ੍ਰਿੰਟ ਹੈਗਾ? ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਕੋਈ ਧਰਮ ਪਰਿਵਰਤਨ ਦਾ ਵੱਡਾ ਮਸਲਾ ਸਾਹਮਣੇ ਆਉਂਦਾ ਹੈ, ਉਦੋਂ 4 ਦਿਨ ਤਾਂ ਰੌਲਾ ਪੈਂਦਾ ਹੈ, ਸਰਗਰਮੀ ਵੱਧਦੀ ਹੈ, ਉਸ ਤੋਂ ਬਾਅਦ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਸਾਡੇ ਤੱਕ ਪਹੁੰਚ ਨਹੀਂ ਰਿਹਾ ਵੀ ਐਗਜ਼ੈਕਟ ਕਮੇਟੀ ਦਾ, ਧਰਮ ਪ੍ਰਚਾਰ ਕਮੇਟੀ ਦਾ ਬਲੂ ਪ੍ਰਿੰਟ ਕੀ ਆ। ਦੇਖੋ ਕਾਲੋ ਸਾਹਿਬ, ਇਹਦੇ ਨਾ 2 ਪੱਖ ਨੇ। ਇੱਕ ਪੱਖ ਤਾਂ ਇਹ ਹੈ ਕਿ ਇਹ ਜਿਹੜਾ ਇਹ ਧਰਮ ਪਰਿਵਰਤਨ ਵਾਲਾ ਸਿਸਟਮ ਹੈ, ਇਹ ਬੜੀ ਦੇਰ ਤੋਂ ਚੱਲਦਾ ਹੈ ਜੀ। ਜੇ ਅਸੀਂ ਪੁਰਾਤਨ ਸਮੇਂ ਦੀ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਵੇਲੇ, ਉਦੋਂ ਵੀ ਬਹੁਤ ਵੱਡਾ ਧਰਮ ਪਰਿਵਰਤਨ ਹੋਇਆ ਸੀ। ਸਿੱਖੀ 'ਚ ਆਏ ਸੀ, ਮੁਸਲਮਾਨ ਵੀ ਆਏ ਸੀ, ਹੋਰ ਵੀ ਆਏ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਬੜੀ ਸਾਜ਼ਿਸ਼ ਅਧੀਨ ਪੰਜਾਬ 'ਤੇ ਅਸਰ ਕੀਤਾ ਤੇ ਵੱਡੀ ਗਿਣਤੀ ਵਿੱਚ ਕ੍ਰਿਸਚੈਨਿਟੀ 'ਚ ਤਬਦੀਲ ਹੋਈ ਸੀ। ਉਦੋਂ ਬਾਅਦ ਫਿਰ ਤੁਸੀਂ ਦੇਖੋ ਕਿ ਜਿਹੜੀ ਆਪਣੀ ਸਾਡੀ ਸਿੰਘ ਸਭਾ ਲਹਿਰ ਇਸੇ ਗੱਲ ਤੋਂ ਉਤਪੰਨ ਹੋਈ ਸੀ ਜੀ ਕਿ ਉਦੋਂ ਅੰਗਰੇਜ਼ ਨੇ, ਕਿਉਂਕਿ ਅੰਗਰੇਜ਼ ਨੂੰ ਇਸ ਗੱਲ ਦਾ ਪਤਾ ਸੀ ਕਿ ਜਿੰਨੀ ਦੇਰ ਸਿੱਖ ਸਾਈਕੀ ਇੱਥੇ ਕਾਇਮ ਹੈ, ਉਨੀ ਦੇਰ ਤੱਕ ਅਸੀਂ ਰਾਜ ਨਹੀਂ ਕਰ ਸਕਦੇ। ਠੀਕ ਆ, ਬਾਕੀ ਹਿੰਦੁਸਤਾਨ ਨੂੰ ਉਹਨਾਂ ਨੇ ਮੰਨ ਲਓ ਕੈਪਚਰ ਕਰ ਲਿਆ, ਰਾਜਿਆਂ ਨੂੰ ਫੜ ਲਿਆ, ਉਹ ਕਰ ਲਿਆ, ਫਲਾਣਾ ਕਰ ਲਿਆ, ਪਰ ਉਹਨਾਂ ਦਾ ਅਸਲ ਜਿਹੜਾ ਪੂਰਾ ਮਕਸਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ, ਬਹੁਤ ਦੇਰ ਬਾਅਦ ਉਹ ਸਾਰੇ ਹਿੰਦੁਸਤਾਨ 'ਤੇ ਕਾਬਜ਼ ਹੋਏ, ਜਦੋਂ ਅਸੀਂ ਯਾਦ ਕਰਾਇਆ। ਇਹ ਗੱਲ ਹੈਗੀ ਆ ਕਿ ਸਾਡੇ 'ਤੇ ਵਾਰ ਬਹੁਤ ਜ਼ਬਰਦਸਤ ਹੁੰਦਾ, ਸਿੱਖੀ 'ਤੇ ਵਾਰ ਬਹੁਤ ਹੁੰਦਾ। ਉਹੀ ਗੱਲ ਕਿ 4 ਬੱਚੇ ਨੇ ਕਹਿ ਤਾ ਜੀ ਕ੍ਰਿਸਚਨ ਧਾਰਨ ਕਰਨੀ ਹੈ, ਚਲੋ ਸਿੱਖ ਬੁੱਧੀਜੀਵੀਆਂ ਨੇ ਉਹਦੀ ਅਸੀਂ 150 ਸਾਲਾ ਹੁਣ ਮਨਾ ਰਹੇ ਹਾਂ, ਸ਼੍ਰੋਮਣੀ ਕਮੇਟੀ ਵੀ ਮਨਾ ਰਹੀ ਹੈ। 1 ਅਕਤੂਬਰ ਦਾ ਜਿਹੜਾ ਦਿਨ ਹੈ ਉਹ ਅਸੀਂ ਸਾਰੇ ਬਹੁਤ ਵੱਡੇ ਪੱਧਰ 'ਤੇ ਮਨਾ ਰਹੇ, ਸੈਮੀਨਾਰ ਵਗੈਰਾ ਕਰ ਰਹੇ ਹਾਂ, ਤਾਂ ਕਿ ਇਹ ਗੱਲ ਸਾਹਮਣੇ ਆਵੇ ਕਿ ਇਹ ਹਮਲੇ ਸਾਡੇ 'ਤੇ ਪਹਿਲਾਂ ਵੀ ਸੀ, ਹਮਲਾ ਹੁਣ ਵੀ ਆ, ਇਹ ਹਮਲੇ ਚੱਲਦੇ ਰਹਿੰਦੇ ਆ। ਇਹ ਇੱਕ ਮੈਂ ਇਹ ਕਹਿ ਦਿਆਂ ਕਿ ਜਿਹੜਾ ਸਿੱਖ ਹੈ, ਸਿੱਖ ਫਲਸਫਾ ਇਹ ਹੈ ਕਿ ਕਦੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੂੰ ਮੁਸਲਮਾਨ ਆ ਤੇ ਸਿੱਖ ਬਣ ਜੀ, ਕਦੇ ਨਹੀਂ ਕਿਹਾ ਕਿ ਤੂੰ ਹਿੰਦੂ ਆ ਤੇ ਸਿੱਖ ਬਣ, ਕਦੇ ਨਹੀਂ ਕਿਹਾ ਕਿ ਤੂੰ ਫਲਾਣਾ ਤੂੰ ਸਿੱਖ ਬਣ। ਮੈਂ ਗੱਲ ਲੰਬੀ ਨਾ ਕਰਾਂ, ਇੱਕ ਗੱਲ ਕਹਿਣਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਮਦੀਨੇ ਜਾਂਦੇ ਨੇ, ਉਹਨੂੰ ਜਾ ਕੇ ਉੱਥੇ ਇਹ ਕਹਿੰਦੇ ਨੇ ਕਿ ਤੂੰ ਮੁਸਲਮਾਨ ਹੈ ਤੇ ਅਸਲੀ ਮੁਸਲਮਾਨ ਬਣ। ਜੇ ਜਗਨਨਾਥਪੁਰੀ ਜਾਂਦੇ ਨੇ, ਹਰਿਦੁਆਰ ਜਾਂਦੇ ਨੇ, ਉੱਥੇ ਕਹਿੰਦੇ ਆ ਤੁਸੀਂ ਯਾਰ ਜੇ ਹਿੰਦੂ ਹੋ ਤਾਂ ਸਹੀ ਹਿੰਦੂ ਬਣੋ। ਪਾਂਡੇ ਨੂੰ ਕੀ ਕਹਿੰਦੇ ਨੇ, ਜਨੇਊ ਦੇ ਬਾਰੇ ਕੀ ਕਹਿੰਦੇ ਨੇ, ਤੇ ਉਹ ਇਹੀ ਕਹਿੰਦੇ ਨੇ ਵੀ ਇਹ ਜਨੇਊ ਜੀਊ ਕਾ ਹਈ ਤਾਂ ਪਾਂਡੇ ਕਰਦਾ ਕਪਾਸ 200 ਜਦ ਕੰਟੀ ਸਰ ਵੱਟ। ਵੀ ਉਹ ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਕਨਵਰਟ ਹੋ ਕੇ ਆਓ। ਸਿੱਖੀ ਤਾਂ ਇੱਕ ਐਸਾ ਫਲਸਫਾ ਵਾ ਜਿਹਨੂੰ ਅਗਲਾ ਚਾਹੁੰਦਾ ਵਾ ਤੇ ਉਸ ਰਾਹ ਤੇ ਚੱਲਦਾ, ਠੀਕ ਹੈ ਨਾ। ਸਿੱਖ ਦੇ ਕਿਤੇ ਵੀ ਇਤਿਹਾਸ 'ਚ ਨਹੀਂ ਆਉਂਦਾ ਕਿ ਅਸੀਂ ਇੰਨੇ ਬੰਦਿਆਂ ਨੂੰ ਜੀ ਹਿੰਦੂਆਂ ਤੋਂ ਆਹ ਕਨਵਰਟ ਕਰਾ ਲਿਆ, ਕਦੇ ਨਹੀਂ ਆਉਂਦਾ, ਨਾ ਅਸੀਂ ਚਾਹੁੰਦੇ ਹਾਂ। ਇਹ ਤਾਂ ਜਿਹੜੇ ਇਹ ਇੱਕ ਵੱਡੀ ਸਾਜ਼ਿਸ਼ ਆ। ਠੀਕ ਆ, ਕ੍ਰਿਸਚੈਨਿਟੀ ਦਾ ਵੱਡਾ ਰੋਲ ਆ, ਉਹਦੇ ਕੋਲ ਪੈਸਾ ਵਾ, ਹੋਰ ਆ, ਉਹ ਕਿਸੇ ਨਾ ਕਿਸੇ ਢੰਗ ਨਾਲ ਇੱਥੇ ਕਰਦੇ, ਪਰ ਮੈਂ ਇਹਦੇ 'ਚ ਹੋਰ ਇਹਦਾ ਕਾਰਨ ਇੱਕ ਹੋਰ ਹੈ ਜੀ। ਹਿੰਦੁਸਤਾਨ ਦੇ ਅੰਦਰ
ਕ੍ਰਿਸਚੀਅਨਿਟੀ ਜਿਹੜੀ ਆ ਉਹ ਕਾਫੀ ਫੈਲੀ ਹੂੰ ਨਾਰਥ ਈਸਟ ਦੇ ਅੰਦਰ, ਹੋਰ ਬੜੇ ਪਾਸੇ ਦੇ ਅੰਦਰ। ਉਹਦੇ ਵਿੱਚ ਉਹਨਾਂ ਨੇ ਪੈਸੇ ਨਾਲ ਵੀ ਕੀਤਾ, ਉਹਨਾਂ ਨੂੰ ਕੁਝ ਫਾਇਦੇ ਦੇ ਕੇ ਵੀ ਕੀਤਾ, ਸਕੂਲ ਖੋਲ੍ਹਤੇ, ਹਸਪਤਾਲ ਖੋਲ੍ਹਤੇ, ਇਹਦਾ ਕਰਕੇ ਕੀਤਾ। ਉਸ ਗੱਲ ਦਾ ਬਹੁਤ ਵੱਡਾ ਟਕਰਾਅ ਜਿਹੜਾ ਵਾ। ਨਹੀਂ ਗਰੇਵਾਲ ਸਾਹਿਬ, ਮੈਂ ਇੱਥੇ ਤੁਹਾਡੀ ਗੱਲ ਨੂੰ ਥੋੜ੍ਹਾ ਹੋਰ ਵਿਸਤਾਰ ਦੇ ਦੇਵਾਂ। ਪਿਛਲੇ ਦਿਨਾਂ 'ਚ ਇੱਕ ਇਹ ਵੀ ਚਰਚਾ ਆਈ ਕਿ ਤੁਹਾਡੀ ਕਿਸੇ ਸਿੰਘ ਨੇ ਇਹ ਦੱਸਿਆ ਕਿ ਫਲਾਣੇ ਬੰਦੇ ਦਾ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਮਦਦ ਕੀਤੀ, ਉਹਦੇ ਗਰੀਬੀ ਨਾਲ ਨਜਿੱਠਣ ਦੇ ਵਿੱਚ ਵੀ ਮਦਦ ਕੀਤੀ, ਪਰ ਫਿਰ ਵੀ ਉਹ ਕ੍ਰਿਸਚਨ ਬਣ ਗਿਆ। ਮਤਲਬ ਮਸਲਾ ਇਹ ਹੈ ਵੀ ਭਾਵੇਂ ਸਾਜ਼ਿਸ਼ ਹੋਵੇ, ਭਾਵੇਂ ਧਰਮ ਪਰਿਵਰਤਨ ਜੇ ਉਹ ਦਿਲੋਂ ਵੀ ਕਰ ਰਿਹਾ ਤੇ ਉਹਨੂੰ ਰੋਕ ਨਹੀਂ ਸਕਦੇ, ਉਹ ਜਾ ਰਿਹਾ। ਇਹ ਮਸਲਾ ਨਹੀਂ ਹੈ। ਭਾਵੇਂ ਉਹ ਗਰੀਬੀ ਹੈ, ਜੋ ਵੀ ਕਾਰਨ ਰਹੇ ਆ, ਧਰਮ ਪਰਿਵਰਤਨ ਜਿਵੇਂ ਵੀ ਹੋ ਰਿਹਾ, ਮਸਲਾ ਇਹ ਨਹੀਂ ਕਿ ਉਹ ਕੀ ਕਰ ਰਹੇ ਆ, ਨਾਲ ਇਹ ਮਸਲਾ ਹੈ ਵੀ ਉਹਨੂੰ ਰੋਕਣ ਦੇ ਲਈ ਸਾਡੇ ਕੋਲ ਕੀ ਬਲੂਪ੍ਰਿੰਟ ਹੈ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਆਬਜ਼ਰਵੇਸ਼ਨ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਜਿਹੜੇ ਧਰਮ ਪ੍ਰਚਾਰ ਕਰ ਰਹੇ ਬੰਦੇ ਨੇ ਜਾਂ ਕਮੇਟੀ ਦੇ ਅੰਦਰ ਹੈ, ਕਿਤੇ ਨਾ ਕਿਤੇ ਮਤਲਬ ਡੂ ਯੂ ਐਗਰੀ ਕਿ ਇੱਕ ਕਲੈਰੀਕਲ ਸਿਸਟਮ ਜ਼ਿਆਦਾ ਹਾਵੀ ਹੋ ਰਿਹਾ। ਜਦੋਂ SGPC ਸਾਡੀ ਬਣੀ ਸੀ ਉਸ ਵਕਤ ਇੱਕ ਸ਼ਰਧਾ ਭਾਵ ਸੀ, ਸਿੰਘ ਸਨ, ਸਿੰਘਾਂ ਦੇ ਅੰਦਰ ਇੱਕ ਕਲੈਰੀਕਲ ਸਿਸਟਮ ਹੈ। ਮੈਂ ਇਹਦਾ ਇੱਕ ਹੋਰ ਰੈਫਰੈਂਸ ਦੇ ਦਿੰਦਾ ਖੋਲ੍ਹ ਕੇ। ਉਦਾਹਰਨ ਦੇ ਤੌਰ ਤੇ ਤੁਹਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ, ਉਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਸਿਰਫ ਇਸ ਕਰਕੇ ਨਹੀਂ ਛਪ ਰਹੀਆਂ ਜੀ ਉਹਦੇ ਵਿੱਚ ਗੋਲਡਨ ਟੈਂਪਲ ਲਿਖਿਆ। ਮੈਂ ਕਹਿੰਦਾ ਵੀ ਇਹ ਕਿੱਡਾ ਕੁ ਮਸਲਾ ਆ। ਗੋਲਡਨ ਟੈਂਪਲ ਜਿੱਥੇ ਲਿਖਿਆ ਉੱਥੇ ਇੱਕ ਡਿਸਕਲੇਮਰ ਦੇ ਦੇਣ ਕਿ ਇਹਨੂੰ ਉਸ ਵਕਤ ਲੇਖਕ ਨੇ ਗੋਲਡਨ ਟੈਂਪਲ ਲਿਖਿਆ, ਪਰ ਇਹ ਸ਼ਬਦ ਸਾਡਾ ਨਹੀਂ ਹੈ, ਅਸੀਂ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੀ ਲਿਖਾਂਗੇ। ਅਤੇ ਇਸ ਤਰ੍ਹਾਂ ਕਰਕੇ ਹੋ ਸਕਦਾ। ਪਰ ਉਹ ਕਲੈਰੀਕਲ ਸਿਸਟਮ ਦੇ ਵਿੱਚ ਇੰਨਾ ਗਵਾਚੇ ਹੋਏ ਆ ਕਿ ਉਹ ਅਪਰੂਵਲ ਨੋਟਿਸ ਉਹ ਸਾਰੇ ਦੇ ਵਿੱਚ ਉਲਝੇ ਹੋਏ ਆ। ਤੁਸੀਂ ਇਹ ਬਣਤਰ ਦੇ ਉੱਤੇ ਤਾਂ ਕੰਮ ਕਰਨਾ ਚਾਹੀਦਾ। ਕਿਉਂਕਿ ਸਵਾਲ ਤੁਸੀਂ ਕਾਫੀ ਜੋੜ ਲਏ ਆ, ਪਰ ਮੈਂ ਜਿਹੜੀ ਗੱਲ ਨਾਲ ਤੁਹਾਨੂੰ ਸਟਾਰਟ ਕੀਤਾ ਸੀ, ਤੁਸੀਂ ਮੈਨੂੰ ਲੱਗਦਾ ਕਿ ਉਹ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿਓਗੇ ਜੀ ਕਿ ਇਹਦੇ ਵਿੱਚ ਦੋ ਕਾਰਨ ਮੈਂ ਪਹਿਲਾਂ ਦੱਸਿਆ ਨਾ ਵੀ ਇੱਕ ਤਾਂ ਚਲੋ ਪੜ੍ਹਾਈ ਕਰਾਈ ਉਹਨਾਂ ਨੇ, ਹੋਰ ਕਰਾਇਆ, ਕੁਝ ਹੋਰ ਕਰਾਇਆ। ਹੁਣ ਇੱਥੇ ਪੰਜਾਬ 'ਚ ਇਹ ਗੱਲ ਕਿਉਂ ਆ, ਮੈਂ ਤਾਂ ਕਿਹਾ ਸੀ ਕਿ ਵੱਡੀ ਗਿਣਤੀ ਵਿੱਚ ਦੇਸ਼ ਦੇ ਲੋਕ ਜਿਹੜੇ ਆ ਕ੍ਰਿਸਚਨ 'ਚ ਤਬਦੀਲ ਹੋ ਗਏ। ਉਸ ਨੂੰ RSS ਨੇ ਜਾਂ ਹੋਰ ਇਹਨਾਂ ਨੇ ਉਹਨੂੰ ਰੈਕਟ ਕੀਤਾ। ਪਿਛਲੇ ਦਿਨਾਂ ਦੇ ਵਿੱਚ, ਅੱਜ ਤੋਂ ਕਾਫੀ ਸਾਲ ਹੋ ਗਏ ਨੇ, ਇੱਕ ਪਾਦਰੀ ਤੇ ਕੁਝ ਹੋਰ ਆ ਉਹ ਸਾੜ ਦਿੱਤੇ ਗਏ, ਸ਼ਾਇਦ ਕੇਰਲ ਦੇ ਵਿੱਚ ਹੋਇਆ ਸੀ ਜੀ। ਉਹਦਾ ਬਹੁਤ ਵੱਡਾ ਰਿਐਕਸ਼ਨ ਹੋਇਆ ਕਿਉਂਕਿ ਦੇਸ਼ ਨੇ ਦੁਨੀਆ ਦੇ ਨਾਲ ਜੁੜਨਾ, ਵਪਾਰ ਕਰਨਾ, ਹੋਰ ਕੁਝ ਕਰਨਾ। ਕ੍ਰਿਸਚੀਅਨਿਟੀ ਸਭ ਤੋਂ ਵੱਧ ਮਜ਼ਬੂਤ ਆ ਆਰਥਿਕ ਤੌਰ ਤੇ ਜੀ, ਉਹ ਇਹਨੂੰ ਰੈਕਟ ਕਰਦੀ ਹੈ। ਹੁਣ ਕੀ ਹਾਲਾਤ ਬਣ ਗਏ ਇਹਦੇ ਵੀ ਗਾਂ ਦੋ ਅਰਥ ਨੇ। ਇਹਨਾਂ ਨੇ ਇਹ ਸਾਰਾ ਕੁਝ ਤੁਹਾਡੇ ਇੱਥੇ ਇੰਨਾ ਕਿਉਂ ਆਇਆ? ਏਡੇ ਵੱਡੇ ਇੰਪਾਇਰ ਉਹਨਾਂ ਦੇ ਕਿੱਦਾਂ ਬਣ ਗਏ ਆ? ਤੁਸੀਂ ਦੇਖੋ ਕਿ 40-40, 50-50 ਏਕੜ ਨੇ, ਕਿੱਡਾ ਵੱਡਾ ਉੱਥੇ ਉਹਨਾਂ ਦੇ ਟੈਂਟ ਲੱਗੇ ਨੇ, ਤੇ ਹੋਰ ਆ ਪੈਸਾ ਵਾ, ਹੋਰ ਆ ਕਿੱਦਾਂ ਵਾ, ਬਹੁਤ ਵੱਡਾ ਪਿੱਛੇ ਰੌਲਾ ਵੀ ਪਿਆ, ਇਹ ਵਿਵਾਦ ਵੀ ਬਣਿਆ। ਇਹ ਸਾਰੇ ਕਾਸ਼ੇ ਦਾ ਇੱਕ ਕਾਰਨ ਬਣਿਆ ਕਿ ਇਹਦੇ ਪਿੱਛੇ ਜਿਹੜੀਆਂ ਸਾਡੇ ਦੇਸ਼ ਦੀਆਂ ਏਜੰਸੀਜ਼ ਆ ਉਹਨਾਂ ਦਾ ਵੀ ਇਹਦੇ ਪਿੱਛੇ ਹੱਥ ਹੈ। ਉਹ ਕਿਉਂ ਹੈ? ਉਹ ਇਹ ਗੱਲ ਸੋਚਣ ਤੇ ਸਮਝਣ ਵਾਲੀ ਆ। ਸਿੱਖਾਂ ਨੂੰ ਖਾਸ ਤੌਰ ਤੇ, ਸਿੱਖ ਬਹੁਤ ਵੱਡੀ ਗਿਣਤੀ ਵਿੱਚ ਦੁਨੀਆ ਦੇ ਵਿੱਚ ਫੈਲ ਗਿਆ, ਬਹੁਤ ਵੱਡੀ ਗਿਣਤੀ ਵਿੱਚ ਉੱਥੇ ਐਸਟੈਬਲਿਸ਼ ਹੋ ਗਿਆ, ਵੱਡੀ ਗਿਣਤੀ ਵਿੱਚ ਉੱਥੋਂ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਆਪਣੀ ਜਗ੍ਹਾ ਬਣਾਈ, ਆਰਥਿਕ ਤੌਰ ਤੇ ਮਜ਼ਬੂਤ ਹੋਏ। ਉਹ ਜਿਹੜਾ ਸਿੱਖ ਹੈ, ਕਿਉਂਕਿ ਕਿਤੇ ਵੀ ਬੈਠਾ, ਉਹ ਆਪਦੇ ਮਤ ਦੀ ਗੱਲ ਬੜੀ ਉੱਚੀ ਸੁਰ 'ਚ ਕਰਦਾ ਹੈ, ਬਾਂਹ ਖੜੀ ਕਰਕੇ ਕਰਦਾ। ਇੱਥੇ ਹਿੰਦੁਸਤਾਨ ਜਿਹੜਾ ਦੇਸ਼ ਹੈ, ਜਿਹੜਾ ਕਿ ਖੇਤੀ ਪ੍ਰਧਾਨ ਦੇਸ਼ ਹੋਣਾ ਚਾਹੀਦਾ ਹੈ, ਕਿਉਂਕਿ ਟੈਕਨੀਕ ਦੇ ਤੌਰ ਤੇ ਤਾਂ ਜਾਪਾਨ, ਚਾਈਨਾ, ਫਲਾਨਾ, ਹੋਰ ਹਾਂਗਕਾਂਗ, ਜਰਮਨੀ ਬਹੁਤ ਨੇ, ਅਸੀਂ ਉਹ 'ਚ ਅੱਗੇ ਨਹੀਂ ਵੱਧ ਸਕਦੇ। ਸਾਨੂੰ ਤਾਂ ਖੇਤੀ ਪ੍ਰਧਾਨ ਦੇਸ਼ ਨੂੰ ਸਾਰਨਾ ਚਾਹੀਦਾ। ਉਹ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਸੀ, ਉਹਨਾਂ ਦਾ ਇੱਕ ਮੋਰਚਾ ਲੱਗਾ। ਉਹ ਮੋਰਚਾ ਭਾਵੇਂ ਕਿ ਦੇਸ਼ ਦਾ ਸੀ, ਪਰ ਉਹ 'ਚ ਸਿੱਖਾਂ ਨੇ ਪ੍ਰਤੀਨਿਧਤਾ ਕੀਤੀ। ਉਹ ਸਿੱਖਾਂ ਨੇ ਉਹਦਾ ਵਿਰੋਧ ਕੀਤਾ। ਉਸ ਮਾਮਲੇ 'ਚ ਮੋਦੀ ਸਾਹਿਬ ਬਾਹਰ ਜਾਂਦੇ ਨੇ, ਤੇ ਬਾਹਰ ਜੇ ਵਿਰੋਧ ਹੁੰਦਾ ਉਹਨਾਂ ਦਾ, ਜੈ ਜੈਕਾਰ ਨਹੀਂ ਹੁੰਦੀ, ਵਿਰੋਧ ਹੁੰਦਾ, ਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਉੱਥੇ ਕਰਦੇ ਨੇ, ਹਰ ਥਾਂ ਜਾ ਕੇ ਕਰਦੇ ਨੇ। ਇਹ ਬੜਾ ਵੱਡਾ ਮਸਲਾ ਸੀ, ਜਿਸ ਮਸਲੇ ਨੇ ਇਸ ਪੰਜਾਬ ਦੀ ਰਾਜਸੀ ਜਿਹੜੇ ਹਾਲਾਤ ਨੇ ਉਹਨਾਂ ਤੇ ਬਹੁਤ ਵੱਡਾ ਇਫੈਕਟ ਪਾਇਆ। ਅੱਜ ਜੋ ਇੱਥੇ ਚੱਲ ਰਿਹਾ, ਗੜਜੋ ਟੁੱਟਿਆ, ਫਲਾਨਾ ਹੋਇਆ, ਗਾਂ ਹੈਗਾ ਨਹੀਂ ਹੈਗਾ, ਉਹਨੂੰ ਜੋੜ ਲਿਆ, ਛੋਟੇ ਫਿਰਕੇ ਨੂੰ ਜੋੜਿਆ। ਇੱਥੇ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ, ਇਹਨਾਂ ਨੇ ਕੀ ਕੀਤਾ ਕਿ ਕਿਉਂ ਨਾ ਹੋਵੇ ਕਿ ਪੰਜਾਬ ਦੇ ਅੰਦਰ ਸਿੱਖਾਂ ਦਾ ਤੇ ਕ੍ਰਿਸਚੀਅਨਿਟੀ ਦਾ ਟਕਰਾਅ ਕਰ ਦਿਓ। ਇਹ ਗੱਲ ਮੈਂ ਤਾਂ ਕਹਿੰਦਾ ਤੁਹਾਡੀ ਜਾਣਕਾਰੀ 'ਚ, ਜਦੋਂ ਇਹ ਰੌਲਾ ਵਧਿਆ ਉਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜਿਹੜੇ ਕ੍ਰਿਸਚੀਅਨਿਟੀ ਦੇ ਇਹਨਾਂ ਦੇ ਪਾਦਰੀ ਆ, ਜਿਹੜੇ ਇਹਨਾਂ ਨੂੰ ਅਫੀਸ਼ਲੀ ਆਪਾਂ ਕਹਿੰਦੇ ਆ ਵੀ ਇਹਨਾਂ ਦੇ ਧਰਮ ਦੇ ਜਿਹੜੇ ਉਹ ਹੈਗੇ ਨੇ ਸੰਤ ਜਿਵੇਂ, ਉਹ ਵੀ ਈਸਾਈ ਡੇਰੇਵਾਦ ਨਾਲ ਮਤਭੇਦ, ਮੈਂ ਦੱਸਦਾ। ਉਹਨਾਂ ਦੀ ਮੀਟਿੰਗ ਹੋਈ, ਮੈਂ ਉਸ ਮੀਟਿੰਗ 'ਚ ਸ਼ਾਮਲ ਸੀ। ਅਨੰਦਪੁਰ ਸਾਹਿਬ ਮੀਟਿੰਗ ਹੋਈ, ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਕੁਛ ਇਹ ਕਰ ਰਹੇ ਨੇ ਪਾਸਟਰ, ਇਹ ਸਾਡੇ ਕ੍ਰਿਸਚਨ ਧਰਮ ਦੇ ਮੁਤਾਬਕ ਨਹੀਂ ਹੈ, ਅਸੀਂ ਇਹਨੂੰ ਮਾਨਤਾ ਨਹੀਂ ਦਿੰਦੇ। ਇਹਦਾ ਮਤਲਬ ਇਹ ਹੋਇਆ ਨਾ ਕਿ ਕੋਈ ਸ਼ਕਤੀਆਂ ਜਿਹੜੀਆਂ ਪਾਸਟਰ ਦੇ ਨਾਮ ਦੇ ਉੱਤੇ ਇੱਥੇ ਇੱਕ ਟਕਰਾਅ ਪੈਦਾ ਕਰ ਰਹੀਆਂ।
ਵੀ ਇੱਥੇ ਟਕਰਾਅ ਪੈਦਾ ਹੋਵੇ, ਇਹ ਜਿਹੜਾ ਸਿੱਖ ਬਾਹਰ ਬੈਠਾ ਵੱਡੀ ਗਿਣਤੀ ਵਿੱਚ ਵੱਧ ਫੁੱਲ ਰਿਹਾ, ਉਹਨਾਂ ਨੂੰ ਚੈਲੰਜ ਹੋਵੇ। ਕੀ ਉਹ ਸ਼ਕਤੀਆਂ ਆਇਡੈਂਟੀਫਾਈ ਕਰ ਸਕੇ ਹੋ ਤੁਸੀਂ? ਨਹੀਂ, ਸ਼ਕਤੀਆਂ ਦਾ ਤਾਂ ਸਿੱਧਾ ਹੀ ਪਤਾ ਨਹੀਂ, ਹੂੰ, ਸਿੱਧਾ ਹੀ ਇਸ ਗੱਲ ਦਾ ਪਤਾ ਕਿ ਜੇ ਕਿ ਸਿੱਖਾਂ ਨੂੰ ਹੁਣ ਜਿੰਨੇ ਵੱਡੇ ਪੱਧਰ ਤੇ ਸਿੱਖ ਟਾਰਗੇਟ ਕੀਤੇ ਜਾਂਦੇ ਆ, ਸਿੱਖਾਂ ਦੀਆਂ ਸੰਸਥਾਵਾਂ ਟਾਰਗੇਟ ਕੀਤੀਆਂ ਜਾਂਦੀਆਂ, ਬਾਹਰ ਇੱਕ ਵਿਵਾਦ ਪੈਦਾ ਕੀਤਾ ਗਿਆ, ਇੱਕ ਪਾਸੇ ਤਿਰੰਗਾ ਵਾ, ਇੱਕ ਪਾਸੇ ਖਾਲਿਸਤਾਨੀ ਆ, ਇਹ ਚੀਜ਼ਾਂ ਪੈਦਾ ਕੀਤੀਆਂ ਜਾ ਰਹੀਆਂ ਤਾਂ ਕਿ ਸਿੱਖਾਂ ਨੂੰ ਬਾਹਰ ਡੀਫੇਮ ਕੀਤਾ ਜਾਵੇ, ਇਹਨਾਂ ਦੀ ਵੱਧ ਰਹੀ ਸ਼ਕਤੀ ਨੂੰ ਕਹਿੰਦਾ ਖਤਮ ਕਰਨ ਦੀ ਕੋਸ਼ਿਸ਼। ਇਹ ਭਾਵੇਂ ਉਹਨਾਂ ਦਾ ਸੁਪਨਾ ਗਲਤ ਹੈ, ਇਹ ਨਹੀਂ ਹੋਣਾ, ਉਹਨਾਂ ਦੀ ਸਿੱਖਾਂ ਦੀ ਇਸ ਸ਼ਕਤੀ ਨੂੰ, ਸਿਧਾਂਤ ਨੂੰ ਰੋਕ ਨਹੀਂ ਸਕਦੇ, ਕੋਈ ਨਹੀਂ ਰੋਕ ਸਕਿਆ। ਕਿੰਨੇ ਆਏ ਤੇ ਕਿੰਨੇ ਚਲੇ ਗਏ, ਸਿੱਖ ਗਿਣਤੀ ਦੇ ਰਹਿ ਗਏ, ਫਿਰ ਵੀ ਉੱਠ ਖੜਦੇ ਆ। ਹਾਂਜੀ, ਸੋ ਇਸ ਕਰਕੇ ਇਹ ਚੀਜ਼ਾਂ ਭਾਵੇਂ ਗਲਤ ਨੇ, ਪਰ ਇਹਦਾ ਕਾਰਨ ਸੀ ਕਿ ਇਸ ਤਰ੍ਹਾਂ ਦੇ ਇੱਥੇ ਡੇਰੇ ਬਣਾ ਕੇ ਲਿਆਂਦੇ ਗਏ। ਮੈਂ ਫਿਰ ਇਹ ਕਹਿ ਦਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਬਹੁਤ ਸਹਿਰਦਾ। ਥੋੜੇ ਜਿਹੇ ਪਰਿਵਾਰ ਜਿਹੜੇ ਸਾਨੂੰ ਲੱਗਦਾ ਸੀ ਕਿ ਸਿੱਖੀ ਚੋਂ ਬਾਹਰ ਗਏ ਨੇ, ਉਹ ਜਿਹੜੇ ਉਹਨਾਂ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਆ, ਉਹਨਾਂ ਨਾਲ ਅਸੀਂ ਪ੍ਰੇਮ ਪਿਆਰ ਵੀ ਵਧਾਇਆ, ਸਭ ਕੁਝ ਕੀਤਾ। ਪਰ ਇਸ ਤੋਂ ਉਲਟ ਜਦੋਂ ਤੁਸੀਂ ਦੇਖਦੇ ਹੋ ਇੱਥੇ ਸਰਸੇ ਡੇਰਾ ਸਰਸਾ, ਇੱਥੇ ਜੀ ਨੂਰ ਮਹਿਲੀਆ, ਇੱਥੇ ਕਿ ਫਲਾਨਾ ਆ ਗਿਆ ਜੀ, ਹੋਰ ਆ ਗਿਆ, ਕਿੰਨੇ ਲੱਖਾਂ ਲੋਕ ਉੱਥੇ ਬੈਠੇ ਆ, ਉਹ ਸਿੱਖ ਕਨਵਰਟ ਹੋ ਕੇ ਨਹੀਂ ਜਾਂਦੇ। ਉਹ ਲੋਕ ਉਹ ਸਾਈਕੀ ਦੇ ਨੇ। ਸਿੱਖੀ ਬੜੀ ਕੀਮਤੀ ਆ ਤੇ ਕਹਿੰਦੇ ਹੁੰਦੇ ਆ ਤਲਵਾਰ ਦੀ ਧਾਰ ਤੇ ਚੱਲਣ ਵਾਲੀ ਆ ਜੀ। ਸੋ ਸਿੱਖੀ ਨੂੰ ਕਿਰਾਏ ਦੇ ਲੋਕ ਨਹੀਂ ਚਾਹੀਦੇ, ਸਿੱਖੀ ਨੂੰ ਇਹ ਲੋਕ ਨਹੀਂ ਚਾਹੀਦੇ ਜਿਨ੍ਹਾਂ ਨੂੰ ਇਹ ਆ ਵੀ ਮੈਨੂੰ ਰਾਸ਼ਨ ਪਾਣੀ ਦੇ ਦਿਓ ਤੇ ਮੈਂ ਸਿੱਖ ਹਾਂ, ਉਹ ਨਹੀਂ ਚਾਹੀਦੇ। ਸਿੱਖਾਂ ਦਾ ਤਲੀ ਤੇ ਰੱਖ ਕੇ ਹੋਏ, ਬਿਲਕੁਲ ਉਹ ਸਿੱਖੀ ਆ ਜੀ, ਇਹ ਤਾਂ ਸਪਿਰਿਟ ਹੈ, ਇਹ ਸਾਡੀ ਸਪਿਰਿਟ ਹੈ। ਇਹ ਗੱਲ ਮੈਂ ਮੰਨਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਉਨੇ ਵੱਡੇ ਨਹੀਂ ਹੋਣਗੇ, ਅਸੀਂ ਜਿੰਨੇ ਚਾਹੀਦੇ ਉਹਨੇ ਨਹੀਂ ਕਰ ਸਕਦੇ ਹੋਵਾਂਗੇ, ਸਾਡੀ ਘਾਟ ਵੀ ਹੋ ਸਕਦੀ ਹੈ। ਇਹ ਕੋਈ ਇਸ ਤਰ੍ਹਾਂ ਇਹਦੇ ਚ ਕੋਈ ਕਿਹਨਾਂ ਦਾ ਮੈਂ ਜਿੱਦਣਾ ਨਹੀਂ ਚਾਹੁੰਦਾ, ਨਹੀਂ, ਇਹਦੇ ਪਰਚੋਲ ਇਹ ਸਹਿ ਸੁਭਾਅੀ ਗੱਲ ਹੈ। ਇਸ ਗੱਲ ਦਾ ਇਹੋ ਹੀ ਹੈ ਕਿ ਇੱਕ ਵਿਚਾਰ ਚਰਚਾ ਹੋ ਰਹੀ ਹੈ ਜਿਹੜਾ ਭਵਿੱਖ ਦੇ ਅੰਦਰ ਪੱਤਰਕਾਰਾਂ ਦਾ ਕੰਮ ਹੈ। ਘਾਟ ਸਾਡੀ ਇੱਕ ਸਵਾਲ ਹੋਵੇ, ਤੁਸੀਂ ਜਵਾਬ ਦੇ ਰਹੇ ਹੋ, ਅਸੀਂ ਐਕਸੈਪਟ ਕਰਕੇ ਚੱਲਾਂਗੇ ਜੀ, ਕਿਉਂਕਿ ਜਿੰਨਾ ਕੰਮ ਕਰਨਾ ਚਾਹੀਦਾ ਉਦੋਂ ਵੀ ਹੋਰ ਕਰਨਾ ਚਾਹੀਦਾ। ਜੇ ਅਸੀਂ ਅੱਜ ਮੰਨ ਲਿਆ ਵੀ 100 ਪੈਸੇ ਕਰ ਲਿਆ ਤਾਂ ਵੀ ਅਸੀਂ ਮੰਨ ਕੇ ਚੱਲੀਏ ਕਿ ਅਸੀਂ 50 ਪੈਸੇ ਕੀਤਾ, ਕਿਉਂਕਿ ਧਰਮ ਦੇ ਪ੍ਰਚਾਰ ਦੀ ਗੱਲ ਨੂੰ ਤਾਂ ਕੋਈ ਹੱਦ ਹੈ ਹੀ ਨਹੀਂ। ਇਹ ਅਸੀਂ ਪ੍ਰਚਾਰ ਹਰ ਢੰਗ ਨਾਲ ਕਰ। ਹੁਣ ਸ਼੍ਰੋਮਣੀ ਕਮੇਟੀ ਆ, ਹੁਣ ਸ਼੍ਰੋਮਣੀ ਕਮੇਟੀ ਦੇ ਕੋਈ ਵੀ ਉੱਥੇ ਆਉਂਦਾ ਸਾਡੇ ਕੋਲੇ ਪਹਿਲਾਂ ਗਾਈਡ ਥੋੜੇ ਸੀ, ਹੁਣ ਅਸੀਂ ਆਪਣੇ ਜਿਹੜੇ ਉੱਥੇ ਪਹਿਰੇਦਾਰ ਆ ਉਹਨਾਂ ਚੋਂ ਪੜ੍ਹੇ ਲਿਖੇ ਬੱਚੇ ਅਸੀਂ ਲੈ ਕੇ ਕੱਢ ਕੇ ਲਿਆਂਦੇ, 10 ਬੱਚੇ ਲਿਆਂਦੇ ਆ। ਹੁਣ ਅਸੀਂ ਉੱਥੇ ਆਪ ਦੇਖੀਦਾ ਕਿ ਜਿਵੇਂ ਟੋਲਾ ਆ ਗਿਆ, ਉਹ ਭਾਵੇਂ ਟੂਰਿਸਟ ਨੇ, ਪਰ ਉਹ ਟੂਰਿਸਟ ਜਿਹੜਾ ਵਾ ਉਹ ਸਾਡੇ ਫਲਸਫੇ ਨੂੰ ਜੇ ਸੁਣ ਕੇ ਜਾਏਗਾ ਵੀ ਸਾਡਾ ਪ੍ਰਚਾਰ। ਬਿਲਕੁਲ, ਮੈਂ ਨਹੀਂ ਕਹਿੰਦਾ ਇਹ ਗੱਲ ਕਿ ਹੁਣ ਦੇਖੋ ਇੱਕ ਬੱਚੀ ਆ ਜਿਹੜੀ ਜਿਹਨੂੰ ਟਰੋਲ ਕੀਤਾ ਗਿਆ ਸੀ, ਤੁਸੀਂ ਜਿਵੇਂ ਜਗ੍ਹਾ ਕੀਤਾ ਤਿੰਨ ਰੰਗੇ ਲਾਏ, ਉਹਨਾਂ ਦੀ ਫੈਮਿਲੀ, ਹਾਲਾਂਕਿ ਉਹਨਾਂ ਦਾ ਮਕਸਦ ਟਰੋਲ ਕਰਨਾ ਨਹੀਂ ਸੀ, ਉਹ ਤਾਂ ਚੁੱਕਣ ਵਾਲਿਆਂ ਨੇ ਚੁੱਕਿਆ, ਜਿਹੜੇ ਬੈਠੇ ਆ ਸੋਸ਼ਲ ਮੀਡੀਆ ਤੇ ਬੈਠੇ ਆ ਇਸ ਤਰ੍ਹਾਂ ਬਿਠਾਏ ਆ ਕਿ ਉਹਨੂੰ ਚੁੱਕਦੇ ਆ। ਉਹ ਵਿਚਾਰੇ ਤੀਜੇ ਦਿਨ ਆ ਕੇ ਕਹਿੰਦੇ ਵੀ ਸਾਡਾ ਤਾਂ ਅਸੀਂ ਤਾਂ ਧਰਮ ਦੇ ਨਾਲ ਹੀ ਸੰਬੰਧ ਆ, ਉਹ ਮੌਕੇ ਤੇ ਜੋ ਕੁਛ ਮਰਜ਼ੀ ਹੋ ਗਿਆ। ਪਰ ਕੋਈ ਵੀ ਐਸਾ ਹੈ ਨਹੀਂ ਗਾ ਜਿਹੜਾ ਇੱਥੇ ਆ ਕੇ ਸਾਡੇ ਫਲਸਫੇ ਨੂੰ ਸਿਰ ਨਾ ਝੁਕਾ ਕੇ ਜਾਵੇ। ਨਹੀਂ, ਉਹ ਮੈਂ ਉਸ ਵਕਤ ਉਹ ਖਬਰ ਨੂੰ ਦੇਖਿਆ ਆ, ਤੁਸੀਂ ਉਹਨੂੰ ਬਹੁਤ ਸੋਹਣੇ ਢੰਗ ਦੇ ਨਾਲ ਨਜਿੱਠਿਆ ਸੀ ਤੇ ਉਸ ਕੁੜੀ ਨੇ ਵੀ ਬਾਅਦ ਦੇ ਵਿੱਚ ਸਪਸ਼ਟੀਕਰਨ ਦਿੱਤਾ। ਦੇਖੋ ਵੀ ਗੱਲ ਹੈ ਵੀ ਸਮਝ ਬੇਸਮਝ ਹੋ ਸਕਦਾ, ਤੇ ਬੇਸਮਝ ਤੋਂ ਬਾਅਦ ਜੇ ਸਮਝ ਆ ਜਾਵੇ ਤੇ ਉਸ ਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਇਹ ਪ੍ਰਚਾਰ ਵਾਲੀ ਜਿਹੜੀ ਗੱਲ ਆ, ਵੇਖੋ ਇਹ ਗੱਲ ਠੀਕ ਆ ਵੀ ਪ੍ਰਚਾਰ ਸ਼੍ਰੋਮਣੀ ਕਮੇਟੀ ਇਸ ਕਰਕੇ ਬਣਾਈ ਗਈ ਆ, ਪ੍ਰਚਾਰ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਸਾਨੂੰ ਹੋਰ ਇਹ ਤੋਂ ਵੱਧ ਕਰਨਾ ਹੀ ਚਾਹੀਦਾ। ਮੈਂ ਇਸ ਗੱਲ 'ਚ ਕੋਈ ਉਹ ਨਹੀਂ ਜੀ ਆਪਣੇ ਆਪ ਨੂੰ ਕਹਿੰਦਾ। ਪਰ ਤੁਸੀਂ ਜਿਹੜੀ ਡੇਰਾਵਾਦ ਦੀ ਗੱਲ ਕੀਤੀ ਹੈ ਉਸ ਦੇ ਵਿੱਚ ਵੀ ਇੱਕ ਬੜਾ ਦਵੰਦ ਨਜ਼ਰ ਆਉਂਦਾ ਆ। ਠੀਕ ਆ, ਸਿੱਖੀ ਦੇ ਵਿੱਚੋਂ ਡੇਰੇ ਨਿਕਲੇ ਆ, ਡੇਰਿਆਂ ਨਾਲ ਸਾਡੇ ਮਤਭੇਦ ਹੋਏ ਆ, ਡੇਰਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਿਆ ਤੇ ਉਹ ਲਗਾਤਾਰ ਇੱਕ ਲੰਮੀ ਬਹਿਸ ਚੱਲ ਰਹੀ ਆ। ਪਰ ਉਸ ਦੇ ਵਿੱਚ ਜਦੋਂ ਸਾਡਾ ਸ਼੍ਰੋਮਣੀ ਤਖਤ ਅਕਾਲ ਤਖਤ ਸਾਹਿਬ ਸਾਨੂੰ ਹੁਕਮਨਾਮਾ ਜਾਰੀ ਕਰਦਾ ਆ ਕਿ ਅਸੀਂ ਇਹ ਡੇਰਿਆਂ ਨਾਲ ਤੁਸੀਂ ਸਾਂਝ ਨਹੀਂ ਰੱਖਣੀ, ਤੇ ਆਪਾਂ ਦੇਖਦੇ ਹਾਂ ਕਿ ਉਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹਨਾਂ ਡੇਰਿਆਂ ਦੇ ਉੱਤੇ ਬਕਾਇਦਾ ਜਾਂਦੇ ਨੇ। ਹੁਣ ਆਪਾਂ ਇਹ ਕਹਿ ਸਕਦੇ ਠੀਕ ਹੈ ਜੀ, ਵੋਟਿੰਗ ਸਿਸਟਮ ਇੱਕ ਹੋਰ ਹੈ, ਪਰ ਸ਼੍ਰੋਮਣੀ ਅਕਾਲੀ ਦਲ ਕੀ ਵੋਟਿੰਗ ਸਿਸਟਮ ਦੇ ਹਿਸਾਬ ਨਾਲ ਕੰਮ ਕਰੇਗਾ ਜਾਂ ਆਪਣੇ ਧਾਰਮਿਕ ਜਥੇਬੰਦੀ ਦੇ ਹਿਸਾਬ ਨਾਲ ਕੰਮ ਕਰੇਗਾ, ਤਖਤ ਸਾਹਿਬ ਦੇ ਹਿਸਾਬ ਨਾਲ ਕੰਮ ਕਰੇਗਾ? ਤੁਹਾਨੂੰ ਲੱਗਦਾ ਨਹੀਂ ਕਿ ਬੜਾ ਵੱਡਾ ਦਵੰਦ ਆ? ਦੇਖੋ, ਇੱਕ ਗੱਲ ਮੈਂ ਕਹਿਣਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇੱਕ ਰਾਜਸੀ ਆ,
ਪਰ ਮੈਂ ਫੇਰ ਇਹ ਕਹਿਣਾ ਕਿ ਇਹ ਰਾਜਸੀ ਹੈਗਾ, ਪਰ ਧਰਮ ਦੇ ਅਧੀਨ ਜਿੰਨੀ ਦੇਰ ਰਾਜ ਕਰੇਗੀ ਅਕਾਲੀ ਦਲ ਉਨੀ ਦੇਰ ਤੱਕ ਕੋਈ ਵੀ ਆ, ਮੈਂ ਇਕੱਲੇ ਦੀ ਨਹੀਂ ਗੱਲ ਕਰਦਾ, ਜੇ ਬੀਜੇਪੀ ਅੱਜ ਰਾਜ ਧਰਮ ਦੇ ਅਧੀਨ ਹੀ ਕਰ ਰਹੀ ਹੈ ਨਾ, ਠੀਕ ਆ, ਉਹ ਸਾਡੇ ਨਾਲ ਉਹਨਾਂ ਦੇ ਉਹ ਸਾਨੂੰ ਉਹ ਉਹ ਖਤਮ ਕਰਨਾ ਚਾਹੁੰਦੇ ਆ, ਉਹ ਸਾਡਾ ਉਹਦੇ ਨਾਲ ਵਿਰੋਧ ਆ, ਪਰ ਉਹ ਆਪਣੇ ਥਾਂ ਤਾਂ ਠੀਕ ਨੇ ਨਾ, ਉਹ ਆਪਦੇ ਧਰਮ ਦੀ ਗੱਲ ਕਰ ਰਹੇ ਨੇ, ਜੋ ਵੀ ਆ ਮੰਦਰ ਬਣਾ ਫਲਾਣਾ ਕਰ ਉਹ ਕਰ, ਹਰ ਗੱਲ 'ਚ ਉਹ ਆਪਣੇ ਧਰਮ ਦੀ ਗੱਲ ਕਰ ਰਹੇ ਨੇ। ਇਹ ਧਰਮ ਦੇ ਅਧੀਨ ਹੀ ਰਾਜ ਕਰ ਰਹੇ ਨੇ ਜੇ ਦੇਖਿਆ ਜਾਵੇ ਤਾਂ। ਇਹ ਠੀਕ ਹੈ ਜਦੋਂ ਰਾਜ 'ਤੇ ਬਹਿ ਜਾਂਦਾ ਬੰਦਾ ਇਸ ਗੱਲ ਦਾ ਭੁੱਲ ਜਾਂਦਾ ਕਿ ਵੀ ਮੈਂ ਦੁਨੀਆ 'ਤੇ ਮਤਲਬ ਜ਼ੁਲਮ ਕਰ ਰਿਹਾ ਜਾਂ ਹੋਰ ਕਰ ਰਿਹਾ, ਉਹ ਭੁੱਲ ਜਾਂਦਾ, ਉਹ ਰਾਜੇ ਦੀ ਫਿਤਰਤ ਬਣ ਜਾਂਦੀ ਆ। ਪਰ ਮਹਾਰਾਜਾ ਰਣਜੀਤ ਸਿੰਘ ਉਹਨਾਂ 'ਚੋਂ ਵੱਖਰਾ ਸੀ, ਇਸੇ ਕਰਕੇ ਦੁਨੀਆ ਜਾਣਦੀ ਆ। ਹੁਣ ਜਿਹੜੀ ਗੱਲ ਤੁਸੀਂ ਡੇਰਿਆਂ ਦੀ ਕਰਦੇ ਹੋ, ਹੁਣ ਡੇਰੇ ਅਕਾਲੀ ਦਲ ਦੀ ਆ ਗਈ ਕਿ ਅਕਾਲੀ ਦਲ ਇੱਕ ਰਾਸ਼ਟਰੀ ਪਾਰਟੀ ਆ, ਪਰ ਇਸ ਗੱਲ ਲਈ ਮੈਂ ਬਿਲਕੁਲ ਨਹੀਂ ਸਹਿਮਤ ਹੋਊਂਗਾ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਹੁਕਮਾਂ ਨੂੰ ਤੋਹੀਨ ਕਰਕੇ, ਅਣਗੌਲਿਆਂ ਕਰਕੇ, ਅਣਡਿੱਠ ਕਰਕੇ ਉਹ ਕੁਛ ਕਰੇ। ਹੁਣ ਪਿਛਲੇ ਦਿਨਾਂ 'ਚ ਅਸੀਂ ਜਦੋਂ ਸਰਸੇ ਵਾਲੇ ਦੇ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉਸ ਹੁਕਮ ਦੀ ਅਸੀਂ ਉਲੰਘਣਾ ਕੀਤੀ, ਚਾਹੇ ਅਕਾਲ ਤਖਤ ਸਾਹਿਬ ਨੇ ਹੁਣ ਜਿਹੜੇ ਲੋਕ ਗਏ ਸੀ ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਸਜ਼ਾ ਵੀ ਲਾਈ, ਸਭ ਕੁਝ ਕੀਤਾ, ਪਰ ਅਸੀਂ ਉਹ 'ਚੋਂ ਖੱਟਿਆ ਕੁਛ ਨਹੀਂ ਗਾ, ਅਸੀਂ ਗਵਾਇਆ। ਅਸੀਂ ਆਪਣੇ ਸਿੱਖੀ ਜਿਹੜੇ ਸਿੱਖ ਜਿਹੜਾ ਸੀਗਾ ਉਹ ਸਾਡੇ ਤੋਂ ਟੁੱਟ ਗਿਆ, ਇਹ ਮੰਨਣ 'ਚ ਕੋਈ ਇਤਰਾਜ਼ ਨਹੀਂ ਗਾ। ਅੱਜ ਤੱਕ ਟੁੱਟਿਆ ਬੈਠਾ, ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਥੋੜਾ ਜੁੜਿਆ, ਬਾਕੀ ਹੋਰ ਰਹਿੰਦਾ, ਜੁੜੇਗਾ। ਹਾਲਾਤ ਜਿਹੜੇ ਆ ਉਹਨਾਂ ਨੂੰ ਇਸ ਗੱਲ ਲਈ ਕਰਨਗੇ, ਪਰ ਸਾਡੇ ਤੋਂ ਨਾਰਾਜ਼ ਕਿਉਂ ਹੋਇਆ? ਭਾਵੇਂ ਕਿ ਇਹ ਗੱਲ ਸਾਬਤ ਹੋ ਗਈ ਕਿ ਜਿਹੜਾ ਅਕਾਲੀ ਦਲ ਸੀ ਉਹ ਬੇਅਦਬੀ ਦੇ ਵਿੱਚ ਸ਼ਾਮਲ ਨਹੀਂ ਸੀ, ਪਰ ਇਹ ਰੋਸ ਉਹਨਾਂ ਦੇ ਮਨ ਸਿੱਖਾਂ ਦੇ ਅੱਜ ਵੀ ਹੈ ਕਿ ਉਸ ਨੂੰ ਮਾਫੀ ਦਿੱਤੀ ਗਈ ਜਾਂ ਉਸ ਨੂੰ ਉਹਨੂੰ ਤੁਸੀਂ ਸਜ਼ਾ ਕਿਉਂ ਨਹੀਂ ਦਿੱਤੀ। ਚਲੋ ਸਜ਼ਾ ਵਾਲੀ ਗੱਲ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਸਜ਼ਾ ਦੇ ਵਿੱਚ ਤਾਂ ਕਿਉਂਕਿ ਉਦੋਂ CBI ਨੂੰ ਸਾਰਿਆਂ ਨੇ ਕਹਿਤਾ ਕਿ CBI ਨੂੰ ਦਿੱਤਾ ਜਾਵੇ, ਕੇਸ ਦੇ ਦਿੱਤਾ ਗਿਆ, ਪਰ ਜਿਹੜੀ ਅਸੀਂ ਸਜ਼ਾ ਦਿੱਤੀ ਉਹ ਸਾਡੀ ਵੱਡੀ ਗਲਤੀ ਸੀ। ਉਸ ਗੱਲ ਨੂੰ ਗਿਆਨੀ ਜਿਹੜੇ ਗੁਰਬਚਨ ਸਿੰਘ ਜੀ ਆਪਦੀ ਸੇਵਾ ਮੁਕਤ ਹੋਣ ਵੇਲੇ ਇਹ ਗੱਲ ਕਲੀਅਰ ਕਰਕੇ ਗਏ ਨੇ ਕਿ ਹਾਂ ਇਹ ਸਾਡੇ ਤੋਂ ਇਹ ਗਲਤੀਆਂ ਹੋਈਆਂ। ਉਹ ਇਸ ਕਰਕੇ ਉਹ ਰਾਜਨੀਤੀ ਅਕਾਲੀ ਦਲ ਦੀ ਹੈ ਜਿਹੜੀ, ਅਸੀਂ ਇਹ ਖੇਤਰੀ ਪਾਰਟੀ ਹਾਂ, ਉਹਦੇ ਲਈ ਸਾਨੂੰ ਬਾਕੀ ਵੱਡਾ ਦਾਇਰਾ ਕਰਕੇ ਨਾਲ ਜੋੜਨਾ ਪਏਗਾ, ਪਰ ਇਹਦਾ ਮਤਲਬ ਇਹ ਨਹੀਂ ਕਿ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਾਂ ਦੀ ਅਦੁੱਲੀ ਜਾਂ ਅਣਡਿੱਠ ਕਰਕੇ ਅਸੀਂ ਕੋਈ ਕੰਮ ਕਰੀਏ। ਉਹ ਕੰਮ ਕਿਤੇ ਵੀ ਪ੍ਰਵਾਨ ਨਹੀਂ ਹੈ, ਮੈਂ ਉਸ ਗੱਲ ਨਾਲ ਸਹਿਮਤ ਨਹੀਂ ਹਾਂ। ਸ਼੍ਰੋਮਣੀ ਅਕਾਲੀ ਦਲ ਇਸ ਦੇਸ਼ ਦੀ ਦੂਸਰੀ ਸਭ ਤੋਂ ਪੁਰਾਣੀ ਪਾਰਟੀ ਹੈ, ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਅਤੇ ਜਦੋਂ SGPC ਹੋਂਦ ਦੇ ਵਿੱਚ ਆਈ ਤੇ ਮੈਨੂੰ ਲੱਗਦਾ ਕਿ ਇਹ ਇੱਕ ਫਖਰ ਵਾਲੀ ਗੱਲ ਸੀ ਕਿ ਬੀਬੀਆਂ ਨੂੰ ਰਿਜ਼ਰਵੇਸ਼ਨ ਦੇਣ ਵਾਲੀ ਪਹਿਲੀ ਸੰਸਥਾ ਸੀ, ਵੋਟ ਦਾ ਅਧਿਕਾਰ ਦੇਣ ਵਾਲੀ ਪਹਿਲੀ ਸੰਸਥਾ ਸੀ, ਇੱਕ ਵੱਡੀ ਵਿਰਾਸਤ ਹੈ। ਪਰ ਉਸ ਵਿਰਾਸਤ ਦੀ ਜਦੋਂ ਮੈਂ ਇਹ ਗੱਲ ਡੇਰਿਆਂ ਵਾਲੀ ਕਰ ਰਿਹਾ ਤੇ ਉਹ ਦਵੰਦ ਜਿਹੜਾ ਹੈਗਾ, ਉਹ ਦਵੰਦ ਦਾ ਇੱਕ ਮੈਂ ਹੋਰ ਮਿਸਾਲ ਤੁਹਾਨੂੰ ਦੇ ਦਿੰਦਾ। ਪਿਛਲੇ ਦਿਨਾਂ ਦੇ ਅੰਦਰ ਜਿਹੜੇ ਤੁਹਾਡੇ ਨਵੇਂ ਆਗੂ ਨੇ ਸਰਬਜੀਤ ਸਿੰਘ ਝਿੰਜਰ ਹੋਣੀ, ਉਹਨਾਂ ਨੂੰ ਇੱਕ ਜੋ ਸਵਾਲ ਕੀਤਾ ਗਿਆ, ਉਹਨਾਂ ਇਸ ਮਾਮਲੇ ਦੇ ਵਿੱਚ ਇਹ ਕਿਹਾ ਕਿ ਡੇਰਾ ਸਿਰਸਾ ਨੂੰ ਮਾਫੀ ਅਕਾਲ ਤਖਤ ਨੇ ਦਿੱਤੀ, ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਸੀ। ਮਤਲਬ ਇਹ ਸ਼੍ਰੋਮਣੀ ਅਕਾਲੀ ਦਲ ਤਾਂ ਕਮੇਟੀ ਦਾ ਸਿਆਸੀ ਵਿੰਗ ਹੈ, ਉਹਨੇ ਕਮੇਟੀ ਦੇ ਹਿੱਤਾਂ ਦੀ ਰੱਖਿਆ ਕਰਨੀ ਸੀ, ਅਤੇ ਇਹ ਜਿਹੜਾ ਇੱਕ ਨਜ਼ਰੀਆ ਆ ਵੀ ਆਪਣੇ ਆਪ ਦਾ ਇੱਕ ਅਲੱਗਾ ਕਰ ਲੈਣਾ ਉਸ ਤੋਂ। ਦੇਖੋ ਅਲੱਗਾ ਨਹੀਂ ਹੋ ਸਕਦਾ, ਕਿਉਂਕਿ ਸ਼੍ਰੋਮਣੀ ਕਮੇਟੀ ਵਿੱਚੋਂ ਅਕਾਲੀ ਦਲ ਨਿਕਲਿਆ, ਅਕਾਲੀ ਦਾ ਇੱਕ ਵਲੰਟੀਅਰ ਫੌਜ ਸੀ। ਉਸ ਤੋਂ ਬਾਅਦ ਠੀਕ ਆ ਅਸੀਂ ਰਾਜਸੀ ਧਿਰ ਬਣ ਗਏ, ਸਾਨੂੰ ਲੋੜ ਸੀ, ਸਿੱਖਾਂ ਨੂੰ ਜ਼ਰੂਰਤ ਸੀ। ਅਸੀਂ ਤਾਂ ਬਹੁਤ ਦੇਰ ਤਾਂ ਸਿਰਫ ਇਸੇ ਗੱਲ ਲਈ ਲੜਾਈ ਲੜੀ ਹੈ ਨਾ, ਕਿਉਂਕਿ ਅਸੀਂ ਤਾਂ ਜੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਹਾਂ। ਉਸ ਤੋਂ ਬਾਅਦ ਇਸ ਦੇਸ਼ ਦੇ ਲੋਕਤੰਤਰ 'ਚ ਵੋਟ ਤੰਤਰ ਸੀ, ਵੋਟ ਤੰਤਰ ਸਾਨੂੰ ਆਉਣਾ ਪਿਆ, ਨੁਮਾਇੰਦਗੀ ਸਾਨੂੰ ਕਰਨੀ ਪਈ। ਸਾਡੇ ਵੱਡੇ ਵਡੇਰਿਆਂ ਨੇ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਉਹਨਾਂ ਨੇ ਹਿੱਸਾ ਲਿਆ ਇਹਦੇ ਵਿੱਚ, ਅੱਜ ਤੱਕ ਆਪਾਂ ਪਹੁੰਚ ਗਏ ਹਾਂ। ਉਦੋਂ ਦੀ ਸਿਆਸਤ ਤੇ ਅੱਜ ਦੀ ਸਿਆਸਤ ਵੈਸੇ ਕਾਫੀ ਫਰਕ ਪੈ ਗਿਆ, ਪਰ ਇਹ ਗੱਲ ਠੀਕ ਹੈ ਕਿ ਇਨਡਾਇਰੈਕਟਲੀ ਤੁਸੀਂ ਆਪਾਂ ਇਹਨੂੰ ਇਲਜ਼ਾਮ ਕਹਿ ਲਓ ਜਾਂ ਇਹ ਮਿੱਥ ਨੂੰ ਮੰਨ ਲਓ ਕਿ ਵੀ ਅਕਾਲੀ ਦਲ ਦੇ ਕਹਿਣ 'ਤੇ ਫਲਾਣਾ ਕੁਛ ਹੁੰਦਾ, ਇਹ ਗੱਲ ਆਪਾਂ ਸਮਝਦੇ ਹਾਂ। ਪਰ ਕੋਈ ਵੀ ਫੈਸਲਾ ਜਿਹੜਾ ਅਕਾਲ ਤਖਤ ਸਾਹਿਬ ਦਾ ਫੈਸਲਾ, ਉਹ ਅਕਾਲੀ ਦਲ ਕਹਿ ਕੇ ਲਾਗੂ ਨਹੀਂ ਕਰਵਾ ਸਕਦਾ ਕਾਨੂੰਨ ਮੁਤਾਬਕ। ਉਹ ਜਿਹੜਾ ਵੀ ਫੈਸਲਾ ਉਹਨਾਂ ਦੇ ਹੀ ਖਾਤੇ ਵਿੱਚ ਪਏਗਾ, ਉਹਨਾਂ ਨੇ ਪ੍ਰਭਾਵ ਲਿਆ ਨਹੀਂ ਲਿਆ, ਲੈਣਾ ਚਾਹੀਦਾ ਸੀ ਨਹੀਂ ਲੈਣਾ ਚਾਹੀਦਾ ਸੀ, ਇਹ ਜਿਹੜਾ ਇੱਕ ਰਾਜਸੀ ਬੰਦਾ ਉਹਦੀ ਸੋਚ ਤੇ ਅਕਾਲ ਤਖਤ ਸਾਹਿਬ ਤੇ ਬੈਠੇ ਵਿਅਕਤੀ ਦੀ ਸੋਚ ਦਾ ਬਹੁਤ ਜ਼ਮੀਨ ਸਮਾਨ ਦਾ ਅੰਤਰ ਹੈ। ਅਸੀਂ ਰਾਜਨੀਤੀ ਕਰਨੀ ਆ, ਧਰਮ ਦੇ ਅਧੀਨ ਕਰਨੀ ਆ, ਪਰ ਅਕਾਲ ਤਖਤ ਸਾਹਿਬ ਨੇ ਸਮੁੱਚੇ ਗੁਰੂ ਦੇ ਸਿਧਾਂਤ ਦੇ ਤੌਰ ਤੇ ਵਿਚਰਨਾ। ਸੋ ਮੈਂ ਨਹੀਂ ਇਹ ਕਹਿੰਦਾ, ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਉੱਥੇ ਤਲਬ ਕੀਤਾ ਗਿਆ ਕਿ ਨਾ ਸਿੰਘ ਸਾਹਿਬ ਵੱਲੋਂ, ਤੇ ਉਹ ਤਲਬ ਹੋਇਆ ਉੱਥੇ, ਬਿਲਕੁਲ ਉੱਥੇ ਇਹ ਤਸਵੀਰ ਪੇਸ਼ ਹੋਈ ਕਿ ਅਕਾਲ ਤਖਤ ਵੱਡਾ ਤੇ ਰਾਜਾ ਛੋਟਾ, ਤੇ ਇਹੀ ਗੱਲ ਸਾਡੇ ਤੇ ਆਉਣੀ ਚਾਹੀਦੀ ਹੈ। ਉਹ ਪਿਛਲੇ ਦਿਨਾਂ 'ਚ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਪ੍ਰਭਾਵ ਇਸ ਤਰ੍ਹਾਂ ਦਾ ਗਿਆ,
ਪਰ ਜਿਹੜੇ ਉੱਥੇ ਰੁਤਬੇ ਤੇ ਬੈਠੇ ਸਤਿਕਾਰਯੋਗ, ਮੇਰੇ ਲਈ ਸਤਿਕਾਰਯੋਗ ਨੇ, ਜਿਹੜੇ ਵੀ ਰਹੇ ਜਾਂ ਅੱਗੇ ਆ ਜਾਂ ਹੁਣ ਬੈਠੇ ਆ, ਉਹਨਾਂ ਵੱਲੋਂ ਜਿਹੜੇ ਫੈਸਲੇ ਲਏ ਗਏ ਹੋਣਗੇ ਉਹ ਫੈਸਲੇ ਜਿਹੜੇ ਆ ਉਸ ਮਿਆਰ ਦੇ ਤੇ ਉਸ ਸਮੇਂ ਦੇ ਅਨੁਕੂਲ ਨਹੀਂ ਹੋਣਗੇ। ਇਸ ਕਰਕੇ ਅਕਾਲੀ ਦਲ ਦਾ ਸਿੱਧਾ ਦੋਸ਼ ਨਹੀਂ ਉਹ 'ਚ ਕਹਿ ਸਕਦੇ, ਪਰ ਅਸੀਂ ਕਹਿੰਦੇ ਆ ਵੀ ਅਸੀਂ ਇਸ ਵਿੱਚ ਪ੍ਰਭਾਵਿਤ ਜ਼ਰੂਰ ਹੁੰਦੇ ਹਾਂ। ਮੈਂ 2 ਮਿਸਾਲਾਂ ਦੇ ਨਾਲ ਗੱਲ ਨੂੰ ਹੋਰ ਸਪਸ਼ਟ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਸੂਬਿਆਂ ਦੇ ਵੱਧ ਹੱਕਾਂ ਦੇ ਲਈ ਮੁੱਦਈ ਰਹੀ ਹੈ ਤੇ ਇਹਨੂੰ ਬੜੀ ਫਖਰ ਦੇ ਨਾਲ ਜਿਹੜੇ ਅਕਾਲੀ ਸਿਆਸਤ ਦੇ ਧਾਰਨੀ ਰਹੇ ਆ ਉਹ ਪ੍ਰਚਾਰਦੇ ਰਹੇ ਨੇ। ਅਨੰਦਪੁਰ ਸਾਹਿਬ ਮਤੇ ਦੀ ਗੱਲ ਵੀ ਉਸੇ ਦੇ ਵਿੱਚ ਆਉਂਦੀ ਆ। ਪਰ ਜਦੋਂ 370 ਦਾ ਮਸਲਾ ਬਣਦਾ ਆ ਉਸ ਦੇ ਵਿੱਚ ਅਕਾਲੀ ਦਲ ਉਸ ਨੂੰ ਸਪੋਰਟ ਕਰਦੀ ਆ, ਯਾਨੀ ਕਿ ਇੱਕ ਤਾਂ ਇਹ ਕੰਟਰਾਡਿਕਟਰ ਪੋਜੀਸ਼ਨ ਹੈਗੀ ਆ। ਦੂਸਰੀ ਇਹ ਦੇਖਦੇ ਆ ਵੀ ਕਾਂਗਰਸ ਨੇ ਸਾਰੀ ਜ਼ਿੰਦਗੀ ਮਹਾਤਮਾ ਗਾਂਧੀ, ਸਰਦਾਰ ਵੱਲਭ ਭਾਈ ਪਟੇਲ ਨੂੰ ਆਪਣਾ ਮੰਨਿਆ। ਭਾਰਤੀ ਜਨਤਾ ਪਾਰਟੀ ਸਰਦਾਰ ਵੱਲਭ ਭਾਈ ਪਟੇਲ ਉਹਨਾਂ ਤੋਂ ਖੋਹ ਕੇ ਲੈ ਗਈ। ਪਰ ਤੀਸਰੇ ਪਾਸੇ ਜਦੋਂ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਨ ਤੇ ਅਸੀਂ ਮਤਲਬ ਕਿ ਆਪਣੇ ਸ਼ਖਸੀਅਤ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾਲੇ ਉਸ ਤੋਂ ਆਪਣੀ ਸ਼ਖਸੀਅਤ ਤੋਂ ਹੀ ਕਿਨਾਰਾ ਕਰ ਗਏ ਨੇ। ਮਤਲਬ ਇਹ ਤੁਸੀਂ ਜਿਹੜੇ ਕਹਿ ਰਹੇ ਹੋ ਵੀ ਸਾਡੇ ਕੋਲ ਗਲਤੀਆਂ ਹੋਈਆਂ, ਇਹ ਜਿਹੜੀਆਂ ਮੈਂ 2 ਮਿਸਾਲਾਂ ਦਿੱਤੀਆਂ ਇਹ ਵੀ ਉਸੇ ਗਲਤੀ ਦਾ ਸਿਲਸਿਲਾ ਹੈਗਾ ਆ। ਪਿਛਲੇ ਦਿਨਾਂ 'ਚ SOI ਦਾ ਹੀ ਇੱਕ ਲੀਡਰ ਹੈ, ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਭਾਈ ਜਸਵੰਤ ਸਿੰਘ ਖਾਲੜਾ ਨਾਲੋਂ ਪ੍ਰਕਾਸ਼ ਸਿੰਘ ਬਾਦਲ ਦੀ ਕਮਾਈ ਵੱਡੀ ਆ। ਸੋ ਇਹ ਸਾਰਾ ਕੁਝ ਹੋ ਰਿਹਾ, ਤੁਸੀਂ ਵੀ ਐਡਮਿਟ ਕਰ ਰਹੇ ਹੋ ਵੀ ਇਹ ਗਲਤੀਆਂ ਹੋਈਆਂ, ਪਰ ਇਸ ਨੂੰ ਲੈ ਕੇ ਕੋਈ ਬਲੂ ਪ੍ਰਿੰਟ ਹੈਗਾ? ਕਿਉਂਕਿ 17 'ਚ ਸ਼੍ਰੋਮਣੀ ਅਕਾਲੀ ਦਲ ਹਾਰੀ ਹੈ, 20 'ਚ ਹਾਰੀ ਹੈ, 22 'ਚ ਹਾਰੀ ਹੈ, ਉਸ ਦਾ ਕੋਈ ਅੱਗੇ ਵੀ ਬਲੂ ਪ੍ਰਿੰਟ ਤੇ ਹੋਏਗਾ ਨਾ। ਤੁਸੀਂ ਕੋਈ ਬਲੂ ਪ੍ਰਿੰਟ ਤੈਅ ਕੀਤਾ ਆ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਲਜ਼ਾਮ ਲੱਗਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਹੈ, ਤੇ ਮਤਲਬ ਪਰ ਹੈ ਤੇ ਚਲੋ ਇਹ ਇਕੱਠੇ ਹੀ ਹੈ, ਸ਼੍ਰੋਮਣੀ ਕਮੇਟੀ ਦਾ ਸਿਆਸੀ ਵਿੰਗ ਹੀ ਹੈ। ਪਰ ਮੈਂ ਸਾਰੀ ਮਿਸਾਲਾਂ ਤਾਂ ਦਿੰਦੇ ਹੋਏ ਇਹ ਕਹਿ ਰਿਹਾ ਵੀ ਤੁਸੀਂ ਵੀ ਉਹ ਗੱਲ ਨੂੰ ਮੰਨਦੇ ਹੋ ਕਿ ਅਤੀਤ 'ਚ ਸਾਡੇ ਕੋਲ ਗਲਤੀਆਂ ਹੋਈਆਂ, ਇਹ ਮਿਸਾਲਾਂ ਵੀ ਉਸੇ ਦਾ ਸਿਲਸਿਲਾ ਆ। ਉਸ ਦੇ ਬਾਵਜੂਦ ਕੋਈ ਬਲੂ ਪ੍ਰਿੰਟ ਹੈਗਾ ਆ ਆਪਣੇ ਕੋਲ? ਦੇਖੋ, ਇੱਕ ਗੱਲ ਜਿਹੜੀ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ, ਕਿਉਂਕਿ ਮੈਂ ਆਪ ਸੰਘਰਸ਼ 'ਚ ਰਿਹਾ, ਸੰਘਰਸ਼ ਨਾਲ ਸੰਬੰਧਿਤ ਕਿਸੇ ਨੇ ਕਦਮ ਵੀ ਕਿਉਂ ਨਹੀਂ ਪੁੱਟਿਆ, ਉਹ ਉਹਦਾ ਸਿਆਸੀ ਮਫਾਦ ਨਹੀਂ ਸੀ ਜੀ। ਸੰਤਾਂ ਦੀ ਸੋਚ, ਸੰਤਾਂ ਦੀ ਕਰਨੀ ਕੌਮ ਦੇ ਲਈ ਸੀ, ਮਨੁੱਖਤਾ ਦੇ ਭਲੇ ਲਈ ਸੀ, ਕਿਸੇ ਨਿੱਜੀ ਵਿਸ਼ੇਸ਼ ਵਿਅਕਤੀ ਲਈ ਨਹੀਂ ਸੀ। ਉਹ ਸੰਘਰਸ਼ ਵਿੱਚ ਕੋਈ ਵੀ ਆਇਆ ਉਹ ਮੇਰੇ ਲਈ ਸਤਿਕਾਰਯੋਗ ਆ। ਮੇਰੇ ਲਈ ਉਹ ਕਿਸੇ ਸਿਆਸੀ ਰੁਤਬੇ ਵਾਲੇ ਜਿੱਡੇ ਮਰਜ਼ੀ ਲੀਡਰ ਹੋਣ ਉਸ ਤੋਂ ਵੱਡਾ ਨਹੀਂ ਹੋ ਸਕਦਾ, ਉਸ ਤੋਂ ਛੋਟਾ ਨਹੀਂ ਹੋ ਸਕਦਾ। ਦੂਜੀ ਗੱਲ, ਜਿਹੜੀ ਗੱਲ ਤੁਸੀਂ ਕਰਦੇ ਹੋ ਕਿ SOI ਦੇ ਕਿਸੇ ਮੁੰਡੇ ਨੇ ਇਹ ਗੱਲ ਕਹੀ ਆ, ਮੈਂ ਇਹਦੀ ਖੁੱਲ੍ਹ ਕੇ ਇਸ ਗੱਲ ਦਾ ਵਿਰੋਧ ਕਰਦਾ। ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਹੈਗੇ, ਜੇ ਉਹਨਾਂ ਨੂੰ ਇਹ ਗੱਲ ਪੁੱਛਦੇ ਤਾਂ ਉਹਨਾਂ ਨੇ ਵੀ ਇਹ ਕਹਿਣਾ ਸੀ ਕਿ ਸਾਡੇ ਲਈ ਮਹਾਨ ਨੇ ਖਾਲੜਾ ਸਾਹਿਬ। ਜੇ ਅੱਜ ਸੁਖਬੀਰ ਸਿੰਘ ਬਾਦਲ ਆ, ਉਹਨੂੰ ਪੁੱਛੋ ਇਸ ਗੱਲ ਲਈ, ਉਹ ਵੀ ਇਹੀ ਗੱਲ ਕਹੇਗਾ। ਲੀਡਰਸ਼ਿਪ ਦੇ ਵਿੱਚ ਇਹ ਗੱਲ ਦਾ ਸਤਿਕਾਰ ਹੈ। ਜੇ ਕਿਸੇ ਵਰਕਰ ਨੇ ਆਪਦੀ ਬੁੱਧੀ ਮੁਤਾਬਕ ਇਹ ਗੱਲ ਕਹੀ, ਉਹਨੂੰ ਪਾਰਟੀ ਦਾ ਏਜੰਡਾ ਨਹੀਂ ਮੰਨਿਆ ਜਾ ਸਕਦਾ। ਜਿਹੜਾ ਕੁਛ ਉਹਨੇ ਕਿਹਾ ਕਿ ਮੈਂ ਓਪਨਲੀ ਤੁਹਾਡੇ 'ਤੇ ਇਹ ਗੱਲ ਕਹਿਣਾ ਕਿ ਉਸ ਦੀ ਨਲਾਇਕੀ ਆ, ਉਹਦੀ ਘੱਟ ਬੁੱਧੀਮਤਾ ਦੀ ਗੱਲ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਸਟੇਟਸਮੈਨ ਰਾਜਨੀਤਿਕ ਸਨ, ਪਰ ਜੇ ਅਸੀਂ ਖਾਲੜਾ ਦੀ ਗੱਲ ਕਰੀਏ, ਖਾਲੜਾ ਇੱਕ ਸ਼ਹੀਦ ਹੈ ਜਿਹਨੇ ਕੌਮ ਦੇ ਲਈ ਕੁਰਬਾਨੀ ਕੀਤੀ ਹੈ, ਤੋਲਿਆ ਨਹੀਂ ਜਾ ਸਕਦਾ। ਬਿਲਕੁਲ ਵੱਖਰਾ ਵੱਖਰਾ ਫੀਲਡ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਆਪਦੇ ਖੇਤਰ ਵਿੱਚ ਬਹੁਤ ਚੰਗਾ ਕੰਮ ਕੀਤਾ। ਰਾਜਸੀ ਤੌਰ ਤੇ ਉਹਦਾ ਵਿਰੋਧ ਬਹੁਤ ਹੋ ਸਕਦਾ, ਪਰ ਜਦੋਂ ਉਹ ਇਸ ਧਰਤੀ ਤੋਂ ਗਏ ਤੇ ਉਸ ਤੋਂ ਬਾਅਦ ਇਸ ਗੱਲ ਦਾ ਸ਼ੀਸ਼ਾ ਸਪਸ਼ਟ ਹੋਇਆ, ਸਭ ਪਰਦੇ ਚੱਕੇ ਗਏ ਕਿ ਹਾਂ ਯਾਰ ਇੱਕ ਉਹ ਐਸਾ ਚੰਗਾ ਬੰਦਾ ਸੀ। ਹਾਲਾਂਕਿ ਸਿਆਸੀ ਤੌਰ ਤੇ ਬਹੁਤ ਵਿਰੋਧ ਹੁੰਦੇ ਨੇ, ਪਰ ਉਹ ਚੰਗਾ ਸੀ। ਪਰ ਉਹਨੂੰ ਖਾਲੜਾ ਸਾਹਿਬ ਦੀ ਕੁਰਬਾਨੀ ਦੇ ਬਰਾਬਰ ਨਹੀਂ ਤੋਲਿਆ ਜਾ ਸਕਦਾ। ਖਾਲੜਾ ਮਹਾਨ ਹੈ। ਉਹ SOI ਦੇ ਲੀਡਰ ਦੀ ਗਲਤੀ ਹੈ। ਗਰੇਵਾਲ ਸਾਹਿਬ 1947 'ਚ ਜਦੋਂ ਵੰਡ ਹੋਈ, ਮਤਲਬ ਬਹੁਤ ਵੱਡਾ ਜ਼ਖਮ ਹੈ ਸਾਡੇ ਲਈ ਉਹ, ਤੇ ਉਸ ਜ਼ਖਮ ਦੇ ਵਿੱਚੋਂ ਭਵਿੱਖ ਦੀ ਕੋਈ ਉਮੀਦ ਲੱਭਣੀ, ਉਹ ਸਾਡਾ ਸੰਘਰਸ਼ ਸੀ। ਇਸੇ ਕਰਕੇ ਉਹ ਸਿੰਘ ਬੜੇ ਕਮਾਈ ਵਾਲੇ ਹੋਣਗੇ ਜਿਨ੍ਹਾਂ ਨੇ ਸਾਨੂੰ ਅਰਦਾਸ ਦੇ ਅੰਦਰ ਉਹ ਸ਼ਬਦ ਦਿੱਤੇ ਤਾਂ ਕਿ ਸਿੱਖਾਂ ਦੇ ਮਨ 'ਚ ਵਿਛੜੇ ਗੁਰਧਾਮਾਂ ਦਾ ਦਰਦ ਵੀ ਰਵੇ, ਅਰਦਾਸ ਵੀ ਕਰੀਏ। ਕਿਉਂਕਿ
ਅਖੀਰ ਤੇ ਸਿੱਖਾਂ ਨੇ ਸੱਚੇ ਪਾਤਸ਼ਾਹ ਕੋਲ ਹੀ ਆਪਣਾ ਆਸਰਾ ਲੱਭਣਾ ਆ। ਪਰ ਉਸ ਦੇ ਵਿੱਚ ਨਾ ਇੱਕ ਇਹ ਦੇਖਦੇ ਰਹੇ ਆਪਾਂ ਵੀ ਵੰਡ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਨਕਾਣਾ ਸਾਹਿਬ ਦੀ ਸੇਵਾ ਰਹੀ, ਜਿਹੜੀ ਕਿ 6 ਮਹੀਨੇ ਲਈ ਜਥਾ ਇੱਕ ਜਾਂਦਾ ਸੀ, ਉਹ ਸੇਵਾ ਸੰਭਾਲਦਾ ਸੀ। ਉਸ ਤੋਂ ਬਾਅਦ ਉਹ ਵਾਪਸ ਹੁੰਦਾ ਸੀ, ਅਗਲਾ ਜਥਾ ਜਾਂਦਾ ਸੀ। ਹੌਲੀ ਹੌਲੀ ਉਹ ਸੇਵਾ ਵੀ ਸਾਡੇ ਕੋਲੋਂ ਚਲੇਗੀ। ਫਿਰ ਮੁਕਾਮ ਇੱਥੋਂ ਤੱਕ ਪਹੁੰਚ ਗਿਆ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਵੱਖਰੀ ਬਣ ਗਈ। ਮਤਲਬ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ, ਇਸ ਨੂੰ ਕਿਵੇਂ ਇੱਕ ਕੀਤਾ ਜਾ ਸਕਦਾ ਹੈ? ਇਹ ਕੀ ਇੱਕ ਕਰਨਾ ਜ਼ਰੂਰੀ ਹੈ ਤੇ ਕਿਵੇਂ ਜ਼ਰੂਰੀ ਹੈ? ਇਹਦੇ 'ਚ ਮੈਂ ਫਿਰ ਇਹ ਗੱਲ ਕਰਦਾ, ਮੈਂ ਇਕੱਲੇ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਸੀ, ਮਨਸ਼ਾ ਦੀ ਗੱਲ ਕੀਤੀ ਸੀ। ਤੁਸੀਂ ਦੇਖੋ ਕਿ ਬਲੂ ਸਟਾਰ ਆਪਰੇਸ਼ਨ ਹੁੰਦਾ ਹੈ, ਦੋ ਪਾਰਟੀਆਂ ਇੱਕ ਦੂਜੇ ਦੀ ਧੁਰ ਤੋਂ ਇੱਕ ਦੂਜੇ ਦੀ ਮੁਖਾਲਫਤ ਨੇ, ਕਾਂਗਰਸ ਤੇ ਜਿਹੜੀ ਉਹ ਬੀਜੇਪੀ ਜੀ। ਇੱਕ ਮਾਨਸਿਕਤਾ ਹਿੰਦੂ ਮਾਨਸਿਕਤਾ ਵਾਲੀ ਹੈ, ਇੱਕ ਚਲੋ ਕਾਂਗਰਸ ਆ। ਜਦੋਂ ਹਮਲਾ ਹੁੰਦਾ ਉਸ ਮਾਮਲੇ 'ਚ ਸਾਰੇ ਇਕੱਠੇ ਨੇ। ਦਿੱਲੀ ਕਤਲੇਆਮ ਹੁੰਦਾ ਜਾਂ ਕੁਝ ਵੀ ਹੁੰਦਾ, ਕਿੰਨੀ ਦੇਰ ਉਹ ਕੇਸ ਦੱਬੇ ਰਹੇ। ਜਿਹੜੀ ਬੀਜੇਪੀ ਸੀ ਉਸ ਦੀ ਇੱਕ ਮਜਬੂਰੀ ਬਣ ਗਈ ਜਦੋਂ ਅਕਾਲੀ ਦਲ ਨਾਲ ਗੱਠਜੋੜ ਹੋਇਆ। ਕਾਂਗਰਸ ਦੇ ਵਿਰੋਧ ਨੂੰ ਲੈ ਕੇ ਉਹਨਾਂ ਨੇ ਕੁਝ ਕੰਮ ਕੀਤਾ ਜਿਹਦੇ ਲਈ ਕੁਝ ਬੰਦੇ ਅੰਦਰ ਹੋਏ ਨੇ। ਕਰਤਾਰਪੁਰ ਕੋਰੀਡੋਰ ਬਣ ਗਿਆ, ਕਿੰਨੀ ਕੁ ਮਨਸ਼ਾ ਸੀਗੀ। ਮੈਂ ਫਿਰ ਵੀ ਕਿਰਤ ਕਹਾਣੀ ਸਿੱਖ ਕਿਰਤ ਕਹਾਣੀ ਹੁੰਦਾ ਜੀ, ਕਿੰਨੀ ਕੁ ਮਨਸ਼ਾ ਸੀਗੀ ਕਿ ਬਣਾ ਦਿੱਤਾ ਜਾਵੇ, ਕਿੰਨਾ ਫਾਰਮੈਲਿਟੀ ਬਣੀ, ਕੀ ਕੁਝ ਬਣਿਆ, ਗੱਲ ਕੁਝ ਵੀ ਨਹੀਂ ਸੀ, ਪਰ ਫਿਰ ਵੀ ਬਣ ਗਿਆ। ਅਸੀਂ ਇਸ ਗੱਲ ਲਈ ਕਦੇ ਵੀ ਡਿਨਾਈ ਨਹੀਂ ਕਰਾਂਗੇ ਕਿ ਜਿਹੜਾ ਕੁਝ ਬੀਜੇਪੀ ਨੇ ਕੀਤਾ ਹੋਊਗਾ, ਸਿੱਖਾਂ ਦੇ ਕਤਲੇਆਮ ਦੇ ਮਾਮਲੇ 'ਚ ਕੇਸ ਖੋਲ੍ਹੇ, ਅੱਜ ਵੀ ਸੱਜਣ ਕੁਮਾਰ ਅੰਦਰ ਆ, ਟਰੈਕਟਰ ਤੇ ਦੁਆਰਾ ਚੱਲ ਰਿਹਾ, ਹੋਰ ਚੱਲ ਰਿਹਾ, ਇਹ ਕਹਿੰਦੇ ਅਸੀਂ ਚੰਗੀ ਗੱਲ ਆ। ਪਰ ਕਾਰਨ ਕੀ ਹੈ ਕਿ ਜਿਹੜੀ ਸਿੱਖ ਸਾਡੇ ਖਿਲਾਫ ਕਿਉਂ ਤੁਰੇ ਇਹ? ਤੁਸੀਂ ਸੋਚੋ ਕਿ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਾਂ ਆਜ਼ਾਦੀ ਵੇਲੇ 1922 ਦੇ ਵਿੱਚ ਇਹ ਸਾਰੇ ਮਦਨ ਮੋਹਨ ਮਾਲਵੀਆ, ਫਲਾਨਾ ਨਹਿਰੂ, ਸਾਰੇ ਪਟੇਲ ਇਕੱਠੇ ਹੁੰਦੇ ਆ। ਤੁਸੀਂ ਜੀ ਸਿੱਖ ਆ ਜਿਹੜੇ ਗੁਰਦੁਆਰੇ ਦੀ ਜਿਹੜੇ ਇਹਨਾਂ ਨੇ ਆਜ਼ਾਦ ਕਰਾਏ ਤੇ ਸੁਧਾਰ ਲਹਿਰ ਦੇ ਵਿੱਚ ਪਹਿਲੀ ਲੜਾਈ ਜਿੱਤੀ ਆ, ਵੱਡਾ ਕਹਿੰਦੇ ਵੀ ਹੁਣ ਤੁਸੀਂ ਇਹ ਕਰਨਾ ਕਿ ਸਾਰਾ ਦੇਸ਼ ਗੁਰਦੁਆਰਾ ਹੈ ਤੇ ਤੁਸੀਂ ਦੇਸ਼ ਨੂੰ ਗੁਰਦੁਆਰਿਆਂ ਵਾਂਗ ਆਜ਼ਾਦ ਕਰਾਉਣਾ। ਇਹ ਗੱਲ ਕਹੀ ਨਾ, ਬਿਲਕੁਲ। ਇਹਦਾ ਮਤਲਬ ਕਿ ਸਾਡੇ ਲਈ ਬੜਾ ਰਿਸਪੈਕਟ ਸੀ ਉਹਨਾਂ ਨੂੰ। ਅਸੀਂ ਆਜ਼ਾਦੀ ਤੱਕ 47 ਤੱਕ ਜਿਹੜਾ ਕੁਛ ਕੀਤਾ, ਪਰ ਜਦੋਂ ਵੰਡ ਹੋਈ ਉਦੋਂ ਸਾਡੀ ਲੀਡਰਸ਼ਿਪ ਦਾ ਫੈਸਲਾ ਸਹੀ ਸੀ ਜਾਂ ਗਲਤ ਸੀ, ਵੱਖਰੇ ਵਿਚਾਰ ਨੇ, ਪਰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਮੰਨ ਲਓ ਇੱਕ ਗਲਤੀ ਕਰਤੀ ਹੈ ਨਾ ਜੀ। ਪਰ ਉਸ ਸਮੇਂ ਤੋਂ ਬਾਅਦ ਇੱਕਦਮ ਸਾਡੇ ਖਿਲਾਫ ਕਿਉਂ ਆਏ? ਅਸੀਂ ਤਾਂ ਦੇਸ਼ ਨੂੰ ਯਾਦ ਕਰਾਇਆ, ਸਾਡੀ ਉਦੋਂ ਤਾਂ ਕੋਈ ਲੜਾਈ ਨਹੀਂ ਸੀ ਪਈ। ਉਹਨਾਂ ਦੀ ਇੱਕ ਮਾਨਸਿਕਤਾ ਸੀਗੀ ਕਿ ਇਹ ਲੋਕਾਂ ਦੇ ਅੰਦਰ ਜਿਹੜੀ ਜਬਲ ਤੇ ਜ਼ੁਲਮ ਦੇ ਖਿਲਾਫ ਇਹਨਾਂ ਦੇ ਅੰਦਰ ਇੱਕ ਡੈਡੀਕੇਸ਼ਨ ਹੈ ਜੀ, ਉਹ ਸਾਡੇ ਵਾਸਤੇ ਕੱਲ੍ਹ ਨੂੰ ਸਿਰਦਰਦੀ ਬਣ ਸਕਦੀ ਹੈ। ਕਿਉਂ ਆਜ਼ਾਦੀ ਤੋਂ ਤੁਰੰਤ ਬਾਅਦ ਕਿਉਂ ਕੱਢਿਆ ਜੀ ਸਰਕੂਲਰ ਕਿ ਜਿਹੜੇ ਸਿੱਖ ਜਰੈਮ ਪੇਸ਼ਾ? ਕਾਰਨ ਕੀ ਸੀ ਕਿ ਸਿੱਖ ਜਰੈਮ ਪੇਸ਼ਾ ਸੀ, ਜਾਣਦੇ ਸੀ ਸਾਰਾ ਕੁਝ, ਪਰ ਉਹਨਾਂ ਨੇ ਇਸ ਗੱਲ ਦੇ ਵਿੱਚ ਕਿਹਾ ਕਿ ਇਹਨਾਂ ਲੋਕਾਂ ਨੂੰ ਮਾਰੋ, ਇਹਨਾਂ ਨੂੰ ਖਤਮ ਕਰੋ, ਧਾਰਮਿਕ ਤੌਰ ਤੇ ਖਤਮ ਕਰੋ, ਤਾਂ ਕਿ ਇਹ ਸਾਡੇ ਲਈ ਸਿਰਦਰਦੀ ਨਾ ਬਣ। ਉਹ ਸਿੱਖ ਦੀ ਸਿਰਦਰਦੀ ਸਾਰਿਆਂ ਲਈ ਹੈ, ਚਾਹੇ ਬੀਜੇਪੀ ਆ ਗਈ, ਚਾਹੇ ਕਾਂਗਰਸ ਆ ਗਈ, ਚਾਹੇ ਹੁਣ ਆਮ ਆਦਮੀ ਤੁਰੀ ਫਿਰਦੀ, ਚਾਹੇ ਕੋਈ ਆ, ਸਭ ਲੋਕ ਇਹ ਸੋਚਦੇ ਸਾਡੇ ਲਈ ਸਿਰਦਰਦੀ ਆ। ਤੇ ਦੋ ਗੱਲਾਂ ਦਾ ਆਪਾਂ ਵਿਚਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਇੱਕ ਸੰਸਥਾ ਦੁਨੀਆ ਦੇ ਅੰਦਰ, ਸਾਨੂੰ ਤਾਂ ਐਡਾ ਮਾਣ ਹੋਣਾ ਚਾਹੀਦਾ ਸਿੱਖਾਂ ਨੂੰ। ਅਸੀਂ ਹਾਲਾਤਾਂ ਦੇ ਵਿੱਚ ਵਹਿ ਜਾਂਦੇ ਹਾਂ, ਅਸੀਂ ਆਪਣੇ ਟਾਹਣੇ ਨੂੰ ਉਸੇ ਨੂੰ ਵੱਢਣ ਲੱਗ ਜਾਂਦੇ ਹਾਂ ਜਿੱਤੇ ਅਸੀਂ ਬੈਠੇ ਹਾਂ। ਹੁਣ ਕਾਹਦੇ ਲਈ ਹਰਿਆਣਾ ਕਮੇਟੀ ਤੋੜਨ ਦਾ ਕੀ ਮਕਸਦ ਸੀ ਜੀ? ਦੋਸ਼ ਲਾ ਦਿਓ ਕਿ ਠੀਕ ਆ ਜੀ ਅਕਾਲੀ ਦਲ ਦੇ ਇੱਕ ਲੀਡਰਾਂ ਨੇ ਆਹ ਕੀਤਾ, ਫਲਾਨਾ ਕੀਤਾ, ਟਿਕਟ, ਬਹੁਤ ਦੋਸ਼ ਲੱਗ ਸਕਦੇ ਆ, ਪਰ ਯਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਦੀ ਜਾਇਦਾਦ ਨਹੀਂ ਹੈ। ਚੁਣ ਕੇ ਆਉਂਦੇ ਨੇ ਲੋਕ। ਅੱਜ ਜੇ ਅਸੀਂ ਕਹਿੰਦੇ ਹਾਂ ਕਿ ਇੱਕ ਆਦਤ ਬਣ ਗਈ ਆ ਕਿ ਅਕਾਲੀ ਦਲ ਉੱਥੇ ਕਾਬਜ ਕਿੱਥੋਂ ਨੇ? ਲੋਕਾਂ ਨੇ ਚੁਣ ਕੇ ਭੇਜੇ ਆ। ਉਹ ਠੀਕ ਆ, ਵੱਧ ਗਿਣਤੀ ਅਕਾਲੀ ਦਲ ਦੀ ਆ ਤੇ ਉੱਥੇ ਬੈਠੇ ਨੇ ਤੇ ਉਹ ਫੈਸਲਾ ਕਰ ਲੈਂਦੇ ਨੇ, ਤੇ ਉਹ ਫੈਸਲੇ ਵਿੱਚ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਕੇ ਸਮਝੌਤਾ ਕਰਾਉਂਦਾ ਵੀ ਭਾਈ ਆਹ ਬੰਦਾ ਚੁਣ ਲਓ, ਤੇ ਇਹ ਕੋਈ ਮਾੜੀ ਗੱਲ ਨਹੀਂ, ਠੀਕ ਹੈ ਨਾ, ਤੇ ਸਿਰਫ ਬਦਨਾਮ ਕਰਨ ਲਈ। ਸੋ ਇਹ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਆ ਜਿਹਨੂੰ ਸਿੱਖਾਂ ਨੂੰ ਪੜ੍ਹਨਾ ਪਏਗਾ, ਸਮਝਣਾ ਪਏਗਾ। ਇਸ ਗੱਲ ਦੇ ਲਈ ਹੁਣ ਕੋਈ ਗੱਲ ਕਰਦੀ ਆ, ਹੁਣ ਤੁਸੀਂ ਵੀਰਵਾਲ ਦਿਵਸ ਦਾ ਮਸਲਾ ਲਾ ਲਓ ਕਿ ਵੀਰਵਾਲ ਦਿਵਸ ਉਹਨਾਂ ਨੇ ਮਨਾਉਣ ਦਾ ਫੈਸਲਾ ਕਰ ਲਿਆ, ਤੇ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਵੀਰਵਾਲ ਦਿਵਸ ਨਹੀਂ ਹੈ, ਸਾਹਿਬਜ਼ਾਦਾ ਸ਼ਹਾਦਤ ਦਿਵਸ ਮਨਾਓ ਜੀ। ਉਸ ਗੱਲ ਲਈ ਇੱਕ ਸਮਝੌਤਾ ਵੀ ਹੁੰਦਾ ਵੀ ਇੱਕ ਸ਼ਬਦ ਉਹਨਾਂ ਦਾ ਰੱਖ ਲਓ, ਪਰ ਉਸ ਨੂੰ ਮਨਾਇਆ ਜਾਂਦਾ ਤੇ ਹਰਿਆਣਾ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਉਹਦਾ ਸਮਰਥਨ ਕਰਦੀ ਹੈ। ਉਹ ਇਸੇ ਕਰਕੇ ਉਹਨਾਂ ਨੇ ਆਪਣੇ ਪਪਟ ਬਿਠਾਤੇ ਕਿ ਸਾਡੀ ਬੋਲੀ ਬੋਲਣ। ਅਕਾਲੀ ਦਲ ਜਿੱਤਿਆ ਦਿੱਲੀ ਵਿੱਚ, ਉਹ ਸਾਰੇ ਕਨਵਰਟ ਕਰ ਲਏ, ਰਾਜ ਦਾ ਜ਼ੋਰ ਹੁੰਦਾ, ਪ੍ਰਭਾਵ ਬਣਾ ਲਿਆ, ਵਪਾਰੀ ਲੋਕ ਸੀ,
ਪਰ ਸਿੱਖ ਏਸੀ ਮਾਨਸਿਕਤਾ ਨੂੰ ਝੱਲਦੇ ਨਹੀਂ ਹੈ। ਅੱਜ ਦਿੱਲੀ ਕਮੇਟੀ ਜਿੰਨੀ ਮਰਜ਼ੀ ਬੈਠੀ ਹੈ ਪਰ ਸਿੱਖਾਂ 'ਚ ਪ੍ਰਵਾਨ ਨਹੀਂ ਹੈਗੀ। ਹਰਿਆਣਾ ਕਮੇਟੀ ਦਾ ਜੋ ਹਾਲਾਤ ਬਣਿਆ ਤੁਸੀਂ ਦੇਖੋ 7-8 ਮਹੀਨੇ ਦੇ ਵਿੱਚ ਕੀ ਕੁਛ ਵਾਪਰਿਆ ਉੱਥੇ, ਕਿੱਡੀ ਸ਼ਰਮਨਾਕ ਗੱਲ ਸੀ। ਤੋ ਇਹ ਗੱਲ ਸਾਨੂੰ ਦੇਖਣੀ ਪਏਗੀ ਕਿ ਇਹ ਸਾਰੀਆਂ ਧਿਰਾਂ ਸਿੱਖੀ ਦੇ ਖਿਲਾਫ ਨੇ ਤੇ ਸਿੱਖੀ ਜਿਹੜੀ ਆ ਮੁੱਢ ਆ, ਮੋਰਚਾ ਵਾ, ਉਹਨੂੰ ਤੋੜਨਾ ਚਾਹੁੰਦੀਆਂ। ਉਹ ਇਸ ਕਰਕੇ ਸਾਰਾ ਕੁਝ ਹੋ ਰਿਹਾ। ਹਰਿਆਣਾ ਤੋੜਤਾ, ਚਲੋ ਜਿਹੜਾ ਬਾਰਡਰ ਲੰਘਿਆ ਉਹ ਵੱਖਰੀ ਗੱਲ ਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੇ ਜਦੋਂ ਰਿਸ਼ਤੇ ਸੁਖਾਵੇਂ ਨਾ ਰਹੇ ਤੇ ਉਹਦੇ ਵਿੱਚ ਅਸੀਂ ਵੀ ਮਾਰ ਖਾਧੀ। ਅਸੀਂ ਪਹਿਲਾਂ ਵੀ ਮਾਰ ਖਾਧੀ, ਅਸੀਂ ਲੋਕ ਮਰਵਾਉਣ ਲਈ ਵੀ ਮਾਰ ਖਾਧੀ, ਅਸੀਂ ਆਪਣਾ ਗਵਾਉਣ ਲਈ ਵੀ ਮਾਰ ਖਾਧੀ, ਸਭ ਕੁਝ ਕੀਤਾ। ਤੇ ਇਹ ਪਾਕਿਸਤਾਨ ਨੇ ਫਿਰ ਉੱਥੇ ਆਪਣਾ ਪ੍ਰਬੰਧ ਕਰ ਲਿਆ ਕਿਉਂਕਿ ਬਾਹਰ ਦੇ ਸਿੱਖ ਉੱਥੇ ਆਏ ਜਾਂ ਹੋਰ ਆਏ, ਉਹ ਉਸ ਤਰ੍ਹਾਂ ਦਾ ਗੱਲ ਹੋ ਗਿਆ। ਚਲੋ ਅਸੀਂ ਇਹ ਗੱਲ ਮੰਨਦੇ ਹਾਂ ਕਿ ਚੰਗਾ ਪ੍ਰਬੰਧ ਹੋ ਰਿਹਾ। ਇਹ ਗੱਲ ਸਾਨੂੰ ਇਸ ਗੱਲ ਲਈ ਸਕੂਨ ਹੈ ਕਿ ਭਾਵੇਂ ਅਸੀਂ ਜਥੇਦਾਰ ਤੋਂ ਜਾਂਦੇ ਹਾਂ, ਅਸੀਂ ਉੱਥੇ ਜਾਂਦੇ ਹਾਂ ਤੇ ਸਾਨੂੰ ਲੱਗਦਾ ਵੀ ਸਿੱਖਾਂ ਦਾ ਜਿਹੜਾ ਮੱਕਾ ਬਾਬੇ ਨਾਨਕ ਦਾ ਘਰ ਆ ਜਿਹੜਾ ਜੀ ਉਹ ਠੀਕ ਆ। ਇਹੀ ਕਾਰਨ ਹੈ ਕਿ ਇਹਨਾਂ ਲੋਕਾਂ ਦੀ ਮਨਸ਼ਾ ਜਿਹੜੀ ਆ ਸਿੱਖੀ ਪ੍ਰਤੀ ਬਹੁਤ ਨਫ਼ਰਤ ਭਰੀ ਆ। ਹਰ ਗੱਲ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੀ ਚੜ੍ਹਦੀ ਕਲਾ ਜਾਂ ਸਿੱਖਾਂ ਦੀ ਕੁਰਬਾਨੀ ਨੂੰ ਡੀਫੇਮ ਕੀਤਾ ਜਾਣ ਦੀ ਕੋਸ਼ਿਸ਼ ਕਰਦੇ ਆ। ਹੁਣ ਵੀ ਲਾ ਲਓ ਜੀ, ਆਹ ਦਿੱਲੀ ਦੇ ਵਿੱਚ ਜਿਹੜਾ ਮੋਦੀ ਤੇ ਕੀ ਨਾ ਸਿੱਖ ਦੇ ਇੱਕ ਪ੍ਰੋਗਰਾਮ ਹੁੰਦਾ, ਉਸ ਪ੍ਰੋਗਰਾਮ ਦੇ ਤੇ ਤਰਲੋਚਨ ਸਿੰਘ ਬੜੇ ਸਿਆਣੇ ਬੰਦੇ ਨੇ, ਅਸੀਂ ਤਾਂ ਕਹਿੰਦੇ ਹਾਂ ਵੀ ਚੰਗੀਆਂ ਗੱਲਾਂ ਵੀ ਕੀਤੀਆਂ ਉਹਨਾਂ ਨੇ, ਤੇ ਉਹ ਉੱਥੇ ਇੱਕ ਨਵਾਂ ਇਤਿਹਾਸ ਪੇਸ਼ ਕਰ ਦਿੰਦੇ ਨੇ ਵੀ ਜੀ ਮਾਸਟਰ ਤਾਰਾ ਸਿੰਘ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਕਿ ਉਹਨੇ ਸਾਵਰਕਰ ਦੀ ਉਹ ਗੱਲ ਕੀਤੀ। ਮੈਂ ਇੱਥੇ ਕੋਈ ਸਾਵਰਕਰ ਨੂੰ ਡੀਫੇਮ ਕਰਨ ਦੀ ਗੱਲ ਨਹੀਂ ਕਰਦਾ, ਪਰ ਇਹ ਗੱਲ ਨੂੰ ਕੌਣ ਮੁੱਕਰ ਸਕਦਾ ਕਿ ਸਾਵਰਕਰ ਕਿੰਨੀ ਵਾਰ ਮਾਫੀ ਮੰਗ ਕੇ ਜੇਲ੍ਹ ਤੋਂ ਬਾਹਰ ਆਇਆ। ਤੇ ਉਸ ਲਈ ਇਸ ਲਈ ਸਿੱਖਾਂ ਦਾ ਲੀਡਰ ਨੂੰ ਇਹ ਕੀਤਾ ਜਾਂਦਾ ਕਿ ਉਹਨੇ ਵਕਾਲ ਮਿਲਿਆ ਹੋਊਗਾ, ਕਿਤੇ ਐਜੂਕੇਸ਼ਨ ਇਕੱਠੇ ਹੋਏ ਹੋਣਗੇ, ਪਰ ਉਹਨਾਂ ਦਾ ਗ੍ਰਿਫਤਾਰੀ ਤਾਂ ਇਸ ਕਰਕੇ ਸੀ ਕਿ ਗਾਂਧੀ ਹੋਣਾ ਨੇ ਜਿਸ ਗੱਲ ਲਈ ਕਹਿੰਦੇ ਹੁੰਦੇ ਵਾਅਦਾ ਖਿਲਾਫੀ ਕੀਤੀ, ਉਹਦੇ ਖਿਲਾਫ ਸਿੱਖਾਂ ਨੇ ਦਿੱਲੀ 'ਚ ਇੱਕ ਪ੍ਰੋਗਰਾਮ ਰੱਖ ਲਿਆ ਤੇ ਰਾਹ ਜਾਂਦੇ ਮਾਸਟਰ ਤਾਰਾ ਸਿੰਘ ਨਰੇਲਾ ਤੋਂ ਫੜ ਲਿਆ, ਗ੍ਰਿਫਤਾਰ ਕਰ ਲਿਆ। ਇਹ ਚੀਜ਼ਾਂ ਲਿਆਂਦੀਆਂ ਜਾ ਰਹੀਆਂ ਨੇ, ਜਾਣ ਬੁੱਝ ਕੇ ਲਿਆਂਦੀਆਂ ਜਾ ਰਹੀਆਂ ਨੇ। ਸਾਡੇ ਲੋਕਾਂ ਤੋਂ ਜਿਹਦੇ ਤੇ ਵੱਡੀ ਦਸਤਾਰ ਸਜੀ ਹੋਈ ਆ ਉਹਦੇ ਤੋਂ ਘੋਈਆਂ ਜਾ ਰਹੀਆਂ ਨੇ। ਇਹ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਸਿੱਖਾਂ ਤੇ ਇੱਕ ਵੱਡਾ ਹਮਲਾ ਤੇ ਸਿੱਖਾਂ ਨੂੰ ਅੱਜ ਸੋਚਣਾ ਪਏਗਾ। ਕਿਸੇ ਨੇ ਝੰਡੇ ਨਾਲ ਰਹਿਣਾ, ਕਿਸੇ ਨੇ ਚਿੱਟੇ ਨਾਲ ਰਹਿਣਾ, ਕਿਸੇ ਨੇ ਤਿੰਨ ਰੰਗੇ ਨਾਲ ਰਹਿਣਾ, ਕਿਸੇ ਨੇ ਕਿਹ ਨਾਲ ਰਹਿਣਾ, ਰਹੋ, ਪਰ ਸਿੱਖੀ ਦੀ ਗੱਲ ਜਿੱਥੇ ਆਉਂਦੀ ਆ ਉਹਦੇ ਵਾਸਤੇ ਸੋਚੋ ਤੇ ਇਕੱਠੇ ਹੋਵੋ। ਇਸ ਤੋਂ ਬਗੈਰ ਸਾਡੀ ਆਉਣ ਵਾਲੀ ਗਤੀ ਨਹੀਂ। ਹਾਂ, ਇਹ ਗੱਲ ਪੱਕੀ ਆ ਕਿ ਗੁਰੂ ਦਾ ਸਿਧਾਂਤ ਨਹੀਂ ਮਰਨਾ, ਗੁਰੂ ਦੀ ਸਿੱਖੀ ਨਹੀਂ ਮਰਨੀ। ਅਸੀਂ ਰੋਲ ਕੀ ਕਰਦੇ ਹਾਂ, ਇਤਿਹਾਸ ਨੇ ਉਹ ਲਿਖਣਾ। ਗਰੇਵਾਲ ਸਾਹਿਬ, ਇਹ ਇੱਕ ਵਾਰ ਨਹੀਂ ਹੋਇਆ, ਤੁਸੀਂ ਤਰਲੋਚਨ ਸਿੰਘ ਉਹਨਾਂ ਦਾ ਜ਼ਿਕਰ ਕੀਤਾ। ਉਹਨਾਂ ਦਾ ਹੀ ਇੱਕ ਆਰਟੀਕਲ ਹੈ ਜਿਸ ਦੇ ਵਿੱਚ ਉਹਨਾਂ ਬਕਾਇਦਾ ਇਹ ਕੀਤਾ ਵੀ ਗੁਰੂ ਨਾਨਕ ਪਾਤਸ਼ਾਹ ਭਾਰਤ ਨੂੰ ਜੋੜਨ ਲਈ ਆਏ ਸਨ। ਮਤਲਬ ਭਾਰਤ ਜੋੜੋ ਯਾਤਰਾ ਦੇ ਨਾਲ ਉਹਨਾਂ ਨੇ ਕੰਪੇਅਰ। ਹਾਲਾਂਕਿ ਜੇ ਆਪਾਂ ਦੇਖੀਏ ਵੀ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਜਿਹੜੀਆਂ ਉਹ ਹੁਣ ਦੀ ਜਿਓਗ੍ਰਾਫੀ ਦੇ ਹਿਸਾਬ ਨਾਲ 9 ਦੇਸ਼ਾਂ 'ਚ ਵੰਡੀਆਂ ਗਈਆਂ। ਜੇ ਇਹ ਹਿਸਾਬ ਹੈ, ਜੇ ਆਪਾਂ ਗੁਰੂ ਨਾਨਕ ਸਾਹਿਬ ਦੇ ਇਸ ਪੈਮਾਨੇ ਮਾਪਦੰਡ ਨੂੰ ਹੀ ਦੇਖਣਾ ਫਿਰ ਤਾਂ 9 ਦੇਸ਼ ਇਕੱਠੇ ਕਰਨੇ ਚਾਹੀਦੇ। ਇਹ ਵੀ ਇੱਕ ਨਜ਼ਰੀਆ ਹੈ। ਪਰ ਇਹ 1986 'ਚ ਜਦੋਂ ਰਾਸ਼ਟਰੀ ਸਿੱਖ ਸੰਗਤ ਬਣੀ, ਉਹਨਾਂ ਬਕਾਇਦਾ ਉਹਨਾਂ ਦਾ ਜਿਹੜਾ ਸਵਰੂਪ ਦਾਸ ਸੀ ਉਹਨੇ ਬਕਾਇਦਾ ਹਿਸਟਰੀ ਲਿਖੀ। ਭਾਈ ਕਾਹਨ ਸਿੰਘ ਨਾਭਾ ਨੂੰ ਵੀ ਡਿਫੇਮ ਕੀਤਾ, ਮੈਕੈਲਿਫ ਨੂੰ ਵੀ ਡਿਫੇਮ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ 6ਵਾਂ ਵੇਦ ਤੱਕ ਕਿਹਾ। ਤੇ ਇਹ ਤਾਂ ਬਹੁਤ ਲੰਮੇ ਹਮਲੇ ਹੁੰਦੇ ਆਏ ਨੇ ਤੇ ਮੰਦਭਾਗਾ ਹੁੰਦਾ। ਹਾਂਜੀ, ਮੰਦਭਾਗਾ ਹੁੰਦਾ ਜਦੋਂ ਮਤਲਬ ਫਿਰ ਕੰਟਰੋਵਰਸੀਆਂ ਨਿਕਲ ਜਾਂਦੀਆਂ। ਇੱਕ ਚੀਜ਼ ਬੜੀ ਇੰਪੋਰਟੈਂਟ ਖਬਰ ਹੈ, ਉਸ ਦੇ ਬਾਰੇ ਜ਼ਰੂਰ ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਤੱਕ ਜਾਣਕਾਰੀ ਦਿਓ, ਕਿਉਂਕਿ ਜਦੋਂ ਆਪਾਂ ਪ੍ਰਬੰਧ ਦੀ ਗੱਲ ਕਰਦੇ ਹਾਂ, ਲੰਗਰ ਦੀ ਗੱਲ ਕਰਦੇ ਹਾਂ ਤੇ ਮਰਿਆਦਾ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਕਮੇਟੀ ਦਾ ਉਹ ਪ੍ਰਬੰਧ ਦੁਨੀਆ ਦੇ ਵਿੱਚ ਸਿਫਤ ਸਲਾਹਿਆ ਜਾਂਦਾ ਆ ਕਿ ਸਾਫ਼ ਸਫਾਈ ਕਿਸ ਤਰ੍ਹਾਂ ਦੀ, ਉਹ ਸਾਰਾ ਕੁਛ। ਕਰੋਨਾ ਦੇ ਵਿੱਚ ਵੱਡਾ ਕੰਮ ਕੀਤਾ, ਹੁਣ ਹੜ੍ਹਾਂ ਦੇ ਵਿੱਚ ਵੀ ਤੁਹਾਡਾ ਜਿਹੜਾ ਕੰਮ ਹੈ ਮਤਲਬ ਬਹੁਤ ਕਾਬਿਲੇ ਤਾਰੀਫ ਸੀ। ਤੁਹਾਡੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ ਸਾਰੇ ਅੱਗੇ ਹੋ ਕੇ ਆਏ। ਤੇ ਇਸ ਤੋਂ ਬਾਅਦ ਜਿਹੜਾ ਹੈਗਾ ਵੀ ਇੱਕ ਇਹ ਵੀ ਸੁਣਨ ਨੂੰ ਮਿਲਿਆ ਵੀ ਅਮਰੀਕਾ ਦੇ ਵਿੱਚ ਕੋਈ ਪ੍ਰੈਸ ਲਾ ਰਹੇ ਹੋ, ਉਸ ਦੇ ਬਾਰੇ ਜ਼ਰੂਰ ਦੱਸੋ ਵੀ ਉਹ ਜ਼ਰੂਰਤ ਕਿਉਂ ਪੈ ਰਹੀ ਹੈ ਤੇ ਉਹਦਾ ਖਾਕਾ ਕੀ ਹੋਏਗਾ। ਦੇਖੋ, ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਵੇਗਾ ਕਿ ਸਾਜ਼ਿਸ਼ਦੀਨ ਇੱਕ ਥਮਿੰਦਰ ਸਿੰਘ ਨਾਂ ਦਾ ਬੰਦਾ ਅਮਰੀਕਾ ਤੋਂ, ਜਿਹਦੀ ਜੜ੍ਹਾਂ ਇੱਥੇ ਵੀ ਆਪਣੇ ਵੀ ਹੈਗੀਆਂ, ਉਹ ਲੋਕਾਂ ਨੇ ਪਿਛਲੇ ਸਮੇਂ ਤੋਂ ਕੋਈ ਨਾ ਕੋਈ ਦੇਖੋ ਉਹਨਾਂ ਦੀ ਜਿਹੜੀ ਵਿਰੋਧੀ ਧਿਰ ਦੀ ਕੋਸ਼ਿਸ਼ ਹੈ ਕਿ ਇਹਨਾਂ ਦੇ ਇਤਿਹਾਸ ਨੂੰ ਵਿਗਾੜੋ, ਇਹਨਾਂ ਦੇ ਸਰੂਪ ਨੂੰ ਵਿਗਾੜੋ, ਇਹਨਾਂ ਦੇ ਗੁਰਬਾਣੀ ਨੂੰ ਜਿਹੜਾ ਵਿਗਾੜੋ। ਤਾਂ ਥਮਿੰਦਰ ਸਿੰਘ ਨੇ ਚਾਈਨਾ ਤੋਂ ਸਰੂਪ ਛਾਪ ਕੇ ਉੱਥੇ ਜਿਹੜੇ ਆ ਜਿਹੜੇ ਉੱਥੇ ਦਿੱਤੇ ਗਏ, ਜਿਹਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਤਬਦੀਲੀਆਂ ਕੀਤੀਆਂ ਗਈਆਂ। ਬਾਣੀ ਦੀਆਂ ਤੁਕਾਂ ਦੇ ਵਿੱਚ ਜਿਹੜੀ ਸਟਾਰਟ ਆ ਸਾਡਾ ਜਿਹੜਾ
ਮੰਗਲ ਆ ਉਹਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਉਦੋਂ ਉਹਨੂੰ ਬੈਨ ਕਰ ਦਿੱਤਾ ਗਿਆ। ਚਲੋ ਬੰਦ ਹੋ ਗਿਆ, ਜਿਹੜੀ ਮਲਕ ਹੋਣਾ ਦੀ ਪ੍ਰੈਸ ਸੀ ਉਹ ਜ਼ਬਤ ਕਰ ਲਈ, ਉੱਥੋਂ ਦੇ ਸਿੱਖਾਂ ਨੇ ਇਕੱਠੇ ਕਰਕੇ ਵਧੀਆ ਫੈਸਲਾ ਹੋਇਆ। ਉਹ ਇਹ ਗੱਲ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣੇ। ਹੁਣ ਬਾਹਰਲੇ ਮੁਲਕਾਂ ਦੇ ਵਿੱਚ ਪਸਾਰਾ ਸਿੱਖਾਂ ਦਾ ਜਿਸ ਤਰ੍ਹਾਂ ਵੱਧ ਰਿਹਾ, ਗੁਰਦੁਆਰੇ ਵੀ ਵੱਧ ਰਹੇ ਨੇ, ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਹੈਗੀ ਆ, ਉਹ ਡਿਮਾਂਡ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਗੱਡੀ ਬੱਸ ਗਈ ਸੀ, ਉਹ ਬੱਸ ਦੇ ਵਿੱਚ ਕੁਝ ਦੁਰਘਟਨਾ ਵਾਪਰੀ ਜਾਂ ਤਾਂ ਸਮੁੰਦਰ ਦੀਆਂ ਛੱਲਾਂ ਦੇ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਉਸ ਕਰਕੇ ਬਹੁਤ ਵੱਡੀ ਪੱਧਰ ਤੇ ਇਸ ਦਾ ਵਿਰੋਧ ਵੀ ਹੋਇਆ ਸੀ। ਉਹ ਰੋਕਿਆ ਗਿਆ ਕੰਮ, ਤੇ ਸੰਗਤ ਨੂੰ ਸਰੂਪ ਚਾਹੀਦੇ ਆ। ਇੱਥੇ ਪਿੱਛੇ ਕੁਝ ਲੋਕ ਜਿਹੜੇ ਆ ਜਿਹੜੇ ਉਹ ਕਈ ਜਿਹੜੇ ਧਾਰਮਿਕ ਕਹਿੰਦੇ ਹੁੰਦੇ ਆ ਉਹਨਾਂ ਨਾਲ ਸੰਬੰਧਿਤ ਲੋਕ ਆ, ਉਹ ਹੈਂਡਬੈਗ 'ਚ ਗੁਰੂ ਸਾਹਿਬ ਲੈ ਗਏ, ਕੋਈ ਹੋਰ ਲੈ ਗਿਆ, ਬੜਾ ਕੁਛ ਹੋਇਆ। ਇਹ ਗੱਲ ਫੜੇ ਵੀ ਗਏ ਲੋਕ, ਇਸ ਤਰ੍ਹਾਂ ਦੀ ਜਿਵੇਂ ਕਹਿ ਲਓ ਵੀ ਬੜਾ ਵਰਤਾਰਾ ਚੱਲਦਾ। ਅਤੇ ਉਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਹੁਣ ਪਿੱਛੇ ਜੇ ਇੱਕ ਚਾਰਟਰ ਜਹਾਜ਼ ਕੀਤਾ ਆਸਟ੍ਰੇਲੀਆ ਵਾਲਿਆਂ ਨੇ, ਉਹ 2.5 ਕਰੋੜ ਦਾ ਸੀਗਾ। ਉਸ ਤੋਂ ਬਾਅਦ ਜਦੋਂ ਏਅਰਪੋਰਟ ਤੋਂ ਅੱਗੇ ਜਾਣਾ ਸੀ ਉਹਦੇ ਲਈ 2-2.5 ਕਰੋੜ ਹੋਰ ਸੀ, ਉਹ ਨਹੀਂ ਅਫੋਰਡ ਕਰ ਸਕੇ। ਸਾਰਾ ਕੁਛ ਹੋ ਗਿਆ ਸੀ। ਤੋ ਇਸ ਕਰਕੇ ਮੁੜ ਤੋਂ ਅਸੀਂ ਇਹ ਚਾਹੁੰਦੇ ਹਾਂ ਕਿ ਦੁਬਾਰਾ ਹੁਣ ਇੱਕ ਆਈ ਹੈ ਡਿਮਾਂਡ, ਉਹਦੇ ਲਈ ਹੁਣ ਬੱਸ ਫਿਰ ਜਾ ਰਹੀ ਹੈ, ਵਧੀਆ ਬੱਸ ਬਣਾਈ ਜਾ ਰਹੀ ਹੈ। 5 ਪਿਆਰੇ ਜਿਹੜੇ ਆ ਉਹਦੇ ਨਾਲ ਜਾ ਰਹੇ ਨੇ। ਅਕਾਲ ਤਖ਼ਤ ਸਾਹਿਬ ਨੇ ਸਾਨੂੰ ਇਹ ਹੁਕਮ ਕਰਤਾ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਉੱਥੇ ਹੀ ਬਾਹਰ ਹੀ ਸਰੂਪ ਛਪਣ, ਕਿਉਂਕਿ ਅੱਜ ਕੱਲ੍ਹ ਕੋਈ ਵੱਡੀ ਪ੍ਰੈਸ ਅਫਸਰ ਲਾਉਣ ਦੀ ਤਾਂ ਲੋੜ ਨਹੀਂ। ਅੱਜ ਕੱਲ੍ਹ ਤਾਂ ਜਿਹੜੀਆਂ ਦੂਸਰੀਆਂ ਪ੍ਰੈਸਾਂ ਹੈਗੀਆਂ ਉਹ ਲਾ ਕੇ ਜਿਹੜੇ ਆ ਸਰੂਪ ਛਪ ਸਕਦੇ ਆ। ਸੋ ਅਸੀਂ 2 ਸੈਂਟਰ ਉੱਥੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਉੱਥੇ ਖੋਲ੍ਹਣ ਜਾ ਰਹੇ ਹਾਂ, ਜਿੱਥੇ ਕਿ ਸਾਡੇ ਇੱਥੋਂ ਜਿਹੜੇ ਅਧਿਕਾਰੀ ਜਾਣਗੇ, ਗੁਰੂ ਸਾਹਿਬ ਦੇ ਸਰੂਪ ਛਪੇਗਾ, ਉਸ ਤੋਂ ਬਾਅਦ ਬਾਉਂਡਿੰਗ ਕੀਤੀ ਜਾਊਗੀ, ਤੇ ਫਿਰ ਉੱਥੇ ਜਿਹੜੀ ਸੰਗਤ ਨੂੰ ਦਿੱਤੇ ਜਾਣਗੇ, ਤੇ ਉਹ ਉੱਥੋਂ ਫਿਰ ਵਾਪਸ ਆ ਜਾ ਕਰਨਗੇ। ਜਦੋਂ ਡਿਮਾਂਡ ਹੋਇਆ ਕਰੂ ਜਾਇਆ ਕਰਨਗੇ। ਉੱਥੇ ਅਸੀਂ ਆਪਣੇ 2 ਸਬ ਸੈਂਟਰ ਖੋਲ੍ਹ ਰਹੇ ਹਾਂ, ਇੱਕ ਅਮਰੀਕਾ ਦੇ ਵਿੱਚ ਤੇ ਇੱਕ ਕੈਨੇਡਾ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਬੇਬਾਕੀ ਨਾਲ ਸਪਸ਼ਟ ਗੱਲਾਂ ਕੀਤੀਆਂ, ਅਤੇ ਮੈਨੂੰ ਲੱਗਦਾ ਕਿ ਇਹ ਗੱਲਾਂ ਕਰਨੀਆਂ ਜ਼ਰੂਰੀ ਨੇ, ਅਤੇ ਇਹ ਪਾਰਦਰਸ਼ੀ ਹੋਣਾ ਵੀ ਜ਼ਰੂਰੀ ਆ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।